ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ ਪਹਿਲਾ ਭਾਗ ਸਿੱਖ ਰਾਜ ਦਾ ਪਤਨ। ਕਾਂਡ 1 ਰਣਜੀਤ ਸਿੰਘ ਦੀ ਮੌਤ ਸਮੇਂ ਪੰਜਾਬ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਭਾਰਤ ਦਾ ਨਕਸ਼ਾ ਵਿਖਾਇਆ ਗਿਆ ਤਾਂ ਉਸਨੇ ਪੁੱਛਿਆ, ਲਾਲ ਰੰਗ ਕੀ ਦਰਸਾਉਂਦਾ ਹੈ? ਨਕਸ਼ਾ ਨਵੀਸ ਨੇ ਉੱਤਰ ਦਿੱਤਾ, ਬਾਦਸ਼ਾਹ ਸਲਾਮਤ, ਲਾਲ ਰੰਗ ਅੰਗਰੇਜ਼ੀ ਕਬਜ਼ੇ ਅਧੀਨ ਇਲਾਕਿਆਂ ਨੂੰ ਦਰਸਾਉਂਦਾ ਹੈ। ਮਹਾਰਾਜੇ ਨੇ ਆਪਣੀ ਇੱਕੋ ਅੱਖ ਨਾਲ ਨਕਸ਼ੇ ਤੇ ਨਜ਼ਰ ਮਾਰੀ ਤੇ ਵੇਖਿਆ ਕਿ ਪੰਜਾਬ ਤੋਂ ਬਿਨਾਂ ਲਗਭਗ ਸਾਰਾ ਹਿੰਦੁਸਤਾਨ ਹੀ ਲਾਲ ਰੰਗ ਵਿੱਚ ਚਿਤਰਿਆ ਹੋਇਆ ਸੀ। ਉਸਨੇ ਆਪਣੇ ਦਰਬਾਰੀਆਂ ਵੱਲ ਵੇਖਦਿਆਂ ਮੁੜ ਕੇ ਟਿੱਪਣੀ ਕੀਤੀ, ਇੱਕ ਰੋਜ਼ ਸਭ ਲਾਲ ਹੋ ਜਾਏਗਾ। ਮਹਾਰਾਜ ਦੀ ਭਵਿੱਖਬਾਣੀ ਸਿਰਫ 10 ਸਾਲਾਂ ਵਿੱਚ ਹੀ ਸਹੀ ਸਿੱਧ ਹੋ ਗਈ। ਮਹਾਰਾਜੇ ਦੇ ਉੱਤਰਾਧਿਕਾਰੀ ਨੇਤ੍ਰਿਤਵ ਦੇ ਗੁਣਾਂ ਤੋਂ ਸਖਣੇ ਸਨ। ਉਹ ਵਧੇਰੇ ਕਰਕੇ ਆਪਣੇ ਸ਼ਰੀਕਾਂ ਨੂੰ ਖਤਮ ਕਰਕੇ ਤਖਤ ਤੇ ਕਾਬਜ਼ ਹੋਣ ਵਿੱਚ ਹੀ ਲੀਨ ਰਹੇ। ਦਰਬਾਰ ਕਈ ਧੜਿਆਂ ਵਿੱਚ ਵੰਡਿਆ ਗਿਆ। ਜ਼ਹਿਰੀਲੀ ਸ਼ਰਾਬ ਵਾਲਾ ਪਿਆਲਾ, ਲੁਕੋਇਆ ਖੰਜਰ ਤੇ ਬੰਦੂਕ ਦੀ ਗੋਲੀ ਨੇ ਸ਼ਾਹੀ ਖਾਨਦਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਹਜੂਮ ਨੇ ਇੱਕ ਦੂਸਰੇ ਨੂੰ ਗਲੀਆਂ ਵਿੱਚ ਹੀ ਕਤਲ ਕਰ ਦਿੱਤਾ। ਪੰਜਾਬੀਆਂ ਵਿੱਚ ਮਾਯੂਸੀ ਤੇ ਫੁੱਟ ਛਾ ਗਈ। ਡੋਗਰੇ ਹਿੰਦੂ ਸਿੱਖਾਂ ਨਾਲ ਰਾਜ ਉੱਪਰ ਕਬਜ਼ਾ ਕਰਨ ਲਈ ਟੱਕਰ ਲੈਣ ਲੱਗੇ। ਮੁਸਲਮਾਨ ਬੇਲਾਗ ਤੇ ਬੇਪਰਵਾਹ ਹੋ ਗਏ। ਰਾਜ ਪ੍ਰਬੰਧ ਵਿਗੜ ਗਿਆ। ਸੈਨਾ ਦਾ ਆਕਾਰ ਇਤਨਾ ਜ਼ਿਆਦਾ ਹੋ ਗਿਆ ਕਿ ਰਾਜ ਦੇ ਖਜ਼ਾਨੇ ਵਿੱਚੋਂ ਤਨਖਾਹ ਦੇਣੀ ਮੁਸ਼ਕਲ ਹੋ ਗਈ। ਇਹ ਬਾਗੀ ਹੋ ਗਈ ਤੇ ਆਖਰ ਇਸ ਨੇ ਹੀ ਰਾਜ ਭਾਗ ਤੇ ਕਬਜ਼ਾ ਕਰ ਲਿਆ। ਅੰਗਰੇਜ਼, ਜਿਨ੍ਹਾਂ ਨੂੰ ਪਹਿਲਾਂ ਹੀ ਉਮੀਦ ਸੀ ਕਿ ਰਣਜੀਤ ਸਿੰਘ ਦੀ ਮੌਤ ਪਿੱਛੋਂ ਹਫੜਾ ਤਫੜੀ ਫੈਲ ਜਾਏਗੀ, ਉਹਨਾਂ ਨੇ ਆਪਣੀਆਂ ਸੈਨਾਵਾਂ ਸਰਹੱਦ ਤੱਕ ਲੈ ਆਂਦੀਆਂ ਤੇ ਉਹ ਦਰਬਾਰ ਤੇ ਅੰਦਰੂਨੀ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਕਰਨ ਲੱਗੇ। 1946 ਦੀ ਪਤਝੜ ਰੁੱਤ ਤੱਕ ਉਹ ਪੰਜਾਬ ਉੱਪਰ ਹਮਲਾ ਕਰਨ ਲਈ ਤਿਆਰ ਬੈਠੇ ਸਨ। ਉਹਨਾਂ ਨੇ ਸਿਲਸਿਲੇਵਾਰ ਨਿਰੰਤਰ ਲੜਾਈਆਂ ਵਿੱਚ ਸਿੱਖਾਂ ਨੂੰ ਹਰਾਇਆ। ਜਲੰਧਰ ਦਬਾਬ ਆਪਣੇ ਰਾਜ ਵਿੱਚ ਮਿਲਾ ਲਿਆ ਤੇ ਜੰਮੂ ਤੇ ਕਸ਼ਮੀਰ ਗੁਲਾਬ ਸਿੰਘ ਨੂੰ ਦੇ ਦਿੱਤਾ। 3 ਸਾਲ ਮਗਰੋਂ ਅੰਗਰੇਜ਼ਾਂ ਨੇ ਮੁਲਤਾਨ ਦੀ ਛੋਟੀ ਜਿਹੀ ਬਗਾਵਤ ਨੂੰ ਸਾਰੇ ਪ੍ਰਾਂਤ ਵਿੱਚ ਫੈਲਣ ਦਾ ਮੌਕਾ ਦਿੱਤਾ ਤੇ ਬਾਕੀ ਦੇ ਰਾਜ ਨੂੰ ਆਪਣੀ ਹਕੂਮਤ ਵਿੱਚ ਮਿਲਾ ਲੈਣ ਲਈ ਇੱਕ ਬਹਾਨੇ ਵਜੋਂ ਵਰਤਿਆ। ਜਿਵੇਂ ਰਣਜੀਤ ਸਿੰਘ ਨੇ ਪਹਿਲਾਂ ਹੀ ਕਿਹਾ ਸੀ, 1849 ਦੀ ਬਸੰਤ ਰੁੱਤ ਵੇਲੇ ਭਾਰਤ ਦਾ ਸਾਰਾ ਨਕਸ਼ਾ ਹੀ ਲਗਭਗ ਲਾਲ ਹੋ ਗਿਆ ਸੀ, ਭਾਵ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ ਸੀ। ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਦੁਪਹਿਰ ਮਗਰੋਂ ਅਕਾਲ ਚਲਾਣਾ ਕਰ ਗਿਆ। ਆਪਣੀ 40 ਸਾਲਾਂ ਦੀ ਹਕੂਮਤ ਵਿੱਚ ਉਸਨੇ ਲੜ ਰਹੇ ਸਿੱਖ ਧੜਿਆਂ ਨੂੰ ਇੱਕ ਝੰਡੇ ਹੇਠ ਲਿਆਂਦਾ ਤੇ ਵੱਖ-ਵੱਖ ਧਰਮਾਂ ਤੇ ਰਾਜਾਂ ਪ੍ਰਤੀ ਵਫਾਦਾਰੀਆਂ ਵਾਲੇ ਲੋਕਾਂ ਨੂੰ ਇੱਕ ਜਨ ਕਰਕੇ ਕੌਮ ਦਾ ਸਰੂਪ ਦੇ ਕੇ ਉਹਨਾਂ ਨੂੰ ਸ਼ਕਤੀਸ਼ਾਲੀ ਤੇ ਸਮਰਿੱਧ ਬਣਾਇਆ। ਉਸ ਅਧੀਨ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਦੂਸਰੇ ਦੇ ਨਜ਼ਦੀਕ ਲਿਆਉਣ ਦਾ ਤੇ ਗੁਰੂ ਗੋਬਿੰਦ ਸਿੰਘ ਦਾ ਇੱਕ ਜੰਗਜੂ ਭਾਈਚਾਰੇ ਦਾ ਨਿਰਮਾਣ ਕਰਨ ਦਾ ਉਦੇਸ਼ ਸਾਕਾਰ ਹੋ ਗਿਆ। ਪੰਜਾਬ ਹੁਣ ਵਿਦੇਸ਼ੀ ਸੈਨਾਵਾਂ ਦਾ ਹਿੰਦੁਸਤਾਨ ਉੱਪਰ ਪ੍ਰਭੂਤਾ ਦੀ ਲੜਾਈ ਦਾ ਅਖਾੜਾ ਨਹੀਂ ਸੀ। ਇਹ ਹੁਣ ਹਿੰਦੁਸਤਾਨ ਦੀ ਸਭ ਤੋਂ ਸ਼ਕਤੀਸ਼ਾਲੀ ਤਾਕਤ ਹੀ ਨਹੀਂ ਬਣ ਗਿਆ ਸੀ, ਸਗੋਂ ਇਸ ਦੇ ਵਿਪਰੀਤ ਏਸ਼ੀਆ ਦੀਆਂ ਸ਼ਕਤੀਸ਼ਾਲੀ ਤਾਕਤਾਂ ਵਿੱਚੋਂ ਇੱਕ ਵੱਡੀ ਤਾਕਤ ਬਣ ਚੁੱਕਿਆ ਸੀ। ਪਠਾਨਾਂ ਤੇ ਅਫਗਾਨਾਂ ਦੇ ਕਈ ਸਦੀਆਂ ਦੇ ਗਲਬੇ ਪਿੱਛੋਂ ਪੰਜਾਬੀਆਂ ਨੇ ਆਪਣੀ ਬਾਦਸ਼ਾਹੀ ਪਠਾਨਾਂ ਦੇ ਮੁਲਕ ਵੱਲ ਵਧਾ ਕੇ ਤੇ ਕਾਬਲ ਦੇ ਤਖਤ ਤੇ ਕਿਸਮਤ ਦੇ ਸਾਲਿਸ ਬਣ ਕੇ ਭੂਮਿਕਾ ਉਲਟਾ ਦਿੱਤੀ ਸੀ। ਉਹਨਾਂ ਨੇ ਤਿੱਬਤ ਵਿੱਚ ਚੀਨ ਦੀ ਅਧੀਨ ਤਾਕਤ ਉੱਪਰ ਜਿੱਤ ਪ੍ਰਾਪਤ ਕੀਤੀ ਤੇ ਪੱਛਮ ਵੱਲ ਬਰਤਾਨਵੀ ਵਿਸਥਾਰ ਨੂੰ ਠੱਲ ਪਏ। ਹੁਣ ਕੋਈ ਵੀ ਹਮਲਾਵਰ ਪੰਜਾਬ ਵਿੱਚ ਕਦਮ ਧਰਨ ਦੀ ਜੁਰਤ ਨਹੀਂ ਕਰ ਸਕਦਾ ਸੀ ਤੇ ਨਾ ਹੀ ਹਰੀ ਕਣਕ ਮਿਧ ਸਕਦਾ ਸੀ ਤੇ ਜਦੋਂ ਪੱਕੀ ਫਸਲ ਵੱਢੀ ਜਾਂਦੀ ਸੀ ਨਾ ਹੀ ਉਸ ਨੂੰ ਲੁੱਟ ਸਕਦਾ ਸੀ। ਜਰਨੈਲੀ ਸ਼ਾਹਗਹਾਂ ਸੁਰੱਖਿਅਤ ਤੇ ਮਹਿਫੂਜ਼ ਸਨ ਤੇ ਇੱਕ ਵਾਰ ਫਿਰ ਮੱਧ ਏਸ਼ੀਆ ਤੇ ਹਿੰਦੁਸਤਾਨ ਵਿੱਚੋਂ ਵਪਾਰੀਆਂ ਦੇ ਕਾਫਲੇ ਪੰਜਾਬੀ ਮੰਡੀਆਂ ਵਿੱਚ ਆਪਣੀਆਂ ਵਪਾਰਕ ਵਸਤੂਆਂ ਵੇਚ ਸਕਦੇ ਸਨ ਤੇ ਆਦਾਨ ਪ੍ਰਦਾਨ ਕਰ ਸਕਦੇ ਸਨ। ਇਹ ਸਭ ਕੁਝ ਪੰਜਾਬ ਦੇ ਲੋਕਾਂ ਨੇ ਉਸ ਆਦਮੀ ਦੀ ਅਗਵਾਈ ਵਿੱਚ ਪ੍ਰਾਪਤ ਕੀਤਾ ਜਾਂ ਕਰ ਵਿਖਾਇਆ ਜਿਹੜਾ ਉਹਨਾਂ ਵਿੱਚੋਂ ਇੱਕ ਹੀ ਸੀ। ਰਣਜੀਤ ਸਿੰਘ ਇੱਕ ਐਸੇ ਵੱਡੇ ਬੋਹੜ ਦੇ ਦਰਖਤ ਵਾਂਗ ਸੀ ਜਿਸ ਦੀ ਛਾਂ ਸਾਰੇ ਪੰਜਾਬ ਤੇ ਪੈਂਦੀ ਸੀ ਤੇ ਬੋਹੜ ਵਾਂਗ ਹੀ ਉਸ ਦੇ ਪਰਛਾਵੇਂ ਹੇਠਲੀ ਜ਼ਮੀਨ ਦੀ ਓਟ ਵਿੱਚ ਵਾਧੂ ਘਾਹ ਪੱਤੀ ਜਾਂ ਨਦੀਨ ਤੋਂ ਬਿਨਾਂ ਕੁਝ ਵੀ ਵੱਧ ਫੁੱਲ ਨਹੀਂ ਸੀ ਸਕਦਾ। ਇਸ ਦਾ ਸਿੱਟਾ ਇਹ ਹੋਇਆ ਕਿ ਉਸ ਦੇ ਚਲਾਣੇ ਪਿੱਛੋਂ ਉਸ ਦੇ ਪੱਗ ਚਿੰਨ੍ਹਾਂ ਤੇ ਤੁਰਨ ਵਾਲੀ ਉਸ ਦੇ ਕੱਦ ਕਾਠ ਵਰਗੀ ਸ਼ਖਸੀਅਤ ਨਹੀਂ ਸੀ ਜੋ ਰਾਜ ਦੀ ਤਕਦੀਰ ਦੀ ਅਗਵਾਈ ਕਰ ਸਕਦੀ। ਡੋਗਰਿਆਂ ਦੇ ਵਿਰੋਧ ਵਿੱਚ ਸਿੱਖ ਕੁਲੀਨ ਵਰਗ ਦੇ 3 ਘਰਾਣੇ ਸੰਧਾਂ ਵਾਲੀਏ, ਅਟਾਰੀ ਵਾਲੇ ਤੇ ਮਜੀਠੀਏ ਵਧੇਰੇ ਉੱਗੇ ਸਨ। ਕਿਉਂਕਿ ਡੋਗਰੇ ਹਿੰਦੂ ਸਨ ਤੇ ਸਿੱਖ ਕੁਲੀਨ ਵਰਗ ਖਾਲਸਾ ਸਨ, ਇਸ ਲਈ ਉਹਨਾਂ ਦੇ ਮਤਭੇਦ ਵੀ ਕਈ ਵਾਰ ਡੋਗਰਾ ਬਨਾਮ ਸਿੱਖ ਸੰਪਰਦਾਇਕਤਾ ਦਾ ਰੂਪ ਵੀ ਧਾਰ ਲੈਂਦੇ ਸਨ। ਇਹਨਾਂ ਸਵਾਰਥੀ ਜੁੰਡਲੀਆਂ ਵਿੱਚ ਬਹੁਤ ਥੋੜ੍ਹੀ ਗਿਣਤੀ ਉਹਨਾਂ ਲੋਕਾਂ ਦੀ ਸੀ ਜੋ ਕਿਸੇ ਵੀ ਧੜੇ ਨਾਲ ਸੰਬੰਧਿਤ ਨਹੀਂ ਤੇ ਨਿਰਲੇਪ ਰਹੇ ਸਨ। ਉਹਨਾਂ ਨੇ ਹਾਲਾਤ ਦੇ ਅਨੁਸਾਰ ਦਰਬਾਰ ਦੀ ਵਫਾਦਾਰੀ ਤੇ ਇਮਾਨਦਾਰੀ ਨਾਲ ਪਹਿਲਾਂ ਵਾਂਗ ਸੇਵਾ ਕਰਨੀ ਜਾਰੀ ਰੱਖੀ। ਉਹਨਾਂ ਵਿੱਚ ਸਭ ਤੋਂ ਉੱਗੇ ਫਕੀਰ ਭਰਾ ਸਨ। ਖਾਸ ਕਰਕੇ ਸਭ ਤੋਂ ਵੱਡਾ ਅਜੀਜ਼-ਉਦ-ਦੀਨ ਸੀ ਜੋ ਪਹਿਲਾਂ ਵਾਂਗ ਹੀ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਜਾਂ ਮੰਤਰੀ ਵਜੋਂ
ਆਪਣੇ ਫਰਜ਼ ਅਦਾ ਕਰਦਾ ਰਿਹਾ। ਫਿਰ ਕਸ਼ਮੀਰੀ ਬ੍ਰਾਹਮਣ ਦੀਨਾਨਾਥ ਦਾ ਸ਼ੁਮਾਰ ਹੁੰਦਾ ਸੀ, ਜੋ ਮਾਲ ਵਿਭਾਗ ਤੇ ਆਰਥਿਕ ਵਿਭਾਗਾਂ ਦੇ ਕੰਮਕਾਜ ਦਾ ਪ੍ਰਬੰਧ ਕਰਦਾ ਸੀ। ਸ਼ਕਤੀ ਪ੍ਰਾਪਤੀ ਦੀ ਇਸ ਧੱਕਾ ਮੁੱਕੀ ਵਿੱਚ ਫੌਜ ਦੇ ਸਮਰਪਣ ਦੀ ਭੂਮਿਕਾ ਨਿਰਣਾਇਕ ਸੀ। ਵਿਰੋਧੀ ਧੜੇ ਸੈਨਿਕਾਂ ਨੂੰ ਆਪਣੇ ਵੱਲ ਕਰਨ ਲਈ ਵਧੇਰੇ ਤਨਖਾਹ ਤੇ ਸੁਗਾਤਾਂ ਦੀ ਪੇਸ਼ਕਸ਼ ਕਰਦੇ ਜਾਂ ਲਾਲਚ ਦਿੰਦੇ ਤੇ ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਦਾ ਵਾਸਤਾ ਪਾਉਂਦੇ, ਬੇਨਤੀ ਕਰਦੇ। ਫੌਜ ਵਿੱਚ ਅਨੁਸ਼ਾਸਨਹੀਨਤਾ ਦੇ ਬੀਜ ਤਾਂ ਰਣਜੀਤ ਸਿੰਘ ਦੇ ਸਮੇਂ 1822 ਈਸਵੀ ਵਿੱਚ ਬੀਜੇ ਗਏ ਸਨ, ਜਦੋਂ ਉਸਨੇ ਸੈਨਾ ਦਾ ਵਿਸਥਾਰ ਕਰਕੇ ਇਸ ਦਾ ਆਧੁਨਿਕੀਕਰਨ ਕੀਤਾ। ਉਸ ਸਮੇਂ ਤੱਕ ਉਸਨੇ ਸਭ ਜਿੱਤਾਂ ਪ੍ਰਾਪਤ ਕਰ ਲਈਆਂ ਸਨ। ਮਗਰਲੀਆਂ ਫੌਜੀ ਮੁਹਿੰਮਾਂ ਨਾਲ ਨਾ ਤਾਂ ਉਸਨੂੰ ਹੋਰ ਲਾਭਕਾਰੀ ਇਲਾਕੇ ਮਿਲੇ ਤੇ ਨਾ ਹੀ ਵਧੀ ਹੋਈ ਫੌਜ ਦੇ ਖਰਚੇ ਪੂਰੇ ਕਰਨ ਲਈ ਲੁੱਟਮਾਰ ਦਾ ਮਾਲ ਹੱਥ ਆਇਆ। ਸਿੱਟਾ ਇਹ ਹੋਇਆ ਕਿ ਫੌਜੀਆਂ ਦੀ ਤਨਖਾਹ ਦੇ ਬਕਾਏ ਰਹਿ ਜਾਂਦੇ ਤੇ ਕਈ ਫੌਜੀ ਟੁਕੜੀਆਂ ਤਾਂ 2-2 ਸਾਲ ਬਿਨਾਂ ਤਨਖਾਹ ਤੋਂ ਰਹਿੰਦੀਆਂ। ਰਣਜੀਤ ਸਿੰਘ ਦੀ ਮੌਤ ਪਿੱਛੋਂ ਜਦ ਰਾਜ ਪ੍ਰਬੰਧ ਦੀ ਸਥਿਤੀ ਵਿੱਚ ਨਿਗਾਰ ਆ ਗਿਆ ਤੇ ਸੂਬਿਆਂ ਦੇ ਗਵਰਨਰ ਮਾਮਲੇ ਭੇਜਣ ਵਿੱਚ ਆਲਸੀ ਤੇ ਢਿੱਲੜ ਹੋ ਗਏ, ਤਾਂ ਫੌਜ ਨੂੰ ਆਪਣਾ ਪ੍ਰਬੰਧ ਆਪ ਹੀ ਕਰਨਾ ਪੈਂਦਾ। ਉਹਨਾਂ ਵਿੱਚ ਸ਼ਹਿਰੀਆਂ ਨੂੰ ਲੁੱਟਣ ਦੀ ਪੁੱਠੀ ਆਦਤ, ਵਹਿਬਤ ਪੈਦਾ ਹੋ ਗਈ ਤੇ ਉਹ ਆਪਣੀ ਸੇਵਾ ਵੱਧ ਤਨਖਾਹ ਦੀ ਬੋਲੀ ਦੇਣ ਵਾਲੇ ਦੇ ਹਵਾਲੇ ਕਰ ਦਿੰਦੇ। ਉਹਨਾਂ ਨੇ ਆਪਣੇ ਅਫਸਰਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਅਫਸਰਾਂ ਦੀ ਸੁਤੰਤਰ ਆਮਦਨੀ ਦੇ ਸਾਧਨ ਸਨ ਤੇ ਉਹਨਾਂ ਦੇ ਆਪਣੇ ਸੈਨਿਕਾਂ ਨਾਲ ਕੋਈ ਸਾਂਝੇ ਆਰਥਿਕ ਤੇ ਮਾਲੀ ਹਿੱਤ ਨਹੀਂ ਹੁੰਦੇ ਸਨ। ਜਿਹੜੇ ਅਧਿਕਾਰੀ ਉਹਨਾਂ ਉੱਪਰ ਆਪਣਾ ਅਧਿਕਾਰ ਜਤਾਉਣ ਦਾ ਯਤਨ ਕਰਦੇ, ਉਹਨਾਂ ਨਾਲ ਉਹ ਹੱਥੋਂ-ਪਾਈ ਵੀ ਹੋ ਜਾਂਦੇ ਤੇ ਕਈ ਵਾਰ ਕਤਲ ਕਰ ਦਿੰਦੇ ਸਨ। ਸਿਪਾਹੀਆਂ ਨੇ ਆਪਣੀਆਂ ਤਨਖਾਹਾਂ ਤੇ ਨੌਕਰੀਆਂ ਦੀ ਸ਼ਰਤਾਂ ਦੀ ਬਿਹਤਰੀ ਬਾਰੇ ਗੱਲਬਾਤ ਕਰਨ ਲਈ ਪੰਚਾਂ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ। ਉਹ ਬਿਨਾਂ ਆਗਿਆ ਹੀ ਆਪਣੀ ਪਲਟਨ 'ਚੋਂ ਪਰਿਵਾਰਕ ਸਮਾਗਮਾਂ ਤੇ ਜਾਂ ਆਪਣੇ ਭਰਾਵਾਂ ਨਾਲ ਫਸਲ ਦੀ ਸਾਂਭ ਸੰਭਾਲ ਲਈ ਚਲੇ ਜਾਂਦੇ। ਸੈਨਿਕਾਂ ਦੇ ਇਸ ਬਾਗੀਆਨਾ ਵਤੀਰੇ ਦਾ ਸਭ ਤੋਂ ਮਾੜਾ ਅਸਰ ਤਾਂ ਵਿਦੇਸ਼ੀ ਅਫਸਰਾਂ ਤੇ ਹੋਇਆ, ਜੋ ਘਬਰਾ ਗਏ। ਬਹੁਤ ਸਾਰੇ ਦਰਬਾਰ ਦੀ ਨੌਕਰੀ ਛੱਡ ਕੇ ਚਲੇ ਗਏ। ਜੋ ਰਹਿ ਗਏ, ਉਹਨਾਂ ਨੇ ਆਪਣੇ ਰੁਪਏ ਪੈਸੇ ਦੇ ਗਹਿਣੇ ਆਦਿ ਹਿੰਦੁਸਤਾਨ ਦੀਆਂ ਬੈਂਕਾਂ ਵਿੱਚ ਭੇਜ ਦਿੱਤੇ ਤੇ ਉਹ ਬਿਨਾਂ ਹਿਚਕਿਚਾਹਟ ਦੇ ਬਰਤਾਨਵੀ ਜਸੂਸਾਂ ਨੂੰ ਖਬਰਾਂ ਦੀ ਜਾਣਕਾਰੀ ਦਿੰਦੇ ਰਹਿੰਦੇ। ਰਾਜ ਪ੍ਰਬੰਧ ਦੇ ਢਿੱਲੇ ਹੋਣ ਤੇ ਕੇਂਦਰੀ ਸ਼ਕਤੀ ਦੇ ਕਮਜ਼ੋਰ ਹੋ ਜਾਣ ਕਾਰਨ ਸੂਬਿਆਂ ਦੇ ਗਵਰਨਰ ਸੁਤੰਤਰ ਹਾਕਮ ਬਣਨ ਦੇ ਸੁਪਨੇ ਲੈਣ ਲੱਗੇ। ਗੁਲਾਬ ਸਿੰਘ ਡੋਗਰੇ ਨੇ ਆਪਣੀ ਹਕੂਮਤ ਦਰਬਾਰ ਦੇ ਇਲਾਕੇ ਤੇ ਕਬਜ਼ਾ ਕਰਕੇ ਵਧਾਉਣੀ ਸ਼ੁਰੂ ਕਰ ਦਿੱਤੀ। ਮੁਸਲਮਾਨ ਕਬਾਇਲੀ, ਖਾਸ ਕਰਕੇ ਹਜ਼ਾਰਾ ਦੇ ਆਸ-ਪਾਸ ਦੇ ਯੂਸਫਜ਼ਈ ਤੇ ਜੇਹਲਮ ਅਤੇ ਸਿੰਧ ਦੇ ਵਿਚਕਾਰਲੇ ਬਲੋਚ ਬੇਕਾਬੂ ਹੋ ਗਏ। ਜਿਉਂ-ਜਿਉਂ ਦਰਬਾਰ ਦੀ ਸ਼ਕਤੀ ਕਮਜ਼ੋਰ ਹੁੰਦੀ ਗਈ, ਅੰਗਰੇਜ਼ਾਂ ਨੇ ਦਖਲ ਦੇਣ ਦੀਆਂ ਯੋਜਨਾਵਾਂ ਨੂੰ ਸਿਰੇ ਚੜਾਉਣ ਦੀ ਤਿਆਰੀ ਕਰ ਲਈ। ਅਫਗਾਨਿਸਤਾਨ ਵਿੱਚ ਉਲਝਣ ਕਾਰਨ ਕੁਝ ਸਮੇਂ ਲਈ ਪੰਜਾਬ ਵਿੱਚ ਉਹਨਾਂ ਦੀ ਸਿੱਧੀ ਦਖਲਅੰਦਾਜ਼ੀ ਨੂੰ ਠੱਲ ਪੈ ਗਈ। ਪਰ ਜਿਉਂ ਹੀ ਅਫਗਾਨਿਸਤਾਨ ਦੇ ਹਾਲਾਤ ਠੀਕ ਹੋ ਗਏ, ਉਹਨਾਂ ਨੇ ਆਪਣੀ ਵਿਸਤਾਰਵਾਦੀ ਨੀਤੀ ਮੁੜ ਸ਼ੁਰੂ ਕਰ ਦਿੱਤੀ। ਮਹਾਰਾਜਾ ਖੜਕ ਸਿੰਘ ਤੇ ਰਾਜਕੁਮਾਰ ਨੌਨਿਹਾਲ ਸਿੰਘ। ਦਰਬਾਰੀਆਂ ਵਿੱਚ ਖੈਬੜਬਾਜੀ ਤਾਂ ਉਸ ਸਮੇਂ ਹੀ ਸ਼ੁਰੂ ਹੋ ਗਈ ਸੀ, ਜਦ ਰਣਜੀਤ ਸਿੰਘ ਦੀ ਮ੍ਰਿਤਕ ਦੇ ਸੰਸਕਾਰ ਲਈ ਮਹਿਲ ਦੇ ਸੌਣ ਵਾਲੇ ਕਮਰੇ ਵਿੱਚ ਰੱਖੀ ਹੋਈ ਸੀ। ਮਹਾਰਾਜਾ ਖੜਕ ਸਿੰਘ ਨੇ ਉਹਨਾਂ ਦੇ ਡਰ ਨੂੰ ਇਹ ਭਰੋਸਾ ਦੇ ਕੇ ਦੂਰ ਕੀਤਾ ਕਿ ਉਹਨਾਂ ਦੀਆਂ ਜਾਗੀਰਾਂ ਨਾਲ ਛੇੜਛਾੜ ਨਹੀਂ ਕੀਤੀ ਜਾਵੇਗੀ, ਪਰੰਤੂ ਉਸਦੇ ਸਬੰਧ ਉਹਦੇ ਭਰਾ ਸ਼ੇਰ ਸਿੰਘ ਨਾਲ ਕੁਝ ਸਮੇਂ ਲਈ ਤਣਾਅ ਤੇ ਖਿੱਚ ਭਰਪੂਰ ਰਹੇ। ਸ਼ੇਰ ਸਿੰਘ ਸਰਕਾਰੀ ਤੌਰ ਤੇ ਮਾਤਮਪੁਰਸ਼ੀ ਤੇ ਆਖਰੀ ਦਿਨ ਲਾਹੌਰ ਆਇਆ ਤੇ ਸ਼ਾਹੀ ਪਰਿਵਾਰ ਦੇ ਸਦੱਸਵੀਆਂ ਵਿੱਚ ਬਾਹਰੀ ਤੌਰ ਤੇ ਦਿਖਾਵੇ ਮਾਤਰ ਇੱਕ ਰੂਪਤਾ ਦਿਖਾਈ ਦੇਣ ਲੱਗੀ। ਖੜਕ ਸਿੰਘ ਨੇ ਪੰਜਾਬ ਦੇ ਮਹਾਰਾਜੇ ਵਜੋਂ ਆਪਣੇ ਪਿਤਾ ਦੀ ਗੱਦੀ ਸੰਭਾਲੀ ਤੇ ਧਿਆਨ ਸਿੰਘ ਨੂੰ ਮੁੜ ਪ੍ਰਧਾਨ ਮੰਤਰੀ ਸਥਾਪਿਤ ਕਰ ਦਿੱਤਾ ਗਿਆ। ਦਰਬਾਰ ਦੀ ਇਹ ਸਰਵ ਸੰਪਤੀ ਬਹੁਤਾ ਚਿਰ ਕਾਇਮ ਨਾ ਰਹੀ। ਨੌਨਿਹਾਲ ਸਿੰਘ ਸੀਮਾ ਉੱਪਰ ਆਪਣੀ ਨੌਕਰੀ ਛੱਡ ਕੇ ਰਾਜ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਾਗਡੋਰ ਸੰਭਾਲਣ ਲਈ ਦ੍ਰਿੜ ਇਰਾਦਾ ਕਰਕੇ ਲਾਹੌਰ ਪਹੁੰਚ ਗਿਆ। ਧਿਆਨ ਸਿੰਘ ਨੇ ਜੋਸ਼ੀਲੇ ਨੌਨਿਹਾਲ ਸਿੰਘ ਨੂੰ ਜ਼ਬਤ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ, ਤਾਂ ਜੋ ਸੋਚ ਸਮਝ ਕੇ ਅਮਲ ਵਿੱਚ ਲਿਆਂਦੀ ਸੰਤੁਲਨ ਭਰਪੂਰ ਯੋਜਨਾ ਵਿਗੜ ਨਾ ਜਾਵੇ। ਉਸਨੇ ਤਾਂ ਸਗੋਂ ਰਾਜਕੁਮਾਰ ਦੇ ਮੁੱਖ ਨੀਤੀ ਫੈਸਲੇ ਦੀ ਭੂਮਿਕਾ ਨੂੰ ਵੀ ਸਵੀਕਾਰ ਕਰ ਲਿਆ ਤੇ ਆਪ ਮੁੱਖ ਸਲਾਹਕਾਰ ਦੀ ਭੂਮਿਕਾ ਨਿਭਾਉਣ ਲਈ ਸਹਿਮਤ ਹੋ ਗਿਆ। ਪਰੰਤੂ ਚੇਤ ਸਿੰਘ ਬਾਜਵਾ ਨੇ ਮਹਾਰਾਜਾ ਖੜਕ ਸਿੰਘ ਨੂੰ ਇਸ ਗੱਲ ਲਈ ਮਨਾ ਲਿਆ ਕਿ ਉਹ ਸ਼ਾਹੀ ਅਧਿਕਾਰਾਂ ਦੇ ਹੜੱਪਣ ਪ੍ਰਤੀ ਆਪਣੀ ਸਹਿਮਤੀ ਨਾ ਦੇਵੇ। ਮਹਾਰਾਜੇ ਨੇ ਆਪਣੇ ਪੁੱਤਰ ਤੇ ਡੋਗਰਾ ਪ੍ਰਧਾਨ ਮੰਤਰੀ ਨੂੰ ਥਾਂ ਸਿਰ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਸਭ ਸੰਬੰਧਿਤ ਲੋਕਾਂ ਨੂੰ ਪਤਾ ਸੀ ਕਿ ਇਹ ਸਭ ਕੁਝ ਚੇਤ ਸਿੰਘ ਬਾਜਵਾ ਵੱਲੋਂ ਪੰਜਾਬੀ ਅਖਾਣ ਅਨੁਸਾਰ ਮਹਾਰਾਜੇ ਦੇ ਮੋਢਿਆਂ ਤੇ ਰੱਖ ਕੇ ਉਹਨਾਂ ਲੋਕਾਂ ਤੇ ਵਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦਾ ਸੀ। ਕੁਝ ਸਮੇਂ ਲਈ ਤਾਂ ਬਾਜਵਾ ਹੀ ਤਖਤ ਦੀ ਸ਼ਕਤੀ ਦਾ ਮਾਲਕ ਬਣ ਗਿਆ। ਤਾਕਤ ਦੇ ਨਸ਼ੇ ਨਾਲ ਉਸ ਦਾ ਸਿਰ ਫਿਰ ਗਿਆ। ਉਹ ਹੰਕਾਰੀ ਹੋ ਗਿਆ ਤੇ ਡੋਗਰਿਆਂ ਪ੍ਰਤੀ ਉਹਦਾ ਵਤੀਰਾ ਅਪਮਾਨਜਨਕ ਹੋ ਗਿਆ। ਧਿਆਨ ਸਿੰਘ ਤੇ ਉਹਦੇ ਪੁੱਤਰ ਦਾ ਸ਼ਾਹੀ ਨਿਵਾਸ ਦਾ ਦਾਖਲਾ ਰੋਕ ਦਿੱਤਾ ਗਿਆ। ਗੁਲਾਬ ਸਿੰਘ ਜੰਮੂ ਜਾਣ ਲਈ ਮਜਬੂਰ ਹੋ ਗਿਆ। ਨੌਨਿਹਾਲ ਸਿੰਘ ਵੀ ਉਪਰਾਮ ਹੋ ਕੇ ਰਾਜਧਾਨੀ ਤੋਂ ਚਲਾ ਗਿਆ ਤੇ ਉੱਤਰ ਪੱਛਮ ਵਿੱਚ ਅਫਗਾਨਾਂ ਵਿਰੁੱਧ ਮੁਹਿੰਮਾਂ ਵਿੱਚ ਰੁੱਝ ਗਏ। ਮੰਤਰੀਆਂ ਵਿੱਚ ਮਤਭੇਦ ਲੋਕਾਂ ਵਿੱਚ ਭੰਡੀ ਤੇ ਚਰਚਾ ਦਾ ਵਿਸ਼ਾ ਬਣ ਗਿਆ। ਕੰਵਰ ਨੌਨਿਹਾਲ ਸਿੰਘ ਨੇ ਦਖਲ ਦੇਣ ਦਾ ਫੈਸਲਾ ਕਰ ਲਿਆ। ਉਹ ਅਗਸਤ 1839 ਈਸਵੀ ਵਿੱਚ
ਲਾਹੌਰ ਆ ਗਿਆ ਤੇ ਮਹਾਰਾਜੇ ਨੂੰ ਦੱਸ ਦਿੱਤਾ ਕਿ ਸਾਰੇ ਸਲਾਹਕਾਰਾਂ ਦੀ ਸੋਚ ਵਿਚਾਰ ਉਪਰੰਤ ਇਹੋ ਰਾਏ ਹੈ ਕਿ ਬਾਜਵੇ ਨੂੰ ਬਰਖਾਸਤ ਕਰ ਦਿੱਤਾ ਜਾਵੇ। ਮਹਾਰਾਜੇ ਨੇ ਇਹ ਸਲਾਹ ਸਿਰਫ ਅਣਗੌਲੀ ਹੀ ਨਾ ਕਰ ਦਿੱਤੀ, ਸਗੋਂ ਜਾਗੀਰ ਦੇਣ ਤੋਂ ਪਹਿਲਾਂ ਬਾਜਵੇ ਵੱਲੋਂ ਮਨਜ਼ੂਰੀ ਦੀ ਸ਼ਰਤ ਲਾ ਦਿੱਤੀ। ਰਾਜਕੁਮਾਰ ਨੇ ਕਲਾਰਕ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ, ਜੋ ਉਸ ਸਮੇਂ ਵਿਹਾਰਕ ਤੇ ਪਰਚਾਉਣੀ ਲਈ ਲਾਹੌਰ ਆਇਆ ਹੋਇਆ ਸੀ, ਤੇ ਉਸ ਵੱਲੋਂ ਭਰੋਸਾ ਦਵਾਏ ਜਾਣ ਤੇ ਕਿ ਅੰਗਰੇਜ਼ਾਂ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਜਾਵੇਗਾ, ਚੁੱਪਚਾਪ ਰਾਜ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ। 9 ਅਕਤੂਬਰ 1839 ਨੂੰ ਰਾਜਕੁਮਾਰ ਦੀ ਅਗਵਾਈ ਵਿੱਚ 20 ਸੈਨਿਕਾਂ ਦਾ ਇੱਕ ਦਲ ਤੇ 3 ਡੋਗਰੇ ਭਰਾ ਮਹਾਰਾਜੇ ਦੀ ਖੁਆਬਗਾਹ ਵਿੱਚ ਦਾਖਲ ਹੋ ਗਏ ਤੇ ਬਦਕਿਸਮਤ ਚੇਤ ਸਿੰਘ ਨੂੰ ਉਸ ਦੀ ਲੁਕਣਗਾਹ ਤੋਂ ਧੂ ਲਿਆ ਤੇ ਉਸ ਨੂੰ ਮਹਾਰਾਜੇ ਦੇ ਸਾਹਮਣੇ ਲੈ ਆਏ। ਧਿਆਨ ਸਿੰਘ ਨੇ ਆਪਣੇ ਹੱਥੀਂ ਚੇਤ ਸਿੰਘ ਦੀਆਂ ਆਂਦਰਾਂ ਚੀਰ ਦਿੱਤੀਆਂ ਤੇ ਉੱਚੀ ਦੇਣੇ ਲਲਕਾਰਾ ਮਾਰ ਕੇ ਕਿਹਾ, ਇਹ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਖਾਤਰ ਕੀਤਾ ਜਾ ਰਿਹਾ ਹੈ। ਮਹਾਰਾਜਾ ਖੜਕ ਸਿੰਘ ਨੇ ਚੁੱਪਚਾਪ ਆਪਣੇ ਬੇਧੜਕ ਤੇ ਅੱਖੜ ਬੇਟੇ ਦੀ ਅਧੀਨਗੀ ਪ੍ਰਵਾਨ ਕਰ ਲਈ। ਨੌਨਿਹਾਲ ਸਿੰਘ ਨੇ ਕਿਲੇ ਵਿਚਲੇ ਮਹਿਲ ਤੇ ਕਬਜ਼ਾ ਕਰ ਲਿਆ ਤੇ ਹਰ ਪੱਖੋਂ ਬਿਨਾਂ ਨਾਮ ਤੋਂ ਉਹ ਪੰਜਾਬ ਦਾ ਮਹਾਰਾਜਾ ਬਣ ਗਿਆ। ਉਸ ਦਾ ਵਤੀਰਾ ਖਰੂਦੀ ਤੇ ਹੂੜਮਤੀਏ ਦੀ ਥਾਵੇਂ ਹੁਣ ਵਾਸਤਲੀ ਮਰਿਆਦਾ ਅਨੁਸਾਰ ਹੋ ਗਿਆ। ਉਸਨੇ ਸਭ ਰਸਮੀ ਕਾਰਜ ਆਪਣੇ ਪਿਤਾ ਦੇ ਅਧਿਕਾਰ ਵਿੱਚ ਰਹਿਣ ਦਿੱਤੇ, ਜਦੋਂ ਕਿ ਸਾਰੇ ਪ੍ਰਬੰਧਕੀ ਕਾਰਜ ਉਸਨੇ ਆਪਣੇ ਹੱਥਾਂ ਵਿੱਚ ਲੈ ਲਏ। ਉਸਨੇ ਸਾਰੇ ਮੰਤਰੀਆਂ, ਪ੍ਰਾਂਤਾਂ ਦੇ ਗਵਰਨਰਾਂ ਤੇ ਜਰਨੈਲਾਂ ਨੂੰ, ਜਿਹੜੇ ਬਿਮਾਰ ਰਣਜੀਤ ਸਿੰਘ ਤੇ ਉਤਸ਼ਾਹਹੀਨ ਖੜਕ ਸਿੰਘ ਦੇ ਰਾਜ ਸਮੇਂ ਆਪਣੀ ਮਰਜ਼ੀ ਨਾਲ ਰਾਜ ਕਰਨ ਦੇ ਆਦੀ ਹੋ ਗਏ ਸਨ, ਦੱਸ ਦਿੱਤਾ ਕਿ ਉਹ ਨਿੱਜੀ ਤੌਰ ਤੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਹਕੂਮਤ ਕਰਨ ਦਾ ਇਰਾਦਾ ਰੱਖਦਾ ਸੀ। ਉਹ ਛੇਤੀ ਹੀ ਰਾਜਕੁਮਾਰ ਦੀ ਸਖਤ ਤੇ ਮਜ਼ਬੂਤ ਹਕੂਮਤ ਤੋਂ ਚਿੜ ਗਏ, ਪਰੰਤੂ ਰਾਜਕੁਮਾਰ ਨੇ ਆਪਣੇ ਸਲਾਹਕਾਰਾਂ ਦੀ ਸਲਾਹ ਦੇ ਉਲਟ ਅਫਗਾਨਿਸਤਾਨ ਤੋਂ ਮੁੜ ਰਹੀਆਂ ਬਰਤਾਨਵੀ ਫੌਜਾਂ ਨੂੰ ਪੰਜਾਬ ਰਾਹੀਂ ਲੰਘਣ ਦੀ ਆਗਿਆ ਦੇ ਕੇ ਅੰਗਰੇਜ਼ਾਂ ਦਾ ਸਮਰਥਨ ਪ੍ਰਾਪਤ ਕਰ ਲਿਆ। 2 ਕੁ ਮਹੀਨਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਮਹਿਸੂਸ ਕਰ ਲਿਆ ਸੀ ਕਿ ਜਿਵੇਂ ਰਣਜੀਤ ਸਿੰਘ ਦੀ ਰੂਹ ਨੌਨਿਹਾਲ ਦੇ ਰੂਪ ਵਿੱਚ ਪੁਨਰ ਸਰਜੀਤ ਹੋ ਗਈ ਸੀ। ਨੌਨਿਹਾਲ ਸਿੰਘ ਦੀਆਂ ਮੁਸੀਬਤਾਂ ਦਾ ਕਾਰਨ ਡੋਗਰੇ ਬਣੇ। ਮਈ 1840 ਦੇ ਸ਼ੁਰੂ ਵਿੱਚ ਹੀ ਜਨਰਲ ਜ਼ੋਰਾਵਰ ਸਿੰਘ ਨੇ ਇਸ ਕਰਦੂ ਤੋਂ ਸੂਚਨਾ ਭੇਜੀ ਕਿ ਲੋਕਾਂ ਵਿੱਚ ਆਪਣੇ ਹਾਕਮ ਅਹਿਮਦ ਸ਼ਾਹ ਪ੍ਰਤੀ ਅਸੰਤੋਸ਼ ਵੇਖ ਕੇ ਉਸਨੇ ਦਖਲ ਦੇ ਕੇ ਉਹਦੇ ਪੁੱਤਰ ਮੁਹੰਮਦ ਸ਼ਾਹ ਨੂੰ ਤਖਤ ਤੇ ਬਿਠਾ ਦਿੱਤਾ ਸੀ ਤੇ ਆਪਣਾ ਅਧਿਕਾਰ ਮਜ਼ਬੂਤੀ ਨਾਲ ਕਾਇਮ ਕਰ ਲਿਆ ਸੀ। ਨੌਨਿਹਾਲ ਸਿੰਘ ਨੇ ਉਸ ਇਲਾਕੇ ਉੱਪਰ ਅਧਿਕਾਰ ਨੂੰ ਤਾਂ ਪ੍ਰਵਾਨਗੀ ਦੇ ਦਿੱਤੀ, ਪਰ ਉਹਦੀ ਇਹ ਇੱਛਾ ਬਿਲਕੁਲ ਨਹੀਂ ਸੀ ਕਿ ਡੋਗਰੇ ਲਘੂ ਤਿੱਬਤ ਵਿੱਚ ਬਾਦਸ਼ਾਹਗਰ ਬਣ ਜਾਣ। ਇਸ ਲਈ ਉਸਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਅਹਿਮਦ ਸ਼ਾਹ ਨੂੰ ਖਿਰਾਜ ਦੇਣ ਦੀ ਸ਼ਰਤ ਤੇ ਗੱਦੀ ਤੇ ਪੁਨਰ ਸਥਾਪਿਤ ਕਰ ਦਿੱਤਾ ਜਾਵੇ। ਜ਼ੋਰਾਵਰ ਸਿੰਘ ਨੇ ਆਪਣੇ ਅਧਿਰਾਜ ਗੁਲਾਬ ਸਿੰਘ ਡੋਗਰੇ ਨਾਲ ਸੰਪਰਕ ਕੀਤਾ ਤੇ ਦੋਵੇਂ ਰਾਜਕੁਮਾਰ ਦੀ ਹੁਕਮ ਅਦੂਲੀ ਕੀਤੇ ਬਿਨਾਂ ਹੀ ਛਲ ਕਰਨ ਦੇ ਢੰਗ ਸੋਚਣ ਲੱਗੇ। ਰਾਜਕੁਮਾਰ ਨੂੰ ਮਹਿਸੂਸ ਹੋਇਆ ਕਿ ਡੋਗਰੇ ਬੇਜਾ ਤੇ ਗੈਰ ਮੁਨਾਸਿਬ ਤੌਰ ਤੇ ਅਧਿਕ ਸ਼ਕਤੀਸ਼ਾਲੀ ਹੋ ਗਏ ਸਨ। ਉਹਨਾਂ ਦੀ ਬਹੁਤੀ ਅਧਿਕ ਦੌਲਤ ਲੂਣ ਦੀਆਂ ਖਾਣਾਂ ਦੇ ਸ਼ੋਸ਼ਣ ਕਰਕੇ ਸੀ, ਜਿਸ ਤੇ ਉਹਨਾਂ ਦੀ ਅਜ਼ਾਰੇਦਾਰੀ ਸੀ। ਰਾਜਕੁਮਾਰ ਉਹਨਾਂ ਦੀ ਅਜ਼ਾਰੇਦਾਰੀ ਸਮਾਪਤ ਕਰਨ ਦਾ ਇੱਛਕ ਸੀ ਤਾਂ ਜੋ ਲੋਕਾਂ ਨੂੰ ਲੂਣ ਸਸਤਾ ਮਿਲ ਸਕੇ। ਇਸ ਪਾਸੇ ਉਹਦੇ ਕੋਈ ਕਦਮ ਉਠਾਉਣ ਤੋਂ ਪਹਿਲਾਂ ਹੀ ਗੁਲਾਬ ਸਿੰਘ ਨੇ ਆਪਣੇ ਗੁਆਂਢੀ ਮੰਡੀ ਦੇ ਰਾਜੇ ਨੂੰ ਦਰਬਾਰ ਦੇ ਵਿਰੁੱਧ ਵਿਦਰੋਹ ਕਰਨ ਲਈ ਭੜਕਾਇਆ। ਨੌਨਿਹਾਲ ਸਿੰਘ ਨੇ 2 ਅਫਸਰਾਂ ਅਜੀਤ ਸਿੰਘ ਸੰਧਾਵਾਲੀਆ ਤੇ ਵੈਂਤੂਰਾ ਨੂੰ, ਜੋ ਡੋਗਰਿਆਂ ਦੇ ਵਿਰੋਧੀ ਸਮਝੇ ਜਾਂਦੇ ਸਨ, ਮੰਡੀ ਦੇ ਰਾਜੇ ਤੋਂ ਅਧੀਨਗੀ ਪ੍ਰਵਾਨ ਕਰਵਾਉਣ ਲਈ ਭੇਜਿਆ। ਇਹ ਕਾਰਜ ਨੇਪਰੇ ਚੜ੍ਹ ਕੇ ਦਰਬਾਰ ਦੀ ਫੌਜ ਮੰਡੀ ਦੇ ਰਾਜੇ ਨੂੰ ਕੈਦ ਕਰਕੇ ਅੰਮ੍ਰਿਤਸਰ ਲੈ ਆਈ। ਵੈਂਤੂਰਾ ਨੇ ਪਹਾੜਾਂ ਵਿੱਚ ਪੁਲਿਸ ਥਾਣਿਆਂ ਦਾ ਸਿਲਸਿਲਾ ਸਥਾਪਿਤ ਕਰ ਦਿੱਤਾ। ਨੌਨਿਹਾਲ ਸਿੰਘ ਦੀ ਹਦਾਇਤ ਅਨੁਸਾਰ ਰਾਜਵਾੜਿਆਂ ਵੱਲੋਂ ਲਾਏ ਗਏ ਮਨ ਮਰਜ਼ੀ ਦੇ ਘਰ ਖਤਮ ਕਰ ਦਿੱਤੇ ਗਏ ਤੇ ਪਹਾੜੀ ਤਬਕਿਆਂ ਦੇ ਗਰੀਬ ਲੋਕਾਂ ਵਿੱਚ ਬੱਚਿਆਂ ਤੇ ਤੀਵੀਆਂ ਨੂੰ ਮੁੱਲ ਵੇਚਣ ਦੇ ਰਿਵਾਜ ਤੇ ਪਾਬੰਦੀ ਲਾ ਦਿੱਤੀ। ਵੈਂਤੂਰਾ ਦੀ ਮੁਹਿੰਮ ਨਾਲ ਕੁਝ ਸਮੇਂ ਲਈ ਪਹਾੜੀ ਲੋਕਾਂ ਨੂੰ ਅਧੀਨ ਕਰਨ ਵਿੱਚ ਸਫਲਤਾ ਮਿਲ ਗਈ। 1840 ਦੀਆਂ ਗਰਮੀਆਂ ਵਿੱਚ ਲਾਹੌਰ ਦੇ ਕਿਲੇ ਤੋਂ ਤੋਪਾਂ ਦੇ ਗੋਲੇ ਡੋਗਰਿਆਂ ਦੇ ਸਮਰਥਕ ਪਹਾੜੀ ਲੋਕਾਂ ਉੱਪਰ ਜਿੱਤ ਦੀ ਖੁਸ਼ੀ ਵਿੱਚ ਦਾਗੇ ਜਾਂਦੇ ਰਹੇ। ਅੰਗਰੇਜ਼ਾਂ ਨਾਲ ਸਬੰਧ ਮੈਤਰੀਪੂਰਨ ਸਨ। ਅਫਗਾਨਾਂ ਦੀ ਬਹੁਤੀ ਤਾਕਤ ਨਹੀਂ ਸੀ। ਮੁਲਕ ਵਿੱਚ ਸ਼ਾਂਤੀ ਸੀ। ਲੋਕਾਂ ਨੂੰ ਮਹਿਸੂਸ ਹੋਣ ਲੱਗਾ ਕਿ ਪੁਰਾਣੇ ਸ਼ਾਨਾਂ ਮੱਤੇ ਦਿਨ ਵਾਪਸ ਆ ਗਏ ਹਨ, ਪਰੰਤੂ ਗਰਮੀ ਰੋਧ ਦੀਆਂ ਜਿੱਤਾਂ ਝਿਲਮਿਲਾਉਂਦੀ ਬੱਤੀ ਦੀ ਬੁਝਣ ਤੋਂ ਪਹਿਲਾਂ ਹੀ ਆਖਰੀ ਫੜਫੜਾਹਟ ਸਨ। ਖਰਾਬੀ ਉੱਪਰੋਂ ਸ਼ੁਰੂ ਹੋਈ ਤੇ ਸਾਰੇ ਢਾਂਚੇ ਵਿੱਚ ਹੀ ਫੈਲ ਗਈ। ਮਹਾਰਾਜਾ ਖੜਕ ਸਿੰਘ, ਜੋ ਬਿਲਕੁਲ ਵਿਹਲਾ ਤੇ ਨਕਾਰਾ ਹੋ ਗਿਆ ਸੀ, ਉਹ ਵਧੇਰੇ ਸ਼ਰਾਬ ਪੀਣ ਲੱਗ ਪਿਆ ਤੇ ਵਧੇਰੇ ਮਾਤਰਾ ਵਿੱਚ ਹੀ ਉਸਨੇ ਅਫੀਮ ਖਾਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਹ ਉੱਕਾ ਹੀ ਮੰਦ ਬੁੱਧੀ ਵਾਲਾ ਬਣ ਗਿਆ ਸੀ। 5 ਨਵੰਬਰ 1840 ਨੂੰ ਉਹ ਬੁਖਾਰ ਤੇ ਪੇਚਿਸ ਦੇ ਰੋਗ ਨਾਲ ਮਰ ਗਿਆ। ਉਸ ਦੇ ਦਾਹ ਸੰਸਕਾਰ ਤੇ ਉਸ ਦੀਆਂ 2 ਪਤਨੀਆਂ ਸਤੀ ਹੋਣ ਲਈ ਚਿਤਾ ਉੱਪਰ ਬੈਠ ਗਈਆਂ। ਉਹਨਾਂ ਨੇ ਨੌਨਿਹਾਲ ਸਿੰਘ ਤੇ ਧਿਆਨ ਸਿੰਘ ਦੋਹਾਂ ਦੇ ਹੱਥ ਮ੍ਰਿਤਕ ਮਹਾਰਾਜੇ ਦੀ ਛਾਤੀ ਤੇ ਰਖਵਾ ਕੇ ਇਹ ਸਹੁੰ ਚੁਕਵਾਈ ਕਿ ਉਹ ਬੜੀ ਵਫਾਦਾਰੀ ਤੇ ਸੁਹਿਰਦਤਾ ਨਾਲ ਰਾਜ ਦੀ ਸੇਵਾ ਦਾ ਪਵਿੱਤਰ ਕਾਰਜ ਕਰਨਗੇ। ਪਰ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ।
ਨੌ ਨਿਹਾਲ ਸਿੰਘ ਨੇ ਮਹਾਰਾਜਾ ਖੜਕ ਸਿੰਘ ਦੀ ਦੇਹ ਤੇ ਉਸ ਦੀਆਂ ਪਤਨੀਆਂ ਨੂੰ ਲਾਂਬੂ ਲਾਇਆ, ਮਾਤਮ ਕਰਨ ਵਾਲਿਆਂ ਨੂੰ ਵਿਦਾ ਕੀਤਾ ਤੇ ਮਹਿਲ ਵੱਲ ਨੂੰ ਤੁਰ ਪਿਆ। ਜਿਉਂ ਹੀ ਉਹ ਹਜੂਰੀ ਬਾਗ ਦੇ ਦਰਵਾਜ਼ੇ ਹੇਠੋਂ ਲੰਘ ਰਿਹਾ ਸੀ ਤਾਂ ਦਰਵਾਜ਼ੇ ਦੀ ਮਹਿਰਾਬ ਉਸ ਉੱਪਰ ਡਿੱਗ ਪਈ। ਗੁਲਾਬ ਸਿੰਘ ਡੋਗਰੇ ਦਾ ਲੜਕਾ ਥਾਂ ਹੀ ਮਰ ਗਿਆ। ਧਿਆਨ ਸਿੰਘ ਤੇ ਦੀਨਾਨਾਥ ਸਮੇਤ ਕਈ ਹੋਰ ਜ਼ਖਮੀ ਹੋ ਗਏ। ਨੌ ਨਿਹਾਲ ਸਿੰਘ ਦੀ ਖੋਪਰੀ ਟੁੱਟ ਗਈ। ਧਿਆਨ ਸਿੰਘ ਬੇਹੋਸ਼ ਨੌ ਨਿਹਾਲ ਸਿੰਘ ਨੂੰ ਚੁਕਵਾ ਕੇ ਮਹਿਲ ਵਿੱਚ ਲੈ ਗਿਆ। ਭਾਵੇਂ ਇਸ ਬਾਰੇ ਕੋਈ ਸੰਦੇਹ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਦਾ ਅੰਤ ਹੋਣ ਹੀ ਵਾਲਾ ਹੈ, ਪਰ ਉਸ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਰਾਜਕੁਮਾਰ ਠੀਕ ਠਾਕ ਹੈ। ਜਦੋਂ ਕੁਝ ਸਮੇਂ ਪਿੱਛੋਂ ਨੌ ਨਿਹਾਲ ਸਿੰਘ ਦੀ ਮੌਤ ਹੋ ਗਈ ਤਾਂ ਪ੍ਰਧਾਨ ਮੰਤਰੀ ਨੇ ਉਸ ਦੀ ਮੌਤ ਦੀ ਖਬਰ ਤਖਤ ਨਸ਼ੀਨੀ ਦੀ ਸਮੱਸਿਆ ਸੁਲਝ ਜਾਣ ਤੱਕ ਛੁਪਾ ਕੇ ਰੱਖਣ ਦਾ ਹੁਕਮ ਦੇ ਦਿੱਤਾ। ਕੌਂਸਲ ਦੇ ਸ੍ਰੇਸ਼ਟ ਵਿਅਕਤੀਆਂ ਨਾਲ ਸਲਾਹ ਕਰਨ ਪਿੱਛੋਂ ਉਸਨੇ ਤੁਰੰਤ ਹੀ ਸ਼ੇਰ ਸਿੰਘ ਨੂੰ ਲਾਹੌਰ ਪਹੁੰਚਣ ਦਾ ਸੱਦਾ ਭੇਜ ਦਿੱਤਾ। ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਸੀ ਕਿ ਸ਼ੇਰ ਸਿੰਘ ਤਖਤ ਤੇ ਬੈਠਣ ਲਈ ਸਭ ਤੋਂ ਵਧੇਰੇ ਯੋਗ ਸੀ। ਉਹ ਫੌਜ ਵਿੱਚ ਹਰਮਨ ਪਿਆਰਾ ਸੀ, ਮਿਲਨਸਾਰ ਤੇ ਸ਼ਿਸ਼ਟਾਚਾਰੀ ਸੀ ਤੇ ਅੰਗਰੇਜ਼, ਜਿਨ੍ਹਾਂ ਦੇ ਵਿਚਾਰਾਂ ਦਾ ਵੀ ਦਰਬਾਰ ਉੱਪਰ ਪ੍ਰਭਾਵ ਸੀ, ਉਸ ਨੂੰ ਪ੍ਰਵਾਨ ਕਰਦੇ ਸਨ। ਧਿਆਨ ਸਿੰਘ ਦੀ ਯੋਜਨਾ ਕੌਂਸਲ ਵਿੱਚ ਆਪਣੇ ਵਿਰੋਧੀਆਂ ਦੀਆਂ ਵਿਉਂਤਾਂ ਨੂੰ ਅਸਫਲ ਬਣਾਉਣਾ ਸੀ, ਜਿਨ੍ਹਾਂ ਨੇ ਖੜਕ ਸਿੰਘ ਦੀ ਵਿਧਵਾ ਚੰਦ ਕੌਰ ਦਾ ਸਮਰਥਨ ਕਰਨ ਦਾ ਫੈਸਲਾ ਕਰ ਲਿਆ ਸੀ ਤੇ ਉਹਨਾਂ ਨੇ ਉਸ ਨੂੰ ਤੇ ਉਸ ਦੇ ਨਿਕਟ ਸੰਬੰਧੀਆਂ ਨੂੰ ਲਾਹੌਰ ਆਉਣ ਲਈ ਬੁਲਾਵਾ ਭੇਜ ਦਿੱਤਾ ਸੀ। ਧਿਆਨ ਸਿੰਘ ਡੋਗਰੇ ਨੇ ਸਾਜ਼ਿਸ਼ੀਆਂ ਦੀ ਸਕੀਮ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਚੰਦ ਕੌਰ ਨਾਲ ਕਿਸੇ ਸਮਝੌਤੇ ਤੇ ਪਹੁੰਚਣ ਲਈ ਤਾਂਬੜ-ਤੋੜ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਉਸ ਨੇ ਵਕਤੀ ਤੌਰ ਤੇ ਚੰਦ ਕੌਰ ਨੂੰ ਰਾਣੀ ਦੀ ਸਨਮਾਨ ਸੂਚਕ ਪਦਵੀ ਗ੍ਰਹਿਣ ਕਰਨ ਤੇ ਸ਼ੇਰ ਸਿੰਘ ਨੂੰ ਅਫਸਰ ਕਲਾਂ ਯਾਨੀ ਮੁੱਖ ਸਲਾਹਕਾਰ ਦੀ ਪਦਵੀ ਤੇ ਨਿਯੁਕਤੀ ਦੇਣ ਲਈ ਬਣਾ ਲਿਆ। ਉਸ ਨੇ ਅੰਗਰੇਜ਼ ਪ੍ਰਤੀਨਿਧ ਨੂੰ ਬੁਲਾਇਆ ਤੇ ਸਭ ਦਰਬਾਰੀਆਂ ਦੀ ਹਾਜ਼ਰੀ ਵਿੱਚ ਉਸਨੇ ਕਿਹਾ ਕਿ ਉਹ ਆਪਣੀ ਸਰਕਾਰ ਨੂੰ ਇਹ ਸੂਚਨਾ ਭੇਜ ਦੇਵੇ ਕਿ ਸਰਬੱਤ ਖਾਲਸਾ ਦੀ ਸਰਬਸੰਮਤੀ ਦੇ ਸਮਝੌਤੇ ਨਾਲ ਇਹ ਫੈਸਲਾ ਪ੍ਰਵਾਨ ਹੋ ਗਿਆ ਹੈ। ਇਸ ਬੈਠਕ ਤੋਂ ਕੁਝ ਘੰਟੇ ਪਿੱਛੋਂ ਸ਼ੇਰ ਸਿੰਘ ਲਾਹੌਰ ਪਹੁੰਚ ਗਿਆ। ਨੌ ਨਿਹਾਲ ਸਿੰਘ ਦੀ ਮੌਤ ਦੀ ਖਬਰ ਦੱਸ ਦਿੱਤੀ ਗਈ ਤੇ ਸ਼ੇਰ ਸਿੰਘ ਦੀ ਜਾਨਸ਼ੀਨੀ ਦਾ ਐਲਾਨ ਕਰ ਦਿੱਤਾ ਗਿਆ। ਦੁਪਹਿਰ ਮਗਰੋਂ ਨੌ ਨਿਹਾਲ ਸਿੰਘ ਦੀ ਮ੍ਰਿਤਕ ਦੇਹ ਵੀ ਉਸੇ ਥਾਂ ਲਿਜਾਈ ਗਈ ਜਿੱਥੇ ਉਸ ਦੇ ਪਿਤਾ ਦੀ ਰਾਖ ਅਜੇ ਧੋਖੀ ਰਹੀ ਸੀ। ਰਾਜਕੁਮਾਰ ਦੀਆਂ ਦੋ ਪਤਨੀਆਂ ਉਸ ਨਾਲ ਚਿਤਾ ਤੇ ਬੈਠ ਗਈਆਂ। ਇੱਕ ਨੇ ਸ਼ੇਰ ਸਿੰਘ ਦੀ ਦਸਤਾਰ ਤੇ ਸ਼ਾਹੀ ਚਿੰਨ੍ਹ ਕਲਗੀ ਲਗਾ ਦਿੱਤੀ ਤੇ ਦੂਸਰੀ ਨੇ ਧਿਆਨ ਸਿੰਘ ਦੇ ਮੱਥੇ ਤੇ ਕੇਸਰ ਦਾ ਤਿਲਕ ਇਸ ਸੰਕੇਤ ਵਜੋਂ ਲਗਾ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਸੀ। ਮੌਤ ਤੋਂ ਪਹਿਲਾਂ ਸਤੀਆਂ ਨੇ ਰਾਜਕੁਮਾਰ ਤੇ ਮੰਤਰੀ ਨੂੰ ਰਾਜ ਨਾਲ ਵਫਾਦਾਰੀ ਕਰਨ ਦੀ ਸਹੁੰ ਚੁਕਾਈ। ਮਹਾਰਾਣੀ ਚੰਦ ਕੌਰ ਤੇ ਮਹਾਰਾਜਾ ਸ਼ੇਰ ਸਿੰਘ। ਚੰਦ ਕੌਰ ਛੇਤੀ ਹੀ ਆਪਣੇ ਪਤੀ ਤੇ ਪੁੱਤਰ ਦੀ ਮੌਤ ਦੇ ਦੋਹਰੇ ਹਾਦਸੇ ਤੋਂ ਉੱਭਰ ਆਈ। ਉਸ ਨੇ ਇਸ ਤਰਾਸਦੀ ਤੇ ਦੁਖਾਂਤ ਕਾਰਨ ਮਿਲੀ ਹਮਦਰਦੀ ਦਾ ਲਾਭ ਆਪਣੇ ਹੱਕ ਵਿੱਚ ਵਰਤਿਆ ਤੇ ਤਾਜ ਉੱਪਰ ਆਪਣਾ ਦਾਅਵਾ ਜਤਾਇਆ। ਉਸ ਨੇ ਧਿਆਨ ਸਿੰਘ ਦੇ ਅਸਰ ਰਸੂਖ ਦਾ ਟਾਕਰਾ ਕਰਨ ਲਈ ਉਹਦੇ ਭਰਾ ਗੁਲਾਬ ਸਿੰਘ ਡੋਗਰੇ ਨੂੰ ਜੰਮੂ ਤੋਂ ਬੁਲਾ ਲਿਆ। ਧਿਆਨ ਸਿੰਘ ਨੇ ਕਈ ਸਮਝੌਤਿਆਂ ਦੀਆਂ ਤਜਵੀਜ਼ਾਂ ਰੱਖੀਆਂ। ਇੱਕ ਇਹ ਸੀ ਕਿ ਉਹ ਸ਼ੇਰ ਸਿੰਘ ਨਾਲ ਵਿਆਹ ਕਰਵਾ ਲਵੇ, ਨਹੀਂ ਤਾਂ ਉਹ ਸ਼ੇਰ ਸਿੰਘ ਦੇ ਲੜਕੇ ਪ੍ਰਤਾਪ ਸਿੰਘ ਨੂੰ ਆਪਣਾ ਮੁਤਬੰਨਾ ਬਣਾ ਕੇ ਗੋਦ ਲੈ ਲਵੇ। ਚੰਦ ਕੌਰ ਨੇ ਵਿਆਹ ਦੀ ਪੇਸ਼ਕਸ਼ ਰੱਦ ਕਰ ਦਿੱਤੀ। ਉਹ ਉਸ ਆਦਮੀ ਨਾਲ ਕਿਵੇਂ ਵਿਆਹ ਕਰ ਸਕਦੀ ਸੀ ਜਿਸ ਨੂੰ ਉਹ ਸ਼ੇਰੂ ਲਲਾਰੀ ਦਾ ਪੁੱਤ ਕਹਿੰਦੀ ਰਹੀ ਸੀ। ਉਸ ਨੇ ਪ੍ਰਤਾਪ ਸਿੰਘ ਨੂੰ ਗੋਦੀ ਲੈਣ ਦੀ ਪੇਸ਼ਕਸ਼ ਵੀ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਮੁਤਬੰਨਾ ਬਣਾ ਲੈਣ ਦੀ ਗੱਲ ਕਰਕੇ ਟਾਲ ਦਿੱਤੀ। ਉਸ ਨੇ ਇਹ ਗੱਲ ਵੀ ਧਮਾ ਦਿੱਤੀ ਕਿ ਨੌ ਨਿਹਾਲ ਸਿੰਘ ਦੀ ਇੱਕ ਵਿਧਵਾ ਗਰਭਵਤੀ ਸੀ। ਧਿਆਨ ਸਿੰਘ ਨੇ ਉਸ ਨੂੰ ਮਨਾਉਣ ਦੀ ਪੂਰੀ ਵਾਹ ਲਾਈ। ਉਸ ਨੇ ਆਪਣੀ ਦਸਤਾਰ ਉਸ ਦੇ ਪੈਰਾਂ ਤੇ ਧਰ ਦਿੱਤੀ ਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਰਾਜ ਮਾਤਾ ਦੀ ਪਦਵੀ ਗ੍ਰਹਿਣ ਕਰੇ ਤੇ ਸ਼ੇਰ ਸਿੰਘ ਨੂੰ ਰਾਜ ਪ੍ਰਤੀਨਿਧ ਕੌਂਸਲ ਦਾ ਮੁਖੀ ਸਵੀਕਾਰ ਕਰ ਲਵੇ। ਚੰਦ ਕੌਰ ਨੇ ਉਹ ਤਜਵੀਜ਼ ਪਾੜ ਦਿੱਤੀ। ਦਰਬਾਰ ਵਿੱਚ ਇੱਕ ਤੂਫਾਨੀ ਦ੍ਰਿਸ਼ ਵਿੱਚ ਧਿਆਨ ਸਿੰਘ ਨੇ ਚੰਦ ਕੌਰ ਨੂੰ ਸ਼ਰਾਰਤੀਆਂ ਦੀਆਂ ਗੱਲਾਂ ਸੁਣਨ ਤੇ ਖਤਰਿਆਂ ਬਾਰੇ ਸਾਵਧਾਨ ਕੀਤਾ। ਉਸ ਨੇ ਉਸ ਨੂੰ ਕਿਹਾ ਕਿ ਪੰਜਾਬ ਦਾ ਰਾਜ ਨਾ ਉਸ ਦਾ ਹੈ ਤੇ ਨਾ ਹੀ ਸ਼ੇਰ ਸਿੰਘ ਦਾ ਤੇ ਨਾ ਹੀ ਸ਼ਾਹੀ ਵੰਸ਼ ਦੇ ਕਿਸੇ ਹੋਰ ਦਾਅਵੇਦਾਰ ਦਾ। ਇਹ ਸਰਕਾਰ ਤਾਂ ਸਮੁੱਚੇ ਖਾਲਸਾ ਪੰਥ ਦੀ ਹੈ। ਮੁਲਕ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਜੋਤਸ਼ੀ ਖਾਲਸਾ ਰਾਜ ਦੀ 1840 ਵਿੱਚ ਖਾਤਮੇ ਦੀ ਭਵਿੱਖਬਾਣੀ ਕਰ ਚੁੱਕੇ ਸਨ। ਕੁਝ ਦਿਨ ਮਗਰੋਂ ਦੋ ਸੰਦਾਂ ਵਾਲੀਏ ਸਰਦਾਰ ਅਜੀਤ ਸਿੰਘ ਤੇ ਅਤਰ ਸਿੰਘ ਲਾਹੌਰ ਪਹੁੰਚ ਗਏ ਤੇ ਰਾਜ ਦੀ ਵਾਗਡੋਰ ਸੰਭਾਲੀ। 2 ਦਸੰਬਰ 1840 ਨੂੰ ਚੰਦ ਕੌਰ ਨੂੰ ਪੰਜਾਬ ਦੀ ਮਹਾਰਾਣੀ ਘੋਸ਼ਿਤ ਕਰ ਦਿੱਤਾ ਗਿਆ ਤੇ ਉਸ ਨੂੰ ਮਲਕਾ ਮੁਕੱਦਸ ਦੀ ਉਪਾਧੀ ਦਿੱਤੀ ਗਈ। ਅਗਲੇ ਦਿਨ ਸ਼ੇਰ ਸਿੰਘ ਮਜਬੂਰ ਹੋ ਕੇ ਰਾਜਧਾਨੀ ਛੱਡ ਗਿਆ। ਚੰਦ ਕੌਰ ਤੇ ਸੰਧਾਂ ਵਾਲੀਆਂ ਦਾ ਰਾਜ ਪ੍ਰਬੰਧ ਤੇ ਪੂਰਾ ਨਿਯੰਤਰਣ ਹੋ ਗਿਆ। ਸਭ ਸ਼ਰਤਾਂ ਚੰਦ ਕੌਰ ਦੇ ਵਿਰੁੱਧ ਸਨ। ਪੰਜਾਬੀ ਇੱਕ ਇਸਤਰੀ ਅਧੀਨ ਰਹਿਣ ਲਈ ਤਿਆਰ ਨਹੀਂ ਸਨ, ਜੋ ਜ਼ਰਾਨੇ ਖਾਨੇ ਦੇ ਪਰਦੇ 'ਚੋਂ ਬਾਹਰ ਨਹੀਂ ਆ ਸਕਦੀ ਸੀ। ਚੰਦ ਕੌਰ ਕੂਟਨੀਤੀ ਦੀ ਕਲਾ ਤੋਂ ਵੀ ਅਣਜਾਣ ਸੀ। ਉਹ ਘਮੰਡੀ, ਅੜਬ ਤੇ ਅਜਿਹੀ ਬਦ-ਜ਼ੁਬਾਨ ਸੀ ਜੋ ਮਹਾਰਾਣੀ ਦੀ ਥਾਂ ਆਮ ਬਾਜ਼ਾਰੀ ਇਸਤਰੀ ਦੇ ਲਈ ਹੀ ਢੁਕਵੀਂ ਸੀ। ਮਾਈ ਲੋਕਾਂ ਵਿੱਚ ਚੰਦ ਕੌਰ ਇਸੇ ਨਾਮ ਨਾਲ ਹੀ ਮਸ਼ਹੂਰ ਸੀ। ਦੀ ਮੁੱਖ ਸਮੱਸਿਆ ਫੌਜ ਦੀ ਵਫਾਦਾਰੀ ਬਾਰੇ ਸੀ। ਸ਼ੇਰ ਸਿੰਘ ਫੌਜਾਂ ਅਤੇ ਯੂਰਪੀਅਨ ਅਫਸਰਾਂ ਵਿੱਚ ਬਹੁਤ ਲੋਕਪ੍ਰਿਯ ਸੀ।
ਉਸਨੇ ਫੌਜ ਨੂੰ ਤਨਖਾਹ ਵਿੱਚ ਵਾਧੇ ਦੀ ਪੇਸ਼ਕਸ਼ ਕਰ ਦਿੱਤੀ। ਬਹੁਤ ਵੱਡੀ ਪੱਧਰ ਤੇ ਫੌਜ ਧੋਖਾ ਦੇ ਕੇ ਰਾਜਕੁਮਾਰ ਨਾਲ ਜਾ ਮਿਲੀ। ਬਹੁਤ ਸਾਰੀ ਚੁਣਵੀਂ ਤੇ ਨਿਪੁੰਨ ਫੌਜ ਉਸ ਨਾਲ ਜਾ ਰਲੀ ਤੇ ਮਾਈ ਦੇ ਆਦਮੀਆਂ ਨੂੰ ਅਸਲਾ ਖਾਨਾ ਦੇ ਨੇੜੇ ਵੀ ਨਾ ਟੁੱਕਣ ਦਿੱਤਾ ਗਿਆ। ਅਧਿਕਾਰ ਸੰਭਾਲਣ ਦੇ 2 ਹਫ਼ਤਿਆਂ ਅੰਦਰ ਹੀ ਮਾਈ ਨੂੰ ਆਪਣੀ ਰੱਖਿਆ ਲਈ ਕਿਲੇ ਅੰਦਰ 2 ਪਲਟਨਾਂ ਨਿਯੁਕਤ ਕਰਨੀਆਂ ਪਈਆਂ। ਅਨਿਸ਼ਚਿਤਤਾ ਕਾਰਨ ਪਿੰਡਾਂ ਵਿੱਚ ਗੈਰ ਕਾਨੂੰਨੀ ਤੱਤਾਂ ਦਾ ਹੌਸਲਾ ਵੱਧ ਗਿਆ। ਅੰਗਰੇਜ਼ਾਂ ਨੇ ਸਤਲੁਜ ਵੱਲ ਫੌਜਾਂ ਦਾ ਕੂਚ ਸ਼ੁਰੂ ਕਰ ਦਿੱਤਾ। ਸ਼ੇਰ ਸਿੰਘ ਨੇ ਦੁਰਬਲ ਤੇ ਪ੍ਰਭਾਵਹੀਨ ਵਿਧਵਾ ਦੇ ਹੱਥੋਂ ਤਾਕਤ ਖੋਹ ਕੇ ਪੰਜਾਬ ਨੂੰ ਖੇਰੂ ਹੋਣ ਤੋਂ ਬਚਾਉਣ ਦਾ ਫੈਸਲਾ ਕਰ ਲਿਆ। ਉਸਨੇ ਆਪਣਾ ਇੱਕ ਏਲਚੀ ਲੁਧਿਆਣੇ ਕਲਾਰਕ ਕੋਲ ਤਖਤ ਪ੍ਰਾਪਤ ਕਰਨ ਲਈ ਹਮਲਾ ਮਾਰਨ ਦੀ ਹਾਲਤ ਵਿੱਚ ਅੰਗਰੇਜ਼ਾਂ ਦਾ ਪ੍ਰਤੀਕਰਮ ਜਾਣਨ ਲਈ ਭੇਜਿਆ। ਅੰਗਰੇਜ਼ ਅਫਗਾਨਿਸਤਾਨ ਦੀ ਦਲਦਲ ਵਿੱਚ ਫਸ ਗਏ ਸਨ ਤੇ ਉਹਨਾਂ ਨੂੰ ਸਖਤ ਜ਼ਰੂਰਤ ਸੀ। ਉਹਨਾਂ ਨੂੰ ਅੰਗਰੇਜ਼ਾਂ ਦੇ ਪ੍ਰਸ਼ੰਸਕ ਸ਼ੇਰ ਸਿੰਘ ਵਿੱਚ ਆਪਣਾ ਸੰਭਾਵੀ ਸਾਥੀ ਜਾਪਿਆ ਤੇ ਉਹਨਾਂ ਨੇ ਉਸ ਨੂੰ ਸਮਰਥਨ ਦਾ ਭਰੋਸਾ ਦਿੱਤਾ। ਸ਼ੇਰ ਸਿੰਘ ਉਹਨਾਂ ਭਗੌੜਿਆਂ ਦੀ ਫੌਜ ਦੀ ਅਗਵਾਈ ਕਰਦਾ ਹੋਇਆ ਲਾਹੌਰ ਪਹੁੰਚ ਗਿਆ ਜੋ ਉਸਦੇ ਝੰਡੇ ਥੱਲੇ ਜਮ੍ਹਾਂ ਹੋ ਗਏ ਸਨ। ਦਰਬਾਰ ਦੇ ਬਹੁਤੇ ਯੂਰਪੀਅਨ ਅਫਸਰ ਉਸਦੇ ਨਾਲ ਸਨ। ਮਾਈ ਨੇ ਹੌਸਲਾ ਨਹੀਂ ਹਾਰਿਆ ਸੀ। ਉਸਨੇ ਗੁਲਾਬ ਸਿੰਘ ਡੋਗਰੇ ਨੂੰ ਫੌਜ ਦਾ ਸੈਨਾਪਤੀ ਨਿਯੁਕਤ ਕਰ ਦਿੱਤਾ ਤੇ ਸ਼ਹਿਰ ਦੀ ਰੱਖਿਆ ਉਹਦੇ ਸਪੁਰਦ ਕਰ ਦਿੱਤੀ। ਉਸਨੇ ਸੈਨਿਕਾਂ ਨੂੰ ਤਨਖਾਹਾਂ ਦਾ 4 ਮਹੀਨੇ ਦਾ ਬਕਾਇਆ ਦੇ ਦਿੱਤਾ ਤੇ ਅਫਸਰਾਂ ਨੂੰ ਦਿਲ ਖੋਲ੍ਹ ਕੇ ਸੋਨੇ ਦੇ ਕੜੇ, ਕੈਂਠੇ, ਗਹਿਣੇ ਤੇ ਸ਼ਾਲਾਂ ਸੁਗਾਤਾਂ ਵਜੋਂ ਦਿੱਤੇ। ਉਸਨੇ ਸ਼ਹਿਰ ਦੇ ਸ਼ਾਹੂਕਾਰਾਂ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਉਹ ਸ਼ੇਰ ਸਿੰਘ ਨੂੰ ਰੁਪਇਆ ਉਧਾਰ ਨਾ ਦੇਣ। ਇਸ ਕਾਰਵਾਈ ਦਾ ਉਲਟਾ ਅਸਰ ਹੋਇਆ। ਫੌਜ ਨੇ ਉਹਦੀ ਘਬਰਾਹਟ ਸਮਝ ਲਈ ਸੀ ਤੇ ਮਹਿਸੂਸ ਕੀਤਾ ਕਿ ਉਹ ਹਾਰੀ ਹੋਈ ਬਾਜ਼ੀ ਰਿਸ਼ਵਤ ਦੇ ਕੇ ਜਿੱਤਣ ਦੀ ਕੋਸ਼ਿਸ਼ ਕਰ ਰਹੀ ਸੀ। ਸ਼ੇਰ ਸਿੰਘ ਕੋਲ ਰੁਪਈਆ ਤਾਂ ਘੱਟ ਸੀ, ਪਰ ਉਸਨੇ ਇਹ ਵਿਸ਼ਵਾਸ ਪੈਦਾ ਕਰ ਦਿੱਤਾ ਕਿ ਉਹ ਜਿੱਤ ਰਿਹਾ ਤੇ ਉਹ ਫੌਜ ਦੀ ਤਨਖਾਹ ਵਿੱਚ 1 ਰੁਪਇਆ ਸਥਾਈ ਤੌਰ ਤੇ ਵਧਾਏਗਾ ਤੇ ਜੋ ਉਸ ਨਾਲ ਮਿਲ ਗਏ ਉਹਨਾਂ ਨੂੰ ਇਨਾਮ ਵੀ ਦੇਵੇਗਾ। ਸ਼ਹਿਰ ਦੇ ਬਾਹਰ ਨਿਯੁਕਤ ਪਲਟਨਾਂ ਸਮੂਹਕ ਰੂਪ ਵਿੱਚ ਉਸ ਨਾਲ ਮਿਲ ਗਈਆਂ। ਸ਼ੇਰ ਸਿੰਘ ਕੋਲ 26,000 ਪਿਆਦਾ, 8,000 ਘੋੜਸਵਾਰ ਤੇ 45 ਤੋਪਾਂ ਹੋ ਗਈਆਂ। ਮਾਈ ਕੋਲ ਸਿਰਫ 5,000 ਆਦਮੀ, ਥੋੜ੍ਹੀਆਂ ਜਿਹੀਆਂ ਤੋਪਾਂ, ਸੀਮਤ ਮਾਤਰਾ ਵਿੱਚ ਬਰੂਦ ਰਹਿ ਗਿਆ। ਸ਼ੇਰ ਸਿੰਘ ਸ਼ਹਿਰ ਵਿੱਚ ਜ਼ਬਰਦਸਤੀ ਦਾਖਲ ਹੋ ਗਿਆ। ਉਸਨੇ ਕੁਝ ਪਛੜ ਕੇ ਐਲਾਨ ਕੀਤਾ ਹੋਇਆ ਸੀ ਕਿ ਸ਼ਹਿਰੀਆਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇਗੀ ਤੇ ਜੋ ਉਹਦੇ ਨਾਲ ਆ ਮਿਲਣਗੇ ਉਹਨਾਂ ਨੂੰ ਮਾਫ ਕਰ ਦਿੱਤਾ ਜਾਵੇਗਾ। ਉੱਘੇ ਦਰਬਾਰੀਆਂ ਨੇ ਅਧੀਨਤਾ ਸਵੀਕਾਰ ਕਰ ਲਈ ਤੇ ਮਾਈ ਤੇ ਗੁਲਾਬ ਸਿੰਘ ਨੂੰ ਹਥਿਆਰ ਸੁੱਟ ਦੇਣ ਲਈ ਪ੍ਰਸਤਾਵ ਕਰ ਦਿੱਤਾ। ਮਾਈ ਨੇ ਗੁਲਾਬ ਸਿੰਘ ਦੇ ਸਮਰਥਨ ਕਾਰਨ ਹਥਿਆਰ ਸੁੱਟ ਦੇਣ ਤੋਂ ਨਾ ਕਰ ਦਿੱਤੀ। ਲੜਾਈ ਸ਼ੁਰੂ ਹੋ ਗਈ। ਸ਼ੇਰ ਸਿੰਘ ਦੀ ਤੋਪਖਾਨਾ ਫੌਜ ਨੇ 2 ਦਿਨਾਂ ਤੱਕ ਕਿਲੇ ਤੇ ਗੋਲਾਬਾਰੀ ਕੀਤੀ ਤੇ ਕਿਲੇ ਵੱਲੋਂ ਆਉਂਦੀਆਂ ਤੋਪਾਂ ਨੇ ਕਿਲੇ ਦੀ ਕੰਧ ਨਾਲ ਲੱਗਦੇ ਬਾਜ਼ਾਰਾਂ ਵਿੱਚ ਤਬਾਹੀ ਤੇ ਮੌਤ ਦਾ ਮੀਂਹ ਵਰ੍ਹਾ ਦਿੱਤਾ। 17 ਜਨਵਰੀ 1841 ਦੀ ਸ਼ਾਮ ਨੂੰ ਧਿਆਨ ਸਿੰਘ ਪਹੁੰਚ ਗਿਆ ਤੇ ਉਹਨੇ ਜੰਗਬੰਦੀ ਕਰਵਾ ਦਿੱਤੀ। ਮਾਈ ਨੂੰ ਇੱਕ ਵੱਡੀ ਜਾਗੀਰ ਲੈਣ ਲਈ ਮਨਾ ਲਿਆ ਗਿਆ ਤੇ ਉਸ ਨੂੰ ਤਖਤ ਉੱਪਰ ਦਾਅਵਾ ਤਿਆਗ ਦੇਣ ਲਈ ਤਿਆਰ ਕਰ ਲਿਆ ਗਿਆ। ਸ਼ੇਰ ਸਿੰਘ ਨੇ ਉਸ ਨੂੰ ਉਹ ਸਤਿਕਾਰ ਦੇਣ ਦਾ ਭਰੋਸਾ ਦਿੱਤਾ ਜੋ ਇੱਕ ਭਰਾ ਦੀ ਵਿਧਵਾ ਦਾ ਹੱਕ ਸੀ ਤੇ ਉਸਦੇ ਸਮਰਥਕਾਂ ਨੂੰ ਵੀ ਮਾਫ ਕਰਨ ਦਾ ਵਚਨ ਦਿੱਤਾ। ਉਸਦੇ 1.5 ਮਹੀਨੇ ਦਾ ਅਲਪਕਾਲੀਨ ਰਾਜ ਖਤਮ ਹੋ ਗਿਆ। ਅੱਧੀ ਰਾਤ ਨੂੰ ਗੁਲਾਬ ਸਿੰਘ ਤੇ ਉਹਦੇ ਸਾਥੀ ਡੋਗਰੇ ਆਪਣੇ ਨਾਲ ਦਰਬਾਰ ਦਾ ਸੋਨੇ ਦਾ ਭੰਡਾਰ ਤੇ ਹੀਰੇ ਜਵਾਹਰਾਤ ਜੋ ਲਾਹੌਰ ਵਿੱਚ ਸਨ ਲੈ ਗਏ ਤੇ ਕਿਲਾ ਖਾਲੀ ਕਰ ਦਿੱਤਾ। ਅਜੀਤ ਸਿੰਘ ਸੰਧਾਵਾਲੀਆ ਬਰਤਾਨਵੀ ਪ੍ਰਤੀਨਿਧ ਤੋਂ ਸਹਾਇਤਾ ਲੈਣ ਲਈ ਲੁਧਿਆਣੇ ਨੱਠ ਗਿਆ। ਕਲਾਰਕ ਵੱਲੋਂ ਉਸ ਨੂੰ ਮਿਲਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਉਹ ਕਲਕੱਤਾ ਗਵਰਨਰ ਜਨਰਲ ਕੋਲ ਅੰਗਰੇਜ਼ੀ ਇਲਾਕੇ ਵਿੱਚ ਚਲਾ ਗਿਆ। ਸ਼ੇਰ ਸਿੰਘ ਨੇ ਕਿਲੇ ਤੇ ਅਧਿਕਾਰ ਕਰ ਲਿਆ ਤੇ ਉਸ ਨੂੰ ਪੰਜਾਬ ਦੇ ਮਹਾਰਾਜੇ ਦੀ ਉਪਾਧੀ ਨਾਲ ਸੁਸ਼ੋਭਿਤ ਕਰ ਦਿੱਤਾ ਗਿਆ। ਧਿਆਨ ਸਿੰਘ ਡੋਗਰੇ ਨੂੰ ਪ੍ਰਧਾਨ ਮੰਤਰੀ ਘੋਸ਼ਿਤ ਕਰ ਦਿੱਤਾ ਗਿਆ। ਸ਼ੇਰ ਸਿੰਘ ਦੀ ਹਕੂਮਤ ਦਾ ਆਰੰਭ ਬੜਾ ਮਾੜਾ ਹੋਇਆ। ਉਹ ਸੈਨਾ ਨਾਲ ਕੀਤਾ ਪ੍ਰਣ ਪੂਰਾ ਨਾ ਕਰ ਸਕਿਆ ਤੇ ਉਹਨਾਂ ਨੇ ਬਾਜ਼ਾਰਾਂ ਦੀ ਲੁੱਟਮਾਰ ਸ਼ੁਰੂ ਕਰ ਦਿੱਤੀ। ਸੈਨਿਕ ਪਾਗਲ ਹੋ ਉੱਠੇ। ਉਹਨਾਂ ਨੇ ਪਲਟਨਾਂ ਦੇ ਲੇਖਾਕਾਰਾਂ ਤੇ ਅਫਸਰਾਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਉੱਪਰ ਤਨਖਾਹ 'ਚੋਂ ਗਬਨ ਕਰਨ ਦਾ ਸ਼ੱਕ ਸੀ ਜਾਂ ਇਹ ਇਲਜ਼ਾਮ ਲਾਇਆ ਜਾਂਦਾ ਸੀ ਕਿ ਉਹ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ। ਸ਼ੇਰ ਸਿੰਘ ਤੇ ਧਿਆਨ ਸਿੰਘ ਨੇ ਹਰ ਘੋੜਾ ਸੈਨਾ ਦੀ ਟੋਲੀ, ਹਰ ਪਿਆਦਾ ਜੱਥਾ ਤੇ ਹਰ ਤੋਪ ਮਗਰ 2-2 ਆਦਮੀਆਂ ਨੂੰ ਬੁਲਾਇਆ ਤੇ ਉਹਨਾਂ ਦੀਆਂ ਤਕਲੀਫਾਂ ਤੇ ਸ਼ਿਕਾਇਤਾਂ ਸੁਣੀਆਂ। ਉਹ ਭ੍ਰਿਸ਼ਟ ਲੇਖਾਕਾਰਾਂ ਜਾਂ ਮੁਨਸ਼ੀਆਂ ਨੂੰ ਬਰਖਾਸਤ ਕਰਨ ਲਈ ਤਾਂ ਤਿਆਰ ਹੋ ਗਏ, ਪਰ ਉਹਨਾਂ ਨੇ ਪੰਚਾਂ ਦੀ ਉਹਨਾਂ ਅਧਿਕਾਰੀਆਂ ਨੂੰ ਬਦਲ ਦੇਣ ਦੀ ਮੰਗ ਪ੍ਰਵਾਨ ਨਾ ਕੀਤੀ ਜਿਹੜੇ ਪੰਚਾਂ ਨੂੰ ਪਸੰਦ ਨਹੀਂ ਸਨ। ਇਸ ਮੀਟਿੰਗ ਵਿੱਚ ਬਹੁਤ ਰੌਲਾ ਰੱਪਾ ਪਿਆ। ਕਮਜ਼ੋਰ ਇਰਾਦੇ ਦੇ ਮਾਲਕ ਸ਼ੇਰ ਸਿੰਘ ਨੇ ਬੇਵੱਸੀ ਵਿੱਚ ਕਿਹਾ, ਕੱਚਾ ਪੱਕਾ ਸੰਭਾਲੋ, ਜਿਸ ਤੋਂ ਪੰਚਾਂ ਨੇ ਇਹ ਸਮਝਿਆ ਕਿ ਉਹਨਾਂ ਨੂੰ ਆਪ ਹੀ ਮਾਮਲਾ ਸੁਲਝਾਉਣ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਸੀ। ਮਹਾਰਾਜਾ ਆਪਣੇ ਪ੍ਰਸ਼ੰਸਕਾਂ ਦੀਆਂ ਆਸਾਂ ਉਮੀਦਾਂ ਤੇ ਪੂਰਾ ਨਾ ਉਤਰਿਆ। ਜਦੋਂ ਸੈਨਾ ਵਿੱਚ ਖੁੱਲ੍ਹਮ-ਖੁੱਲ੍ਹੀ ਬਗਾਵਤ ਹੋ ਗਈ ਤਾਂ ਉਸਨੇ ਸੈਨਿਕਾਂ ਨੂੰ ਪੂਰੀ ਤਰਕ ਸਹਿਤ ਕਿਹਾ ਕਿ ਉਹ ਸੂਝ ਤੋਂ ਕੰਮ ਲੈਣ ਤੇ ਉਸ ਕੋਲ ਜਿਤਨਾ ਵੀ ਪੈਸਾ ਸੀ ਉਹਨਾਂ ਦੇ ਹਵਾਲੇ ਕਰ ਦਿੱਤਾ। ਆਪਣੇ ਰਾਜ ਦੇ ਪਹਿਲੇ 6 ਮਹੀਨਿਆਂ ਵਿੱਚ ਉਸਨੇ ਫੌਜ ਨੂੰ 95 ਲੱਖ ਰੁਪਏ ਦਿੱਤੇ, ਪਰੰਤੂ ਇਸ ਨਾਲ ਵੀ ਸੈਨਿਕ ਖੁਸ਼ ਨਾ ਹੋਏ। ਉਹਨਾਂ ਨੇ ਉਸ ਨੂੰ ਗੱਦੀ ਤੋਂ ਲਾਹ ਦੇਣ ਦੀ ਧਮਕੀ ਦੇ ਦਿੱਤੀ। ਉਹਨਾਂ ਦਾ ਦ੍ਰਿੜਤਾ ਨਾਲ ਮੁਕਾਬਲਾ ਕਰਨ ਦੀ ਥਾਂ ਸ਼ੇਰ ਸਿੰਘ ਸ਼ਰਾਬ ਦੇ ਪਿਆਲੇ, ਵੇਸਵਾਂ ਦੀ ਸੰਗਤ ਤੇ ਮਾਈ ਨਾਲ ਰੰਗ ਰਲੀਆਂ ਵਿੱਚ ਰੁੱਝ ਗਿਆ। ਪੰਜਾਬ ਦੀ ਅਰਦਾਸ ਇੱਕ ਨਿਰੰਕੁਸ਼ ਸ਼ਾਸਕ ਲਈ ਸੀ
ਜੋ ਉਹਨਾਂ ਨੂੰ ਮਿਲਿਆ ਉਹ ਇੱਕ ਸੁੰਦਰ ਅਲਬੇਲਾ ਹਾਕਮ ਮਿਲਿਆ, ਜਿਸ ਨੂੰ ਪ੍ਰਸ਼ਾਸਨਿਕ ਮਾਮਲਿਆਂ ਤੇ ਰਾਜਨੀਤੀ ਨਾਲੋਂ ਫਰਾਂਸੀਸੀ ਸ਼ਰਾਬਾਂ ਤੇ ਅਤਰਾਂ ਸੁਗੰਧੀਆਂ ਦੀ ਜਾਣਕਾਰੀ ਵਧੇਰੇ ਸੀ। ਸ਼ੇਰ ਸਿੰਘ ਦੀ ਜਾਨਸ਼ੀਨੀ ਪ੍ਰਤੀ ਅੰਗਰੇਜ਼ਾਂ ਦਾ ਵਤੀਰਾ ਗੁੰਝਲਦਾਰ ਤੇ ਅਸਪਸ਼ਟ ਸੀ। ਗਵਰਨਰ ਜਨਰਲ ਉਸ ਨੂੰ ਪੰਜਾਬ ਦਾ ਹਾਕਮ ਤਾਂ ਪ੍ਰਵਾਨ ਕਰਦਾ ਸੀ, ਪਰ ਨਾਲ ਹੀ ਉਸਨੇ ਅਜੀਤ ਸਿੰਘ ਸੰਧਾਂਵਾਲੀਆ ਨੂੰ ਪਨਾਹ ਦੇ ਰੱਖੀ ਸੀ ਤੇ ਜਦੋਂ ਉਹ ਪੰਜਾਬ ਤੇ ਹਮਲਾ ਕਰਨ ਲਈ ਫੌਜ ਭਰਤੀ ਕਰ ਰਿਹਾ ਸੀ ਤਾਂ ਉਸਨੇ ਉਸ ਨੂੰ ਰੋਕਣ ਲਈ ਕੋਈ ਕਦਮ ਨਾ ਉਠਾਇਆ। ਮਹਿਲਾਂ ਵਿੱਚ ਹੋ ਰਹੀਆਂ ਘਿਨੌਣੀਆਂ ਕਾਰਵਾਈਆਂ ਬਾਰੇ ਫੈਲੀਆਂ ਕਹਾਣੀਆਂ ਨੇ ਦਰਬਾਰ ਦਾ ਰਿਹਾ ਸਿਆ ਸਨਮਾਨ ਵੀ ਲੋਕਾਂ ਵਿੱਚੋਂ ਖਤਮ ਕਰ ਦਿੱਤਾ। ਅੰਗਰੇਜ਼ ਸਰਕਾਰ ਨੇ ਇੱਕ ਪ੍ਰਭੂਤਾ ਸੰਪੰਨ ਸਰਕਾਰ ਨੂੰ ਇਸ ਦਾ ਬਣਦਾ ਜਾਇਜ਼ ਮਾਨ ਸਤਿਕਾਰ ਦੇਣ ਤੋਂ ਨਾ ਕਰਕੇ ਰਾਜ ਦੀਆਂ ਔਕੜਾਂ ਵਿੱਚ ਹੋਰ ਵਾਧਾ ਕਰ ਦਿੱਤਾ। ਮੇਜਰ ਬਰਾਡਫੁੱਟ ਵੱਲੋਂ ਆਪਣੀ ਮਹਿਮਾਨ ਨਵਾਜ਼ੀ ਦੀ ਖੁੱਲ੍ਹਮ ਖੁੱਲ੍ਹੀ ਦੁਰਵਰਤੋਂ ਦਾ ਮਾਮਲਾ ਇਸ ਦੀ ਉਦਾਹਰਨ ਸੀ। ਬਰਾਡਫੁੱਟ ਨੂੰ ਸ਼ਾਹ ਜ਼ਮਾਨ ਤੇ ਸ਼ਾਹ ਸੁਜ਼ਾਨ ਦੇ ਹਰਮਾਂ ਯਾਨੀ ਰਾਣੀਆਂ ਨਾਲ ਪੰਜਾਬ ਰਾਹੀਂ ਅਫਗਾਨਿਸਤਾਨ ਜਾਣ ਦੀ ਆਗਿਆ ਦੇ ਦਿੱਤੀ ਗਈ ਤੇ ਮੁਸਲਮਾਨ ਸੈਨਿਕ ਵੀ ਮਾਰਗ ਰੱਖਿਅਕਾਂ ਵਜੋਂ ਦਿੱਤੇ ਗਏ ਸਨ। ਉਸ ਦਾ ਵਤੀਰਾ ਸ਼ੁਰੂ ਤੋਂ ਹੀ ਬੜਾ ਆਕਰਮਣਸ਼ੀਲ ਸੀ ਤੇ ਕਈ ਵਾਰ ਉਸਨੇ ਆਪਣੇ ਆਦਮੀਆਂ ਨੂੰ ਉਹਨਾਂ ਪੰਜਾਬੀਆਂ ਉੱਪਰ ਗੋਲੀ ਚਲਾਉਣ ਦਾ ਹੁਕਮ ਦਿੱਤਾ ਜੋ ਉਸ ਦੀ ਟੋਲੀ ਦੇ ਕਦੇ ਸੁਭਾਵਕ ਹੀ ਨੇੜੇ ਆ ਜਾਂਦੇ ਸਨ। ਦਰਬਾਰ ਨੇ ਅਜਿਹੇ ਤੇ ਇਸ ਤੋਂ ਵੀ ਭੈੜੇ ਵਤੀਰੇ ਨੂੰ ਸਹਿਣ ਕੀਤਾ। ਜਦੋਂ ਬਰਾਡਫੁੱਟ ਨੇ ਸਿੰਧ ਪਾਰ ਕਰ ਲਿਆ ਤਾਂ ਉਸਨੇ ਪਠਾਨ ਕਬਾਇਲੀਆਂ ਨੂੰ ਦਰਬਾਰ ਦੇ ਵਿਰੁੱਧ ਵਿਦਰੋਹ ਕਰਨ ਲਈ ਕਿਹਾ। ਕੌਮੀ ਹਿੱਤ ਵਿਰੁੱਧ ਦਰਬਾਰੀਆਂ, ਸਰਦਾਰਾਂ, ਅਫਸਰਾਂ ਦੀ ਗਦਾਰੀ ਦੇ ਕਈ ਮਾਮਲਿਆਂ ਤੇ ਬਰਾਡਫੁੱਟ ਦੀ ਘਟਨਾ ਮਗਰੋਂ ਪੰਜਾਬ ਦੀ ਸੈਨਾ ਨੇ ਮਜਬੂਰ ਹੋ ਕੇ ਰਾਜ-ਕਾਜ ਦੇ ਮਾਮਲਿਆਂ ਵਿੱਚ ਆਪਣੀ ਆਵਾਜ਼ ਦਰਬਾਰ ਵਿੱਚ ਪਹੁੰਚਾਈ। ਇੱਕੋ ਇੱਕ ਸੰਸਥਾ ਜਿਸ ਬਾਰੇ ਉਹਨਾਂ ਦੀ ਜਾਣਕਾਰੀ ਸੀ ਉਹ ਕੇਵਲ ਪੰਚਾਇਤੀ ਸੀ, ਜੋ ਉਹਨਾਂ ਪਿੰਡਾਂ ਦੇ ਮਾਮਲਿਆਂ ਦਾ ਪ੍ਰਬੰਧ ਕਰਦੀ ਸੀ ਜਿਨ੍ਹਾਂ ਵਿੱਚੋਂ ਉਹ ਆਏ ਸਨ। ਇਹੋ ਵਿਵਸਥਾ ਸੈਨਾ ਵਿੱਚ ਵੀ ਚਾਲੂ ਕੀਤੀ ਗਈ ਸੀ, ਜਿੱਥੇ ਹਰ ਪਲਟਨ ਆਪਣੇ ਪੰਚਾਂ ਦੀ ਚੋਣ ਕਰਦੀ ਸੀ, ਜਿਨ੍ਹਾਂ ਦਾ ਕੰਮ ਕਮਾਂਡਰਾਂ ਦੇ ਹੁਕਮਾਂ ਉੱਪਰ ਵਿਚਾਰ ਕਰਕੇ ਉਹਨਾਂ ਬਾਰੇ ਆਪਣੀਆਂ ਸਿਫਾਰਸ਼ਾਂ ਕਰਨਾ ਤੇ ਫੌਜੀਆਂ ਨੂੰ ਅਮਲ ਕਰਨ ਲਈ ਕਹਿਣਾ ਹੁੰਦਾ ਸੀ। ਫੌਜ ਵਿੱਚ ਪੰਚਾਇਤਾਂ ਰਾਹੀਂ ਕੋਈ ਉਚਿਤ ਪ੍ਰਬੰਧਕ ਵਿਵਸਥਾ ਵਿਕਸਿਤ ਨਾ ਹੋਈ ਤੇ ਬਹੁਤਾ ਕੁਝ ਚੁਣੇ ਹੋਏ ਵਿਅਕਤੀਆਂ ਦੀ ਯੋਗਤਾ ਤੇ ਹੀ ਨਿਰਭਰ ਹੁੰਦਾ ਸੀ। ਆਪਣਾ ਪ੍ਰਭਾਵ ਕਾਇਮ ਰੱਖਣ ਲਈ ਪੰਚ ਵਧੇਰੇ ਰਿਆਇਤਾਂ ਲੈਣ ਤੇ ਤਨਖਾਹਾਂ ਵਧਾਉਣ ਤੇ ਜ਼ੋਰ ਦਿੰਦੇ ਸਨ, ਜੋ ਅਸਹਿ ਸਨ। ਕੁਝ ਸ੍ਰੇਸ਼ਟ ਤੇ ਬਜ਼ੁਰਗ ਪੰਚ ਪਦਵੀਆਂ ਨਿਲਾਮ ਕਰਦੇ ਸਨ ਤੇ ਉਹ ਸੈਨਾ ਨੂੰ ਆਪਣੇ ਹੁਕਮ ਪਹੁੰਚਾਉਣ ਲਈ ਕਾਰ ਪੰਚਾਂ ਦੀ ਨਿਯੁਕਤੀ ਕਰਦੇ ਸਨ। ਇਸ ਦੇ ਸਿੱਟੇ ਬਹੁਤ ਗੰਭੀਰ ਤੇ ਤਬਾਹਕੁਨ ਹੋਏ। ਸੈਨਾ ਅਨੁਸ਼ਾਸਨ ਰਹਿਤ ਹੋ ਗਈ ਤੇ ਸੈਨਿਕ ਮਾਮਲਿਆਂ ਦੇ ਵਧੇਰੇ ਅਨੁਭਵ ਵਾਲੇ ਅਫਸਰਾਂ ਦੀ ਅਗਵਾਈ ਤੋਂ ਸਖਣੀ ਹੋ ਗਈ। ਜਦੋਂ ਦਰਬਾਰ ਵਿਦਰੋਹੀ ਤੇ ਫਸਾਦੀ ਸੈਨਿਕਾਂ ਨੂੰ ਸ਼ਾਂਤ ਕਰਨ ਤੇ ਅੰਗਰੇਜ਼ਾਂ ਨੂੰ ਅਫਗਾਨਿਸਤਾਨ ਦੇ ਸੰਕਟ ਵਿੱਚ ਸਹਾਇਤਾ ਦੇਣ ਲਈ ਰੁੱਝਿਆ ਹੋਇਆ ਸੀ, ਤਦ ਡੋਗਰਿਆਂ ਨੇ ਤਿੱਬਤ ਦੀ ਜਿੱਤ ਲਈ ਦੂਸਰਾ ਪੜਾਅ ਸ਼ੁਰੂ ਕਰ ਲਿਆ। ਜੰਮੂ ਦੀ ਸੀਮਾ ਤੇ ਜੇਹਲਮ ਵਾਦੀ, ਜਿਸ ਨੂੰ ਗਵਰਨਰ ਦੇ ਕਤਲ ਕੀਤੇ ਜਾਣ ਪਿੱਛੋਂ ਗੁਲਾਬ ਸਿੰਘ ਡੋਗਰੀ ਨੇ ਆਪਣੇ ਅਧਿਕਾਰ ਹੇਠ ਲੈ ਲਿਆ ਸੀ, ਉਸ ਦਾ ਹਿਮਾਲਾ ਤੋਂ ਪਾਰ ਵਿਸਥਾਰ ਕਰਨ ਦੇ ਆਰਥਿਕ ਕਾਰਨ ਸਨ। ਜਦ ਤੋਂ ਅੰਗਰੇਜ਼ਾਂ ਨੇ ਆਪਣੀ ਸੀਮਾ ਸਤਲੁਜ ਤੱਕ ਵਧਾ ਲਈ ਸੀ, ਉਸ ਸਮੇਂ ਤੋਂ ਹੀ ਤਿੱਬਤੀ ਕਾਫਲੇ ਜੋ ਕਸ਼ਮੀਰ ਵਿੱਚੋਂ ਦੀ ਲੰਘਦੇ ਸਨ, ਉਹਨਾਂ ਨੇ ਬੁਸ਼ਹਿਰ ਵਿੱਚੋਂ ਲੰਘਣਾ ਸ਼ੁਰੂ ਕਰ ਦਿੱਤਾ। ਕਸ਼ਮੀਰੀ ਸ਼ਾਲ ਬੁਣਕਰਾਂ ਨੂੰ ਜੋ ਜ਼ਿਆਦਾ ਕਰਕੇ ਉੱਨ ਲਦਾਖ ਤੇ ਲਾਂਸਾ ਤੋਂ ਲੈਂਦੇ ਸਨ, ਉਹਨਾਂ ਨੂੰ ਬਹੁਤ ਨੁਕਸਾਨ ਹੋਇਆ। ਇਸ ਨਾਲ ਕਸ਼ਮੀਰ ਦੇ ਉੱਨ ਉਦਯੋਗ ਦੇ ਸਮਾਪਤ ਹੋਣ ਦਾ ਡਰ ਪੈਦਾ ਹੋ ਗਿਆ। ਇਸ ਤੋਂ ਬਿਨਾਂ ਗਾਰੋ ਪ੍ਰਦੇਸ਼ ਦਾ ਰੋਹਤਕ ਜ਼ਿਲ੍ਹਾ, ਜੋ ਸੋਨੇ, ਨਮਕ, ਸੁਹਾਗਾ ਤੇ ਗੰਧਕ ਲਈ ਬਹੁਤ ਪ੍ਰਸਿੱਧ ਸੀ ਤੇ ਇੱਕ ਉੱਨਤ ਮੰਡੀ ਸੀ, ਉੱਥੋਂ ਮੱਧ ਏਸ਼ੀਆ ਦੇ ਕਈ ਭਾਗਾਂ ਨੂੰ ਮਾਲ ਭੇਜਿਆ ਜਾਂਦਾ ਸੀ। ਰਾਜਸੀ ਹੱਦਾਂ ਵਧਾਉਣ ਦੇ ਕਈ ਹੋਰ ਸਹਾਇਕ ਕਾਰਨ ਵੀ ਸਨ। ਉੱਤਰ ਵੱਲ ਪਹਿਲਾਂ ਵਾਰ ਕਰਕੇ ਤੇ ਫਿਰ ਪੂਰਬ ਵੱਲ ਵੱਧ ਕੇ ਪੰਜਾਬ ਦੀ ਹਿੰਦੁਸਤਾਨ ਦੀ ਇੱਕੋ ਇੱਕ ਹੋਰ ਆਜ਼ਾਦ ਰਿਆਸਤ ਤੇ ਨੇਪਾਲ ਨਾਲ ਸਾਂਝੀ ਸੀਮਾ ਹੋ ਜਾਣੀ ਸੀ ਤੇ ਇਸ ਤਰ੍ਹਾਂ ਅੰਗਰੇਜ਼ਾਂ ਵੱਲੋਂ ਘੇਰੇ ਜਾਣ ਦੀ ਸੰਭਾਵਨਾ ਤੋਂ ਸੁਰੱਖਿਆ ਪ੍ਰਾਪਤ ਹੋ ਸਕਦੀ ਸੀ। ਜ਼ੋਰਾਵਰ ਸਿੰਘ ਡੋਗਰੇ ਨੇ 1834 ਈਸਵੀ ਵਿੱਚ ਲਦਾਖ ਤੇ ਅਧਿਕਾਰ ਕਰ ਲਿਆ ਸੀ ਤੇ ਫਿਰ ਉਹ ਇਸ ਕਰਦੂ ਉੱਪਰ ਅਧਿਕਾਰ ਕਰਕੇ ਥੋੜ੍ਹਾ ਜਿਹਾ ਅੱਗੇ ਵੱਧ ਕੇ ਸਿੰਧ ਦਰਿਆ ਦੀਆਂ ਦੋ ਸਹਾਇਕ ਨਦੀਆਂ ਦੇ ਸੰਗਮ ਤੱਕ ਪੁੱਜ ਗਿਆ ਸੀ ਤੇ ਇਹਨਾਂ ਪਹਾੜੀ ਖੇਤਰਾਂ ਵਿੱਚ ਪਹੁੰਚਣ ਦਾ ਇੱਕ ਹੋਰ ਰਸਤਾ ਮੰਡੀ ਤੇ ਕੁੱਲੂ ਉੱਪਰ ਅਧਿਕਾਰ ਕਰਕੇ ਖੋਲ੍ਹ ਦਿੱਤਾ ਗਿਆ ਸੀ। ਡੋਗਰਾ ਜਰਨੈਲ ਨੇ ਇਹਨਾਂ ਥਾਵਾਂ ਤੋਂ ਅੱਗੇ ਵਧਣ ਲਈ ਉੱਤਰ ਵੱਲ ਤੇ ਦੂਸਰਾ ਪੂਰਬ ਵਿੱਚ ਨੇਪਾਲ ਦੀ ਸੀਮਾ ਵੱਲ ਵਧਣ ਦਾ ਫੈਸਲਾ ਕਰ ਲਿਆ। ਹਮਲਾ ਕਰਨ ਦਾ ਕਾਰਨ ਲੱਭਣਾ ਮੁਸ਼ਕਲ ਨਹੀਂ ਸੀ। 1841 ਈਸਵੀ ਵਿੱਚ ਜ਼ੋਰਾਵਰ ਸਿੰਘ ਨੇ ਗਾਰੋ ਨੂੰ ਪੰਜਾਬ ਨਾਲ ਮਿਲਾਉਣ ਲਈ ਮੰਗ ਇਸ ਆਧਾਰ ਤੇ ਕਰ ਦਿੱਤੀ ਕਿ ਗਾਰੋ ਇਸ ਕਰਦੂ ਦਾ ਅਧੀਨ ਇਲਾਕਾ ਸੀ ਤੇ ਇਸ ਕਰਦੂ ਹੁਣ ਪੰਜਾਬ ਦਾ ਇੱਕ ਪ੍ਰਾਂਤ ਸੀ। ਬਦਲੇ ਹਾਲਾਤ ਅਨੁਸਾਰ ਉਸਨੇ ਇਹ ਮੰਗ ਵੀ ਕੀਤੀ ਕਿ ਲਾਸਾ ਪੀਕਿੰਗ ਦੀ ਥਾਂ ਤੇ ਲਾਹੌਰ ਨੂੰ ਖਰਾਜ ਅਦਾ ਕਰੇ। ਜ਼ੋਰਾਵਰ ਸਿੰਘ ਨੇ ਗਾਰੋ ਵੱਲ ਕੂਚ ਕੀਤਾ ਤੇ ਇੱਕ ਦੂਸਰਾ ਦਸਤਾ ਕਮਾਊਂ ਦੀਆਂ ਪਹਾੜੀਆਂ ਵੱਲ ਵਧਿਆ ਤਾਂ ਜੋ ਲਾਸਾ ਨਾਲੋਂ ਅੰਗਰੇਜ਼ਾਂ ਦਾ ਸੰਪਰਕ ਟੁੱਟ ਜਾਵੇ। ਜੂਨ 1841 ਵਿੱਚ ਡੋਗਰਿਆਂ ਨੇ ਗਾਰੋ ਤੇ ਅਧਿਕਾਰ ਕਰ ਲਿਆ। ਜ਼ੋਰਾਵਰ ਸਿੰਘ ਨੇ ਬੁਸ਼ਹਿਰ ਦੇ ਰਾਜੇ ਨੂੰ, ਜਿਹੜਾ ਅੰਗਰੇਜ਼ੀ ਰੱਖਿਆ ਅਧੀਨ ਸੀ, ਜਾਣਕਾਰੀ ਭੇਜਣੀ ਸਿਆਣਪ ਸਮਝੀ। ਗਾਰੋ ਤੋਂ ਡੋਗਰੇ ਅੱਗੇ ਤੁਗਲਾਕੋਟ ਵੱਲ ਵਧੇ। ਉਹਨਾਂ ਦੇ ਵਿਰੁੱਧ ਭੇਜੀ ਗਈ ਤਿੱਬਤੀ ਸੈਨਾ ਖਤਮ ਕਰ ਦਿੱਤੀ ਗਈ ਤੇ ਕੁਝ ਦਿਨ ਮਗਰੋਂ ਦਰਬਾਰ ਦਾ ਪੰਚਮ ਤੁਗਲਾਕੋਟ ਉੱਪਰ ਲਹਿਰਾ ਦਿੱਤਾ ਗਿਆ। ਡੋਗਰਿਆਂ ਨੇ ਤਿੱਬਤ ਦਾ ਦਿਲ ਵਿਚਕਾਰੋਂ ਚੀਰ ਸੁੱਟਿਆ ਸੀ। ਜਦ ਤੱਕ ਉਹਨਾਂ ਨੇ ਜਿੱਤੇ ਹੋਏ ਇਲਾਕੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ, ਉਸ ਸਮੇਂ ਤੱਕ ਪਹਾੜੀ ਇਲਾਕੇ ਵਿੱਚ ਫੌਜੀ ਕਾਰਵਾਈ ਕਰਨ ਦਾ ਮੌਸਮ ਲੰਘ ਗਿਆ ਸੀ।
ਅੰਗਰੇਜ਼ ਇਸ ਸੈਨਿਕ ਕਾਰਨਾਮੇ ਨਾਲ ਭੈਭੀਤ ਹੋ ਗਏ ਤੇ ਉਹਨਾਂ ਦੇ ਪ੍ਰਤੀਨਿਧ ਨੇ ਮੰਗ ਕੀਤੀ ਕਿ ਦਰਬਾਰ ਆਪਣੀਆਂ ਨਵੀਆਂ ਜਿੱਤਾਂ ਦਾ ਤਿਆਗ ਕਰ ਦੇਵੇ। ਲੁਧਿਆਣਾ ਤੇ ਲਾਹੌਰ ਵਿੱਚ ਜਦੋਂ ਸ਼ਬਦੀ ਜੰਗ ਚੱਲ ਰਹੀ ਸੀ, ਉਸ ਸਮੇਂ ਚੀਨੀਆਂ ਨੇ ਆਪਣੀਆਂ ਫੌਜਾਂ ਇਕੱਠੀਆਂ ਕਰ ਲਈਆਂ। ਪਹਿਲੀ ਬਰਫ਼ਬਾਰੀ ਤੇ ਉਹਨਾਂ ਨੇ ਡੋਗਰਿਆਂ ਦੀਆਂ ਅਗਲੀਆਂ ਚੌਕੀਆਂ ਨੂੰ ਘੇਰਾ ਪਾ ਲਿਆ। ਉਹਨਾਂ ਦੀ ਰਸਦ ਪਾਣੀ ਦੀ ਰੇਖਾ ਭੰਗ ਕਰ ਦਿੱਤੀ ਤੇ ਬਾਕੀ ਕੰਮ ਪ੍ਰਕਿਰਤੀ ਦੇ ਕਰਨ ਲਈ ਛੱਡ ਦਿੱਤਾ। ਡੋਗਰੇ ਬੜੀਆਂ ਮੁਸ਼ਕਲਾਂ ਵਿੱਚ ਘਿਰ ਗਏ। ਉਹ 12,000 ਫੁੱਟ ਦੀ ਉਚਾਈ ਤੇ ਡਿਗਰੀ ਬਰਫ਼ ਦੇ ਵਿਸ਼ਾਲ ਸਾਗਰ ਵਿੱਚ ਅਲੱਗ-ਥਲੱਗ ਹੋ ਗਏ। ਉਹਨਾਂ ਦਾ ਭੋਜਨ ਤੇ ਬਾਲਣ ਖਤਮ ਹੋ ਗਏ ਤੇ ਸੈਨਿਕ ਦੁਖਾਰ ਦੀ ਮਾਰ ਨਾਲ ਮਰਨ ਲੱਗੇ। ਜ਼ੋਰਾਵਰ ਸਿੰਘ ਨੇ ਪਿੱਛੇ ਹਟਣ ਦੀ ਪੇਸ਼ਕਸ਼ ਕੀਤੀ, ਪਰ ਚੀਨੀ ਆਪਣੇ ਪੰਜੇ ਵਿੱਚ ਫਸੇ ਹੋਏ ਪੰਛੀ ਨੂੰ ਨਿਕਲ ਕੇ ਜਾਣ ਦੀ ਆਗਿਆ ਦੇਣ ਲਈ ਤਿਆਰ ਨਹੀਂ ਸਨ। ਚੀਨੀਆਂ ਦਾ ਉੱਤਰ ਸੀ, ਤੁਸੀਂ ਲੱਦਾਖ 'ਤੇ ਅਧਿਕਾਰ ਕਰ ਲਿਆ, ਅਸੀਂ ਚੁੱਪ ਰਹੇ। ਸਿੱਟੇ ਵਜੋਂ ਤੁਹਾਡਾ ਹੌਸਲਾ ਵੱਧ ਗਿਆ ਤੇ ਤੁਸੀਂ ਗਾਟੋਕ ਤੇ ਤੁਕਲਾਕੋਟ ਵੀ ਆਪਣੇ ਕਬਜ਼ੇ ਵਿੱਚ ਕਰ ਲਏ। ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਲੱਦਾਖ ਛੱਡ ਦਿਓ ਤੇ ਆਪਣੇ ਮੁਲਕ ਵਿੱਚ ਵਾਪਸ ਚਲੇ ਜਾਓ। ਡੋਗਰਿਆਂ ਨੂੰ ਮਜਬੂਰ ਹੋ ਕੇ ਲੜਨਾ ਪਿਆ। ਭੁੱਖ ਤੇ ਠੰਡ ਨੇ ਉਹਨਾਂ ਦੀ ਸਾਰੀ ਸ਼ਕਤੀ ਖਤਮ ਕਰ ਦਿੱਤੀ ਸੀ। ਉਹਨਾਂ ਨੂੰ ਨਾ ਸਿਰਫ ਇੱਕ ਅਜਿਹੇ ਦੁਸ਼ਮਣ ਨਾਲ ਲੜਨਾ ਪੈ ਰਿਹਾ ਸੀ ਜੋ ਉਹਨਾਂ ਨਾਲੋਂ ਗਿਣਤੀ ਵਿੱਚ 10 ਗੁਣਾ ਜ਼ਿਆਦਾ ਸੀ, ਸਗੋਂ ਜੋ ਸਿਆਲੂ ਯੁੱਧ ਲਈ ਪੂਰੀ ਤਰ੍ਹਾਂ ਲੈਸ ਸੀ। 12 ਦਸੰਬਰ 1841 ਈਸਵੀ ਨੂੰ ਬਹਾਦਰ ਜ਼ੋਰਾਵਰ ਸਿੰਘ ਸ਼ਹੀਦ ਹੋ ਗਿਆ। ਬਾਕੀ ਦੇ ਦਲ ਨੇ ਹਥਿਆਰ ਸੁੱਟ ਦਿੱਤੇ ਤੇ ਸਭ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਤੁਕਲਕਾਕੋਟ ਛੱਡ ਦਿੱਤਾ ਗਿਆ। ਬਹਾਰ ਰੁੱਤ ਦੇ ਪੰਗਾਰ ਸਮੇਂ ਆਪਣੇ ਤਿੱਬਤੀ ਇਲਾਕਿਆਂ ਤੇ ਮੁੜ ਅਧਿਕਾਰ ਕਰ ਲਿਆ ਤੇ ਇਸਕੁਰਦੂ ਤੇ ਲੱਦਾਖ ਦੇ ਵਿੱਚ ਆਪਣੇ ਸਹਾਇਕਾਂ ਨੂੰ ਮੁੜ ਸਥਾਪਿਤ ਕਰ ਦਿੱਤਾ। ਸਿਰਫ ਲੇਹ ਵਿੱਚ ਪੰਜਾਬੀ ਪਰਚਮ ਤਿੱਬਤ ਦੀ ਠੰਡੀ ਹਵਾ ਨੂੰ ਲਲਕਾਰਦਾ ਰਿਹਾ। ਗੁਲਾਬ ਸਿੰਘ ਡੋਗਰੇ ਨੇ ਲੱਦਾਖ ਵੱਲ ਕੁਮਕਾਂ ਭੇਜੀਆਂ। 1842 ਈਸਵੀ ਦੀ ਬਸੰਤ ਰੁੱਤ ਤੱਕ ਡੋਗਰਾ ਸੈਨਾਵਾਂ ਲੇਹ ਪਹੁੰਚ ਗਈਆਂ ਤੇ ਲੱਦਾਖ 'ਤੇ ਅਧਿਕਾਰ ਕਰਨ ਲਈ ਅੱਗੇ ਵਧੀਆਂ। ਉਹਨਾਂ ਦਾ ਅੱਗੇ ਵੱਲ ਕੂਚ ਗਾਰੋ ਵੱਲ ਸੰਨੀ ਦੀ ਸ਼ਕਲ ਵਿੱਚ ਜਾਰੀ ਰਿਹਾ। ਇੱਕ ਦਸਤਾ ਅਗਸਤ 1842 ਤੱਕ ਜ਼ਿਲ੍ਹੇ ਦੀ ਸੀਮਾ ਤੱਕ ਪਹੁੰਚ ਗਿਆ, ਪਰੰਤੂ ਇੱਕ ਅੰਗਰੇਜ਼ ਅਫਸਰ ਲੈਫਟੀਨੈਂਟ ਕਨਿੰਗਮ ਨੇ, ਜੋ ਉਸ ਸਮੇਂ ਉੱਥੇ ਸੀ, ਦਸਤੇ ਨੂੰ ਅੱਗੇ ਵਧਣ ਤੋਂ ਰੋਕਿਆ। ਦੂਸਰੇ ਦਲ ਨੇ ਇੱਕ ਚੀਨੀ ਫੌਜ ਨੂੰ ਤਬਾਹ ਕਰ ਦਿੱਤਾ ਜੋ ਉਹਨਾਂ ਦੇ ਵਿਰੁੱਧ ਲਾਂਸ਼ਾਂ ਤੋਂ ਭੇਜੀ ਗਈ ਸੀ। 17 ਅਕਤੂਬਰ 1842 ਨੂੰ ਦਰਬਾਰ ਦੇ ਪ੍ਰਤੀਨਿਧ ਤੇ ਗੁਲਾਬ ਸਿੰਘ ਦੇ ਨਿੱਜੀ ਕਾਰਜਵਾਹਕ ਨੇ ਚੀਨੀ ਸਮਰਾਟ ਦੇ ਇੱਕ ਪ੍ਰਤੀਨਿਧ ਨਾਲ ਲਾਂਸਾ ਵਿੱਚ ਇੱਕ ਸੰਧੀ ਤੇ ਦਸਤਖਤ ਕੀਤੇ। ਇਹ ਸਮਝੌਤਾ ਹੋਇਆ ਕਿ ਲੱਦਾਖ ਤੇ ਲਾਂਸਾ ਦੀਆਂ ਸੀਮਾਂ ਦੋਹਾਂ ਮੁਲਕਾਂ ਲਈ ਪੱਕੀਆਂ ਤੇ ਅਖੰਡ ਹੋਣਗੀਆਂ ਤੇ ਵਪਾਰ ਲਈ, ਖਾਸ ਕਰਕੇ ਚਾਹ ਤੇ ਪਸ਼ਮੀਨਾ ਉੱਨ ਲਈ, ਪਹਿਲਾਂ ਵਾਂਗ ਦੋਵੇਂ ਤਰ੍ਹਾਂ ਲੱਦਾਖ ਵਿੱਚੋਂ ਲੰਘਦੀਆਂ ਰਹਿਣਗੀਆਂ। ਅਫਗਾਨਿਸਤਾਨ ਵਿੱਚ ਹਾਲਾਤ ਦੇ ਅਚਾਨਕ ਬਦਲਣ ਨਾਲ ਅੰਗਰੇਜ਼ ਡੋਗਰਿਆਂ ਦੀ ਦਖਲਅੰਦਾਜ਼ੀ ਰੋਕਣ ਲਈ ਸਰਗਰਮੀ ਨਾਲ ਕੋਈ ਕਾਰਵਾਈ ਨਾ ਕਰ ਸਕੇ। 1841 ਈਸਵੀ ਦੀ ਪਤਝੜ ਵਿੱਚ ਅਫਗਾਨਾਂ ਨੇ ਵਿਦਰੋਹ ਕਰ ਦਿੱਤਾ ਤੇ ਕਾਬਜ਼ ਅੰਗਰੇਜ਼ੀ ਫੌਜ ਨੂੰ ਤਬਾਹ ਕਰ ਦਿੱਤਾ, ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ। ਉਹਨਾਂ ਵਿੱਚ ਸਿੰਧ, ਪੰਜਾਬ ਤੇ ਅਫਗਾਨਿਸਤਾਨ ਵਿੱਚ ਅੰਗਰੇਜ਼ਾਂ ਦੀ ਵਿਸਥਾਰਵਾਦੀ ਨੀਤੀ ਦਾ ਮੁੱਖ ਨਿਰਮਾਤਾ ਸਰ ਅਲੈਗਜ਼ੈਂਡਰ ਵੀ ਸੀ। ਸ਼ਾਹ ਸੁਜਾ ਨੂੰ ਕਾਬਲ ਦੀ ਗੱਦੀ ਤੇ ਪੁਨਰ ਸਥਾਪਨ ਦਾ ਯਤਨ ਪੰਜਾਬੀਆਂ ਤੇ ਅੰਗਰੇਜ਼ਾਂ ਦਾ ਸਾਂਝਾ ਕਾਰਜ ਸੀ ਤੇ ਸਿੱਟੇ ਵਜੋਂ ਦਰਬਾਰ ਅੰਗਰੇਜ਼ੀ ਸੈਨਾ ਦੀ ਕਾਬਲ ਵਿੱਚ ਹੋਈ ਤਬਾਹੀ ਨੂੰ ਅਣਡਿੱਠ ਨਹੀਂ ਕਰ ਸਕਦਾ ਸੀ। ਜਨਰਲ ਅਵਈ ਤਬਾਇਲ ਨੂੰ ਅੰਗਰੇਜ਼ਾਂ ਦੀ ਸਹਾਇਤਾ ਕਰਨ ਦਾ ਆਦੇਸ਼ ਦਿੱਤਾ ਗਿਆ। ਪੰਜਾਬੀਆਂ ਨੇ ਅਲੀ ਮਸਜਿਦ ਤੇ ਦੁਬਾਰਾ ਅਧਿਕਾਰ ਕਰ ਲਿਆ, ਪਰੰਤੂ ਸਰਦੀਆਂ ਦੇ ਆਰੰਭ ਹੋਣ ਤੇ ਇਸ ਉੱਪਰ ਆਪਣਾ ਕਬਜ਼ਾ ਕਾਇਮ ਨਾ ਰੱਖ ਸਕੇ। ਜਿਉਂ ਹੀ ਦਰਿਆ ਵਿੱਚੋਂ ਬਰਫ਼ ਖਤਮ ਹੋ ਗਈ ਤਾਂ ਉਹਨਾਂ ਨੇ ਦੁਬਾਰਾ ਹਮਲਾ ਕਰ ਦਿੱਤਾ ਤੇ ਇੱਕ ਅੰਗਰੇਜ਼ ਪਲਟਨ ਨੂੰ ਨਾਲ ਲੈ ਕੇ 1842 ਦੀ ਬਹਾਰ ਰੁੱਤ ਵਿੱਚ ਮੁੜ ਅਲੀ ਮਸਜਿਦ ਤੇ ਅਧਿਕਾਰ ਕਰ ਲਿਆ। ਦਰਬਾਰ ਨੇ ਅੰਗਰੇਜ਼ੀ ਫੌਜਾਂ ਲਈ ਅਨਾਜ, ਪਸ਼ੂ ਤੇ ਹੋਰ ਰਸਦ ਸਮਾਨ ਭੇਜਿਆ ਤੇ ਅੰਗਰੇਜ਼ੀ ਫੌਜ ਨਾਲੋਂ ਆਪਣੀ ਵੱਡੀ ਫੌਜ ਵੀ ਅਫਗਾਨਿਸਤਾਨ ਵਿੱਚ ਭੇਜੀ। ਪੰਜਾਬੀਆਂ ਨੇ ਜਲਾਲਾਬਾਦ ਨੂੰ ਛਡਾਉਣ ਲਈ ਤੇ ਅਫਗਾਨਿਸਤਾਨ ਵਿੱਚ ਅੰਗਰੇਜ਼ਾਂ ਦਾ ਅਧਿਕਾਰ ਸਥਾਪਿਤ ਕਰਨ ਲਈ ਸਹਾਇਤਾ ਦਿੱਤੀ। ਅੰਗਰੇਜ਼ਾਂ ਦੀ ਖੁਸ਼ਕਿਸਮਤੀ ਨੂੰ ਸ਼ਾਹ ਸੁਜਾ ਮਰ ਗਿਆ ਜਾਂ ਮਾਰ ਦਿੱਤਾ ਗਿਆ। ਉਹਨਾਂ ਨੇ ਤ੍ਰੈਪੱਖੀ ਸੰਧੀ ਨੂੰ ਰੱਦੀ ਦੇ ਢੇਰ ਵਿੱਚ ਸੁੱਟ ਕੇ ਦੋਸਤ ਮੁਹੰਮਦ ਨਾਲ ਸੁਲ੍ਹਾ ਕਰ ਲਈ। ਆਮੀਰ ਨੂੰ ਰਿਹਾ ਕਰਕੇ ਕਾਬਲ ਭੇਜ ਦਿੱਤਾ ਗਿਆ। ਅਫਗਾਨ ਮੁਹਿੰਮ ਵਿੱਚ ਬਰਤਾਨਵੀ ਵਤੀਰੇ ਤੋਂ ਸ਼ੇਰ ਸਿੰਘ ਦਾ ਦਿਲ ਖੱਟਾ ਹੋ ਗਿਆ। ਉਹ ਸਮਝ ਗਿਆ ਕਿ ਕਿਵੇਂ ਅੰਗਰੇਜ਼ਾਂ ਨੇ ਅਫਗਾਨਿਸਤਾਨ ਪਹੁੰਚਣ ਲਈ ਪੰਜਾਬ ਨੂੰ ਇੱਕ ਪੌਡੇ ਵਾਂਗ ਵਰਤਿਆ ਤੇ ਇੱਕ ਵਾਰ ਇੰਜ ਕਰਨ ਪਿੱਛੋਂ ਦਰਬਾਰ ਦੇ ਹਿੱਤਾਂ ਦਾ ਖਿਆਲ ਕੀਤੇ ਬਿਨਾਂ ਹੀ ਸੰਧੀ ਨੂੰ ਖਤਮ ਕਰ ਦਿੱਤਾ ਤੇ ਅਫਗਾਨਿਸਤਾਨ ਵਿੱਚ ਭਾਜ ਖਾਣ ਪਿੱਛੋਂ ਅਕਾਰਨ ਹੀ ਅੰਗਰੇਜ਼ਾਂ ਨੇ ਸਿੰਧ ਤੇ ਹਮਲਾ ਕਰ ਦਿੱਤਾ। ਕਿਸੇ ਬਹਾਨੇ ਦੀ ਉਡੀਕ ਕੀਤੇ ਬਿਨਾਂ ਹੀ ਸਰ ਚਾਰਲਸ ਨੇਪੀਅਰ ਨੇ ਮਾਰਚ 1843 ਈਸਵੀ ਵਿੱਚ ਸਿੰਧ ਤੇ ਅਧਿਕਾਰ ਕਰ ਲਿਆ। ਇਸ ਗੱਲ ਦੀ ਕੀ ਜ਼ਾਮਨੀ ਸੀ ਕਿ ਅੰਗਰੇਜ਼ ਪੰਜਾਬ ਨਾਲ ਵੀ ਉਹ ਵਤੀਰਾ ਧਾਰ ਨਹੀਂ ਕਰਨਗੇ। ਦਰਬਾਰ ਤੇ ਅੰਗਰੇਜ਼ਾਂ ਵਿਚਕਾਰ ਸਬੰਧ ਉਤਸ਼ਾਹ ਰਹਿਤ ਹੋ ਗਏ। ਸ਼ੇਰ ਸਿੰਘ ਨੇ ਉੱਪਰੋਂ ਦੋਸਤੀ ਦਾ ਮੁਖੌਟਾ ਤਾਂ ਪਾਈ ਰੱਖਿਆ, ਪਰ ਹੁਣ ਉਸਨੇ ਉਹਨਾਂ ਦੇ ਮੁਠੀਏ ਲੱਗ ਕੇ ਚੱਲਣਾ ਬੰਦ ਕਰ ਦਿੱਤਾ। ਉਸਨੇ ਉਸ ਦੋਸਤ ਮੁਹੰਮਦ ਦਾ ਕਾਬਲ ਨੂੰ ਜਾਂਦਿਆਂ ਲਾਹੌਰ ਚੋਂ ਲੰਘਣ ਸਮੇਂ ਬੜਾ ਸ਼ਾਨਦਾਰ ਸਵਾਗਤ ਕੀਤਾ, ਜਿਸ ਨੇ ਪੰਜਾਬੀਆਂ ਨਾਲ ਅਨੇਕਾਂ ਲੜਾਈਆਂ ਲੜੀਆਂ ਸਨ। ਦਰਬਾਰ ਨੇ ਉਸ ਨੂੰ ਅਫਗਾਨਿਸਤਾਨ ਦੇ ਅਮੀਰ ਵਜੋਂ ਮਾਨਤਾ ਦੇ ਕੇ ਉਸ ਨਾਲ ਵੱਖਰੀ ਸੰਧੀ ਕਰ ਲਈ। ਅੰਗਰੇਜ਼ਾਂ ਨੇ ਮਹਿਸੂਸ ਕਰ ਲਿਆ ਕਿ ਉਹਨਾਂ ਨੇ ਆਪਣੇ ਭੱਦੇ ਵਿਹਾਰ ਤੇ ਅਨਾੜੀ ਪੁਣੇ ਨਾਲ ਸ਼ੇਰ ਸਿੰਘ ਦਾ ਭਰੋਸਾ ਗੁਆ ਲਿਆ ਸੀ। ਉਹਨਾਂ ਨੇ ਇਹ ਵੀ ਅਨੁਭਵ ਕਰ ਲਿਆ
ਕਿ ਜਦ ਤੱਕ ਧਿਆਨ ਸਿੰਘ ਪ੍ਰਧਾਨ ਮੰਤਰੀ ਰਹੇਗਾ ਤਦ ਤੱਕ ਦਰਬਾਰ ਦਾ ਵਤੀਰਾ ਅੰਗਰੇਜ਼ਾਂ ਪ੍ਰਤੀ ਬਦਲਣ ਦੀ ਬੜੀ ਘੱਟ ਸੰਭਾਵਨਾ ਹੋਏਗੀ। ਆਪਣੀ ਦੋਸਤੀ ਦਾ ਪੱਕਾ ਦਾਅਵਾ ਕਰਦਿਆਂ ਉਹਨਾਂ ਨੇ ਸ਼ੇਰ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਸੰਧਾਂਵਾਲੀਆ ਨੂੰ ਪੰਜਾਬ ਪਰਤਣ ਦੀ ਆਗਿਆ ਦੇਵੇ ਤੇ ਉਹਨਾਂ ਦੀਆਂ ਜੰਗੀਰਾਂ ਬਹਾਲ ਕਰ ਦੇਵੇ, ਜਿਹੜੇ ਧਿਆਨ ਸਿੰਘ ਡੋਗਰੇ ਦੇ ਕੱਟੜ ਵਿਰੋਧੀ ਗਿਣੇ ਜਾਂਦੇ ਸਨ। ਮਹਾਰਾਜਾ, ਜੋ ਖੁਦ ਵੀ ਧਿਆਨ ਸਿੰਘ ਦੇ ਗਲਬੇ 'ਚੋਂ ਖਿਝਿਆ ਹੋਇਆ ਸੀ, ਉਸਨੇ ਅੰਗਰੇਜ਼ਾਂ ਦਾ ਸੁਝਾਅ ਮੰਨ ਲਿਆ। ਨਵੰਬਰ 1842 ਈਸਵੀ ਵਿੱਚ ਅਜੀਤ ਸਿੰਘ ਸੰਧਾਂਵਾਲੀਆ ਲਾਹੌਰ ਪਹੁੰਚ ਗਿਆ ਤੇ ਉਸ ਦਾ ਨਿਰਛਲ ਮਹਾਰਾਜੇ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪਰਿਵਾਰ ਦੇ ਦੂਸਰੇ ਵਿਅਕਤੀਆਂ ਦੀਆਂ ਜਾਗੀਰਾਂ ਵੀ ਬਹਾਲ ਕਰ ਦਿੱਤੀਆਂ ਗਈਆਂ। ਜਿਵੇਂ ਪਹਿਲਾਂ ਹੀ ਉਮੀਦ ਸੀ, ਸੰਧਾਂਵਾਲੀਏ ਦਰਬਾਰ ਵਿੱਚ ਅੰਗਰੇਜ਼ ਪੱਖੀ ਤੇ ਡੋਗਰਾ ਵਿਰੋਧੀ ਦਲ ਬਣ ਕੇ ਉੱਭਰੇ। ਧਿਆਨ ਸਿੰਘ ਡੋਗਰਾ ਇਤਨੀ ਮਜ਼ਬੂਤੀ ਨਾਲ ਪੈਰ ਜਮਾ ਚੁੱਕਾ ਸੀ ਕਿ ਉਸ ਨੂੰ ਉਖਾੜਨਾ ਰਾਜਕੁਮਾਰ ਅਤੇ ਦਰਬਾਰੀਆਂ ਦੇ ਵੱਸ ਦੀ ਗੱਲ ਨਹੀਂ ਸੀ। ਸੰਧਾਂਵਾਲੀਏ ਹਿੰਸਾ ਦਾ ਸਹਾਰਾ ਲੈਣ ਲਈ ਮਜਬੂਰ ਹੋ ਗਏ ਤੇ ਇਸ ਪ੍ਰਕਿਰਿਆ ਵਿੱਚ ਉਹਨਾਂ ਨੇ ਲਾਹੌਰ ਦਰਬਾਰ ਦਾ ਸਾਰਾ ਢਾਂਚਾ ਹੀ ਤਹਿਸ-ਨਹਿਸ ਕਰ ਦਿੱਤਾ। ਉਹਨਾਂ ਨੇ ਅਜਿਹਾ ਆਪਣੀ ਇੱਛਾ ਨਾਲ ਕੀਤਾ ਜਾਂ ਆਪਣੇ ਬਲਬੂਤੇ ਕੀਤਾ ਜਾਂ ਅੰਗਰੇਜ਼ਾਂ ਦੀ ਸਹਾਇਤਾ ਦੇ ਭਰੋਸੇ ਤੇ ਕੀਤਾ, ਇਸ ਬਾਰੇ ਕਦੇ ਵੀ ਪਤਾ ਨਹੀਂ ਲੱਗ ਸਕੇਗਾ, ਕਿਉਂਕਿ ਇਸ ਮਗਰੋਂ ਵਾਪਰੇ ਕਤਲੇਆਮ ਵਿੱਚ ਸਭ ਸਬੂਤ ਲਹੂ ਦੇ ਹੜ੍ਹ ਵਿੱਚ ਵਹਿ ਗਏ। ਹਿੰਦੂ ਸੰਮਤ ਅਨੁਸਾਰ ਅੱਸੂ ਮਹੀਨੇ ਦੇ ਪਹਿਲੇ ਦਿਨ 15 ਸਤੰਬਰ ਨੂੰ ਸ਼ੇਰ ਸਿੰਘ ਅਜੀਤ ਸਿੰਘ ਸੰਧਾਂਵਾਲੀਆ ਵੱਲੋਂ ਭਰਤੀ ਕੀਤੇ ਗਏ ਨਵੇਂ ਘੋੜ ਚੜ੍ਹਿਆਂ ਦਾ ਨਿਰੀਖਣ ਕਰਨ ਤੇ ਸਲਾਮੀ ਲੈਣ ਲਈ ਪਹੁੰਚਿਆ। ਉਹ ਆਪਣੇ ਨਾਲ ਆਪਣੇ ਵੱਡੇ ਪੁੱਤਰ ਪ੍ਰਤਾਪ ਸਿੰਘ ਨੂੰ ਵੀ ਲੈ ਗਿਆ ਤੇ ਉਸ ਨੂੰ ਨੇੜਲੇ ਬਾਗ ਵਿੱਚ ਖੇਡਣ ਲਈ ਛੱਡ ਦਿੱਤਾ। ਸਲਾਮੀ ਲੈਣ ਪਿੱਛੋਂ ਜਦੋਂ ਮਹਾਰਾਜਾ ਚਬੂਤਰੇ ਤੇ ਸ਼ਸ਼ੋਭਤ ਹੋ ਗਿਆ ਤਾਂ ਸੰਧਾਂਵਾਲੀਆ ਨਾਲ ਬੰਦੂਕ ਭੇਟ ਕਰ ਲਈ ਮਹਾਰਾਜੇ ਕੋਲ ਆਇਆ, ਜਿਹੜੀ ਅੰਗਰੇਜ਼ਾਂ ਨੇ ਬਣਾਈ ਸੀ ਤੇ ਉਹ ਕਲਕੱਤੇ ਤੋਂ ਲੈ ਕੇ ਆਇਆ ਸੀ। ਜਿਉਂ ਹੀ ਮਹਾਰਾਜੇ ਨੇ ਬੰਦੂਕ ਲੈਣ ਲਈ ਹੱਥ ਅੱਗੇ ਵਧਾਏ ਤਾਂ ਅਜੀਤ ਸਿੰਘ ਨੇ ਬੰਦੂਕ ਦਾ ਘੋੜਾ ਦਬਾ ਦਿੱਤਾ। ਡਿੱਗਣ ਤੋਂ ਪਹਿਲਾਂ ਬਦਕਿਸਮਤ ਮਹਾਰਾਜਾ ਚੀਕਿਆ, "ਇਹ ਕੀ ਦਗਾ!" ਸੰਧਾਂਵਾਲੀਆ ਦੇ ਸੈਨਿਕ ਸ਼ੇਰ ਸਿੰਘ ਦੇ ਅੰਗ ਰੱਖਕਾਂ ਤੇ ਟੁੱਟ ਪਏ। ਅਜੀਤ ਸਿੰਘ ਨੇ ਮਹਾਰਾਜੇ ਦਾ ਸਿਰ ਵੱਢ ਕੇ ਨੇਜ਼ੇ ਤੇ ਟੰਗ ਲਿਆ। ਉਸ ਸਮੇਂ ਅਜੀਤ ਸਿੰਘ ਦੇ ਚਾਚੇ ਨੇ ਪ੍ਰਤਾਪ ਸਿੰਘ ਨੂੰ ਫੜ ਲਿਆ ਤੇ ਉਸ ਦੀ ਧੌਣ ਲਾ ਦਿੱਤੀ। ਉਸਨੇ ਵੀ ਆਪਣੇ ਸ਼ਿਕਾਰ ਦਾ ਸਿਰ ਸੂਲੀ ਤੇ ਟੰਗ ਲਿਆ ਤੇ ਆਪਣੇ ਭਤੀਜੇ ਨਾਲ ਜਾ ਮਿਲਿਆ। ਫਿਰ ਰਾਜਘਾਤਕ ਜਿੱਤ ਦੀ ਨਿਸ਼ਾਨੀ ਵਜੋਂ ਕਮੰਡ ਵਿੱਚ ਮਸਤ ਸ਼ਹਿਰ ਵੱਲ ਘੋੜਿਆਂ ਤੇ ਚਲੇ ਗਏ। ਕਾਰਨ ਦਾ ਤਾਂ ਭਾਵੇਂ ਅੱਜ ਤੱਕ ਪਤਾ ਨਹੀਂ ਲੱਗਾ, ਪਰ ਉਹਨਾਂ ਨੂੰ ਕਿਲੇ ਵਿੱਚ ਦਾਖਲ ਹੋਣ ਦਿੱਤਾ ਗਿਆ। ਉਹਨਾਂ ਨੇ ਧਿਆਨ ਸਿੰਘ, ਹੀਰਾ ਸਿੰਘ, ਸੁਚੇਤ ਸਿੰਘ ਆਦਿ ਡੋਗਰਿਆਂ ਨੂੰ ਆਪਣੇ ਨਾਲ ਮਿਲਾਉਣ ਲਈ ਬੁਲਾਵਾ ਭੇਜਿਆ। ਧਿਆਨ ਸਿੰਘ ਉਹਨਾਂ ਦੇ ਜਾਲ ਵਿੱਚ ਫਸ ਗਿਆ ਤੇ ਬਹੁਤ ਥੋੜ੍ਹੇ ਅੰਗ ਰੱਖਕ ਲੈ ਕੇ ਕਿਲੇ ਵਿੱਚ ਆ ਗਿਆ। ਉਸ ਨੂੰ ਮਾਰ ਦਿੱਤਾ ਗਿਆ ਤੇ ਉਹਦੇ 25 ਅੰਗ ਰੱਖਕਾਂ ਦੇ ਵੀ ਟੁਕੜੇ-ਟੁਕੜੇ ਕਰ ਦਿੱਤੇ ਗਏ। ਜਦੋਂ ਸੁਚੇਤ ਸਿੰਘ ਤੇ ਹੀਰਾ ਸਿੰਘ ਨੇ, ਜੋ ਸ਼ਹਿਰ ਤੋਂ ਬਾਹਰ 2 ਮੀਲ ਦੀ ਦੂਰੀ ਤੇ ਡੇਰਾ ਲਾਈ ਬੈਠੇ ਸਨ, ਧਿਆਨ ਸਿੰਘ ਦੀ ਮੌਤ ਦੀ ਖਬਰ ਸੁਣੀ ਤਾਂ ਉਹਨਾਂ ਛਾਉਣੀ ਵਿੱਚ ਜਾ ਸ਼ਰਨ ਲਈ ਤੇ ਖਾਲਸਾ ਫੌਜ ਨੂੰ ਕਤਲਾਂ ਦਾ ਬਦਲਾ ਲੈਣ ਲਈ ਬੇਨਤੀ ਕੀਤੀ। ਸੰਧਾਂਵਾਲੀਆ ਨੇ ਕਿਲੇ ਤੇ ਮਹਿਲ ਉੱਪਰ ਇਸ ਵਿਸ਼ਵਾਸ ਨਾਲ ਕਬਜ਼ਾ ਕਰ ਲਿਆ ਕਿ ਉਹ ਹੁਣ ਪੰਜਾਬ ਤੇ ਰਾਜ ਕਰਨਗੇ। ਉਹਨਾਂ ਨੇ ਇਹ ਭਰੋਸਾ ਲੋਕਾਂ ਦੀ ਹਮਾਇਤ ਤੋਂ ਬਿਨਾਂ ਹੀ ਕਰ ਲਿਆ। ਇਨ੍ਹਾਂ ਘਿਨੌਣੇ ਅਪਰਾਧਾਂ ਦੀਆਂ ਖਬਰਾਂ ਨੇ ਲਾਹੌਰ ਵਿੱਚ ਭੈ ਤੇ ਤਰਾਸ ਫੈਲਾ ਦਿੱਤਾ। ਸੈਨਾ ਦੇ ਪੰਚਾਂ ਨੇ ਸ਼ਹਿਰ ਨੂੰ ਆਪਣੀ ਰੱਖਿਆ ਵਿੱਚ ਲੈਣ ਦਾ ਤੇ ਪਾਪੀਆਂ ਨੂੰ ਸਜ਼ਾ ਦੇਣ ਦੀ ਪ੍ਰਤਿੱਗਿਆ ਕਰ ਲਈ। ਉਹਨਾਂ ਨੇ ਧਿਆਨ ਸਿੰਘ ਦੇ ਬੇਟੇ ਹੀਰਾ ਸਿੰਘ ਨੂੰ ਆਪਣਾ ਆਗੂ ਚੁਣ ਲਿਆ। ਕਿਲੇ ਨੂੰ ਘੇਰਾ ਪਾਇਆ ਗਿਆ। ਸਾਰੀ ਰਾਤ ਤੋਪਖਾਨਾ ਕਿਲੇ ਦੀ ਚਾਰਦੀਵਾਰੀ ਤੇ ਗੋਲੇ ਭਰਾਉਂਦਾ ਰਿਹਾ ਤੇ ਕੰਧਾਂ ਨੂੰ ਉਡਾਉਂਦਾ ਰਿਹਾ। ਅਗਲੀ ਸਵੇਰ ਨਿਹੰਗਾਂ ਨੇ ਕੰਧਾਂ ਦੇ ਪਾੜਾਂ ਵਿੱਚੋਂ ਦੀ ਅੰਦਰ ਜਾ ਕੇ ਚੜ੍ਹਾਈ ਕਰ ਦਿੱਤੀ ਤੇ ਕਿਲੇ ਤੇ ਅਧਿਕਾਰ ਕਰ ਲਿਆ। ਕਾਤਲ ਤੇ ਉਹਨਾਂ ਦੇ 600 ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਪਰੰਤੂ ਅਤਰ ਸਿੰਘ ਸੰਧਾਂਵਾਲੀਆ ਬਚ ਗਿਆ। ਉਸ ਨੂੰ ਫੌਜ ਵੱਲੋਂ ਲਾਹੌਰ ਉੱਪਰ ਕਬਜ਼ੇ ਦੀ ਖਬਰ ਮਿਲ ਗਈ ਸੀ ਤੇ ਉਹ ਭੱਜ ਕੇ ਸਤਲੁਜ ਤੋਂ ਪਾਰ ਚਲਾ ਗਿਆ, ਜਿੱਥੇ ਅੰਗਰੇਜ਼ਾਂ ਨੇ ਉਸ ਨੂੰ ਸ਼ਰਨ ਦੇ ਦਿੱਤੀ। ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ ਗਿਆ ਤੇ ਹੀਰਾ ਸਿੰਘ ਡੋਗਰਾ ਪ੍ਰਧਾਨ ਮੰਤਰੀ ਬਣ ਗਿਆ। ਅਸਲੀ ਸ਼ਕਤੀ ਮਹਿਲਾਂ ਵਿੱਚੋਂ ਨਿਕਲ ਕੇ ਫੌਜ ਦੇ ਹੱਥ ਚਲੀ ਗਈ ਸੀ। ਪੰਜਾਬ ਡੋਗਰਿਆਂ ਦੇ ਅਧੀਨ ਇਸ ਲਹੂ ਦੇ ਦਰਿਆ ਨੇ ਰਾਜ ਨੂੰ ਸਖਣਾ ਕਰ ਦਿੱਤਾ, ਪਰ ਇਸ ਦੀ ਘਾਤਕ ਧੜੇਬੰਦੀ ਖਤਮ ਨਾ ਹੋਈ। ਤਖਤ ਦੇ ਹੱਕਦਾਰਾਂ ਤੇ ਪ੍ਰਧਾਨ ਮੰਤਰੀ ਦੀ ਪਦਵੀ ਦੇ ਦਾਅਵੇਦਾਰਾਂ ਦੇ ਸਮਰਥਕਾਂ ਵਿੱਚ ਮੁੜ ਕਤਾਰਬੰਦੀ ਤੇ ਧੜੇਬੰਦੀ ਸ਼ੁਰੂ ਹੋ ਗਈ। ਮਹਾਰਾਜਾ ਦਲੀਪ ਸਿੰਘ ਦੇ 2 ਮਤਰੇਏ ਭਰਾ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਸਨ ਤੇ ਉਹ ਦੋਵੇਂ ਉਸ ਤੋਂ ਵੱਡੇ ਸਨ ਤੇ ਉਹ ਆਪਣਾ ਰਾਜਗੱਦੀ ਦਾ ਹੱਕ ਲੈਣ ਲਈ ਉਤਾਵਲੇ ਸਨ ਤੇ ਦੋਹਾਂ ਦੀਆਂ ਆਪਣੀਆਂ ਨਿੱਜੀ ਸੈਨਾਵਾਂ ਵੀ ਸਨ। ਭਾਵੇਂ ਹੀਰਾ ਸਿੰਘ ਡੋਗਰੇ ਨੂੰ ਮੁੱਖ ਮੰਤਰੀ ਘੋਸ਼ਿਤ ਕਰ ਦਿੱਤਾ ਗਿਆ ਸੀ, ਪਰੰਤੂ ਉਸ ਦੀ ਨਿਯੁਕਤੀ ਨਿਰਵਿਵਾਦ ਨਹੀਂ ਸੀ, ਕਿਉਂਕਿ ਮਹਾਰਾਜੇ ਦੀ ਉਮਰ ਸਿਰਫ 7 ਸਾਲ ਦੀ ਸੀ। ਉਸ ਦੀ ਜਵਾਨ ਤੇ ਸੁੰਦਰ ਮਾਤਾ ਰਾਣੀ ਜਿੰਦਾ ਨੇ ਰਾਜ ਮਾਤਾ ਦੀ ਉਪਾਧੀ ਧਾਰਨ ਕਰ ਲਈ ਸੀ। ਇਹਨਾਂ ਦੋਹਾਂ ਤੋਂ ਬਿਨਾਂ ਸੁਚੇਤ ਸਿੰਘ ਡੋਗਰਾ ਮਹਿਸੂਸ ਕਰਦਾ ਸੀ ਕਿ ਉਹਦਾ ਹੱਕ ਆਪਣੇ ਭਤੀਜੇ ਹੀਰਾ ਸਿੰਘ ਨਾਲੋਂ ਜ਼ਿਆਦਾ ਹੈ। ਗੁਲਾਬ ਸਿੰਘ ਡੋਗਰਾ ਸੁਚੇਤ ਸਿੰਘ ਦਾ ਸਮਰਥਕ ਸੀ। ਡੋਗਰਿਆਂ ਦੇ ਆਪਸੀ ਸਬੰਧ ਇੱਕ ਬ੍ਰਾਹਮਣ ਪੁਜਾਰੀ ਜਲਾ ਕਾਰਨ ਵੀ ਤਲਖ ਹੋ ਗਏ ਸਨ, ਜੋ ਹੀਰਾ ਸਿੰਘ ਦੇ ਬਚਪਨ ਵਿੱਚ ਉਹਦਾ ਅਧਿਆਪਕ ਤੇ ਸਾਥੀ ਸੀ। ਜਲਾ ਅਤਿਅੰਤ ਅਭਿਮਾਨੀ ਤੇ ਚਿੜਚਿੜੇ ਸੁਭਾਅ ਵਾਲਾ ਸੀ ਤੇ ਛੇਤੀ ਹੀ ਸਭ ਉਸ ਨੂੰ ਨਾਪਸੰਦ ਕਰਨ ਲੱਗੇ। ਗੁਲਾਬ ਸਿੰਘ ਡੋਗਰਾ ਤੇ ਸੁਚੇਤ ਸਿੰਘ ਤਾਂ ਸਭ ਤੋਂ ਵੱਧ ਘ੍ਰਿਣਾ ਕਰਦੇ ਸਨ। ਮਹਿਲ ਦੀਆਂ ਸਾਜ਼ਿਸ਼ਾਂ ਦਰਬਾਰ ਤੇ ਕੌਂਸਲ ਦੀ ਸਭ ਸ਼ਕਤੀ ਨਗਾਰ ਲੈਂਦੀਆਂ
ਤੇ ਰੋਜ਼ਾਨਾ ਪ੍ਰਬੰਧਕ ਕਾਰਜ ਤੇ ਸ਼ਾਸਨ ਲਈ ਕੋਈ ਸਮਾਂ ਹੀ ਨਾ ਰਹਿੰਦਾ। ਅੰਗਰੇਜ਼ਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਨੂੰ ਸ਼ਾਇਦ ਅਮਨ ਕਾਨੂੰਨ ਬਹਾਲ ਕਰਨ ਲਈ ਦਖਲ ਦੇਣਾ ਪਵੇ, ਇਸ ਲਈ ਉਹਨਾਂ ਨੇ ਆਪਣੀ ਸੈਨਾ ਸਤਲੁਜ ਤੱਕ ਲੈ ਆਂਦੀ। ਫੌਜ ਦੀ ਇਸ ਨਕਲੋ ਹਰਕਤ ਨੇ ਪੰਜਾਬ ਦੀ ਹਾਲਤ ਹੋਰ ਵਿਗਾੜ ਦਿੱਤੀ। ਬਹੁਤ ਸਾਰੇ ਸਰਦਾਰਾਂ ਨੇ ਅੰਗਰੇਜ਼ਾਂ ਨਾਲ ਧੋਖੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਜੋ ਉਹਨਾਂ ਦੀਆਂ ਜਾਗੀਰਾਂ ਪੱਕੀਆਂ ਰਹਿਣ। ਵਿਦੇਸ਼ੀ ਹਮਲੇ ਦੇ ਡਰ ਤੇ ਅੰਦਰੂਨੀ ਫੁੱਟ ਨੇ ਸੈਨਾ ਨੂੰ ਰਾਜ ਦਾ ਅਤਿਅੰਤ ਸ਼ਕਤੀਸ਼ਾਲੀ ਅੰਸ਼ ਬਣਾ ਦਿੱਤਾ। ਖਾਲਸਾਈ ਅਜਿੱਤਤਾ ਦੀ ਕਥਾ ਦੀ ਪੁਨਰ ਸਰਜੀਤੀ ਹੋ ਗਈ। ਇੱਕ ਬੀਰ ਸਿੰਘ ਨਾਮ ਦਾ ਵਿਅਕਤੀ ਜੋ ਇਸ ਸਮੇਂ ਮਸ਼ਹੂਰ ਹੋਇਆ, ਇੱਕ ਰਿਟਾਇਰ ਹੋਇਆ ਫੌਜੀ ਸੀ ਜੋ ਸਾਧੂ ਬਣ ਕੇ ਸਤਲੁਜ ਕਿਨਾਰੇ ਪਿੰਡ ਨੌਰੰਗਾਬਾਦ ਰਹਿੰਦਾ ਸੀ। ਇਸ ਕੌਮੀ ਸੰਕਟ ਸਮੇਂ ਸੈਨਿਕ ਤੇ ਕਿਸਾਨ ਅਗਵਾਈ ਲਈ ਭਾਈ ਵੀਰ ਸਿੰਘ ਕੋਲ ਜਾਣ ਲੱਗੇ। ਉਸ ਦੀ ਸੇਵਾ ਵਿੱਚ 200 ਬੰਦੂਕਚੀ ਤੇ 3000 ਘੋੜਸਵਾਰ ਰਹਿੰਦੇ ਸਨ। ਹਰ ਰੋਜ਼ 1500 ਯਾਤਰੀ ਉਹਦੇ ਲੰਗਰ ਚੋਂ ਰੋਜ਼ਾਨਾ ਭੋਜਨ ਛਕਦੇ ਸਨ। ਹੀਰਾ ਸਿੰਘ ਨੇ ਦਰਪੇਸ਼ ਮੁਸ਼ਕਲਾਂ ਦਾ ਬੜੇ ਸਾਹਸ ਨਾਲ ਸਾਹਮਣਾ ਕੀਤਾ। ਉਸਨੇ ਅੰਗਰੇਜ਼ਾਂ ਨਾਲ ਸਾਜ਼ਿਸ਼ਾਂ ਕਰ ਰਹੇ ਯੂਰਪੀਅਨ ਅਫਸਰਾਂ ਨੂੰ ਬਰਖਾਸਤ ਕਰ ਦਿੱਤਾ ਤੇ ਸਤਲੁਜ ਤੋਂ ਪਾਰ ਕੀਤੀਆਂ ਜਾ ਰਹੀਆਂ ਫੌਜੀ ਤਿਆਰੀਆਂ ਦਾ ਜਾਇਜ਼ਾ ਲੈਣ ਜਾਸੂਸ ਭੇਜੇ। ਉਸਨੇ ਭਰੇ ਦਰਬਾਰ ਵਿੱਚ ਅੰਗਰੇਜ਼ਾਂ ਦੇ ਵਕੀਲ ਨੂੰ ਸਪਸ਼ਟ ਕਰਨ ਲਈ ਕਿਹਾ ਕਿ ਉਹਨਾਂ ਦੀ ਸਰਕਾਰ ਫਿਰੋਜ਼ਪੁਰ ਦੀ ਮੋਰਚਾਬੰਦੀ ਕਿਉਂ ਕਰ ਰਹੀ ਹੈ ਤੇ ਉਸਨੇ ਅਤਰ ਸਿੰਘ ਸੰਧਾਵਾਲੀਆ ਨੂੰ ਕਿਉਂ ਸ਼ਰਨ ਦਿੱਤੀ ਹੋਈ ਹੈ ਜੋ ਮਰਹੂਮ ਮਹਾਰਾਜੇ ਦੇ ਕਤਲ ਨਾਲ ਸੰਬੰਧਿਤ ਸੀ ਤੇ ਇਸ ਸਰਕਾਰ ਦਾ ਵਿਰੋਧੀ ਹੈ। ਵਕੀਲ ਨੇ ਅੰਗਰੇਜ਼ਾਂ ਦੀ ਸੰਭਾਵਨਾ ਤੇ ਜ਼ੋਰ ਦਿੰਦਿਆਂ ਇਸ ਗੱਲ ਤੇ ਰੋਸ ਕੀਤਾ ਤੇ ਕਿਹਾ ਕਿ ਉਹ ਦਰਬਾਰ ਦੇ ਤੌਖਲੇ ਆਪਣੀ ਸਰਕਾਰ ਤੱਕ ਪਹੁੰਚਾ ਦੇਵੇਗਾ। ਹੀਰਾ ਸਿੰਘ ਇਸ ਸਪਸ਼ਟੀਕਰਨ ਤੋਂ ਸੰਤੁਸ਼ਟ ਨਾ ਹੋਇਆ ਤੇ ਉਸਨੇ ਫਿਰੋਜ਼ਪੁਰ ਦੇ ਸਾਹਮਣੇ ਕਸੂਰ ਦੀ ਕਿਲਾਬੰਦੀ ਤੇ ਫਲੌਰ ਦੀ ਸੁਰੱਖਿਆ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਹੁਕਮ ਦੇ ਦਿੱਤੇ। ਸੀਮਾ ਦੇ ਦੋਹੇਂ ਪਾਸੀਂ ਫੌਜਾਂ ਦੀ ਨਕਲੋ ਹਰਕਤ ਨੇ ਲੋਕਾਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ। ਅਮੀਰ ਲੋਕਾਂ ਨੇ ਆਪਣਾ ਰੁਪਇਆ ਪੈਸਾ ਤੇ ਗਹਿਣੇ ਜੇਵਰਾਤ ਅੰਗਰੇਜ਼ੀ ਭਾਰਤ ਵਿੱਚ ਭੇਜਣੇ ਸ਼ੁਰੂ ਕਰ ਦਿੱਤੇ ਤੇ ਬਹੁਤ ਸਾਰੇ ਸਰਦਾਰਾਂ ਦੇ ਪਰਿਵਾਰ ਤੀਰਥ ਯਾਤਰਾ ਦੇ ਬਹਾਨੇ ਪੰਜਾਬ ਛੱਡ ਗਏ। ਇਸ ਅਸ਼ਾਂਤੀ ਦਾ ਲਾਭ ਉਠਾਉਂਦਿਆਂ ਰਾਜਕੁਮਾਰ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਨੇ ਤਖਤ ਉੱਪਰ ਆਪਣਾ ਦਾਅਵਾ ਪੇਸ਼ ਕਰ ਦਿੱਤਾ। ਹੀਰਾ ਸਿੰਘ ਨੇ ਆਪਣੇ ਚਾਚੇ ਗੁਲਾਬ ਸਿੰਘ ਡੋਗਰੇ ਨੂੰ ਅੱਖੜ ਰਾਜਕੁਮਾਰਾਂ ਉੱਪਰ ਚੜ੍ਹਾਈ ਕਰਨ ਲਈ ਸਿਆਲਕੋਟ ਭੇਜਿਆ। ਗੁਲਾਬ ਸਿੰਘ ਨੇ ਫੁਰਤੀ ਨਾਲ ਚੜ੍ਹਾਈ ਕੀਤੀ ਕਿਉਂਕਿ ਸਿਆਲਕੋਟ ਉਸ ਦੀ ਆਪਣੀ ਜਾਗੀਰ ਨਾਲ ਲੱਗਦਾ ਸੀ ਤੇ ਉਹ ਇਸ ਨੂੰ ਆਪਣੇ ਨਾਲ ਮਿਲਾ ਸਕਦਾ ਸੀ। ਰਾਜਕੁਮਾਰਾਂ ਨੇ ਸਖਤ ਮੁਕਾਬਲਾ ਕੀਤਾ। ਜਦੋਂ ਉਹਨਾਂ ਨੂੰ ਸਿਆਲਕੋਟ ਵਿੱਚੋਂ ਕੱਢ ਦਿੱਤਾ ਗਿਆ ਤਾਂ ਉਹ ਮਾਝੇ ਵਿੱਚ ਘੁੰਮਦੇ ਘੁੰਮਦੇ ਨੌਰੰਗਾਬਾਦ ਭਾਈ ਵੀਰ ਸਿੰਘ ਕੋਲ ਆ ਗਏ। ਉਹਨਾਂ ਨੇ ਫੌਜ ਦੀਆਂ ਡੋਗਰਾ ਵਿਰੋਧੀ ਭਾਵਨਾਵਾਂ ਨੂੰ ਇਹ ਕਹਿ ਕੇ ਭੜਕਾਇਆ ਕਿ ਹੀਰਾ ਸਿੰਘ ਡੋਗਰੇ ਨੇ ਤਾਂ ਅਮਲੀ ਤੌਰ ਤੇ ਤਖਤ ਤੇ ਕਬਜ਼ਾ ਕਰ ਲਿਆ। ਪੰਚਾਂ ਨੇ ਹੀਰਾ ਸਿੰਘ ਨੂੰ ਮਿਲ ਕੇ ਮੰਗ ਕੀਤੀ ਕਿ ਦਲੀਪ ਸਿੰਘ ਨੂੰ ਰਸਮੀ ਤੌਰ ਤੇ ਗੱਦੀ ਤੇ ਸਥਾਪਿਤ ਕੀਤਾ ਜਾਵੇ। ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਦੀਆਂ ਜਗੀਰਾਂ ਉਹਨਾਂ ਨੂੰ ਦੇ ਦਿੱਤੀਆਂ ਜਾਣ ਤੇ ਡੋਗਰਾ ਪਲਟਣਾ ਜੋ ਲਾਹੌਰ ਲਿਆਂਦੀਆਂ ਗਈਆਂ ਹਨ ਵਾਪਸ ਪਹਾੜਾਂ ਵਿੱਚ ਭੇਜੀਆਂ ਜਾਣ। ਹੀਰਾ ਸਿੰਘ ਡੋਗਰੇ ਨੇ ਇਹ ਮੰਗਾਂ ਪ੍ਰਵਾਨ ਕਰ ਲਈਆਂ। ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ ਤੇ ਉਹਦਾ ਮਾਮਾ ਜਵਾਰ ਸਿੰਘ ਜੋ ਨਜ਼ਰਬੰਦ ਸੀ ਉਸ ਨੂੰ ਰਿਹਾ ਕਰ ਦਿੱਤਾ ਗਿਆ। ਕਸ਼ਮੀਰਾ ਸਿੰਘ ਜਿਸ ਨੇ ਸਿਆਲਕੋਟ ਤੋਂ ਮੁੜ ਅਧਿਕਾਰ ਕਰ ਲਿਆ ਸੀ ਤੇ ਪਿਸ਼ੌਰਾ ਸਿੰਘ ਦਾ ਲਾਹੌਰ ਵਿੱਚ ਸਵਾਗਤ ਕੀਤਾ ਗਿਆ ਤੇ ਉਹਨਾਂ ਦੀਆਂ ਪੈਨਸ਼ਨਾਂ ਦੀ ਜ਼ਾਮਨੀ ਦਿੱਤੀ ਗਈ। ਹੀਰਾ ਸਿੰਘ ਦੀ ਸਰਕਾਰ ਨੂੰ ਚੁਣੌਤੀ ਦੇਣ ਵਾਲਾ ਅਗਲਾ ਵਿਅਕਤੀ ਉਹਦਾ ਚਾਚਾ ਸੁਚੇਤ ਸਿੰਘ ਸੀ ਜਿਸ ਦਾ ਰਾਣੀ ਜਿੰਦਾਂ ਦੀਆਂ ਨਜ਼ਰਾਂ ਵਿੱਚ ਉੱਘਾ ਸਥਾਨ ਸੀ। ਸੁਚੇਤ ਸਿੰਘ ਲਾਹੌਰ ਪਹੁੰਚ ਗਿਆ ਤੇ ਹੀਰਾ ਸਿੰਘ ਤੇ ਪੰਡਿਤ ਜਲੇ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਪੇਸ਼ ਕਰ ਦਿੱਤੀ। ਸੈਨਾ ਦੇ ਪੰਚਾਂ ਨੇ ਪ੍ਰਧਾਨ ਮੰਤਰੀ ਪ੍ਰਤੀ ਵਫਾਦਾਰ ਰਹਿਣ ਦਾ ਫੈਸਲਾ ਕਰ ਲਿਆ। ਸੁਚੇਤ ਸਿੰਘ ਲਾਹੌਰ ਤੋਂ ਦੌੜ ਗਿਆ। ਫੌਜ ਦਾ ਦਸਤਾ ਉਹਦੇ ਮਗਰ ਭੇਜਿਆ ਗਿਆ ਜਿਸ ਨੇ ਉਸ ਨੂੰ ਜਾ ਘੇਰਿਆ ਤੇ ਅੰਗ ਰੱਖਿਅਕਾਂ ਸਮੇਤ ਉਸ ਨੂੰ ਮਾਰ ਦਿੱਤਾ। ਹੀਰਾ ਸਿੰਘ ਡੋਗਰੇ ਦੀ ਕਿਸਮਤ ਵਿੱਚ ਸ਼ਾਂਤੀ ਨਾਲ ਰਾਜ ਕਰਨਾ ਨਹੀਂ ਲਿਖਿਆ ਸੀ। ਉਸਨੇ ਅਜੇ ਆਪਣੇ ਚਾਚੇ ਦੇ ਖਤਰੇ ਤੋਂ ਮਸਾਂ ਹੀ ਛੁਟਕਾਰਾ ਪਾਇਆ ਸੀ ਕਿ ਇੱਕ ਹੋਰ ਖਤਰੇ ਨੇ ਉਹਦੀ ਸਥਿਤੀ ਨੂੰ ਆ ਧਮਕਾਇਆ। ਅਤਰ ਸਿੰਘ ਸੰਧਾਵਾਲੀਆ ਜਿਸ ਦੀਆਂ ਬਰਤਾਨਵੀ ਹਿੰਦੁਸਤਾਨ ਵਿੱਚ ਵਿਰੋਧੀ ਕਾਰਵਾਈਆਂ ਦਰਬਾਰ ਦੇ ਵਿਰੋਧ ਦਾ ਮੁੱਖ ਵਿਸ਼ਾ ਰਹੀਆਂ ਸਨ, ਸਤਲੁਜ ਪਾਰ ਕਰਕੇ ਦਰਬਾਰ ਦੇ ਇਲਾਕੇ ਵਿੱਚ ਆ ਗਿਆ ਤੇ ਭਾਈ ਵੀਰ ਸਿੰਘ ਕੋਲ ਨਰੰਗਾਬਾਦ ਪਹੁੰਚ ਗਿਆ। ਰਾਜਕੁਮਾਰ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਵੀ ਆਪਣੀਆਂ ਜਗੀਰਾਂ ਛੱਡ ਕੇ ਨਰੰਗਾਬਾਦ ਪਹੁੰਚ ਗਏ। ਭਾਈ ਵੀਰ ਸਿੰਘ ਦਾ ਡੇਰਾ ਪੰਜਾਬ ਉੱਪਰ ਡੋਗਰਿਆਂ ਦੇ ਅਧਿਕਾਰ ਦੇ ਵਿਰੋਧ ਵਿੱਚ ਸਿੱਖ ਵਿਦਰੋਹ ਦਾ ਗੜ੍ਹ ਬਣ ਗਿਆ। ਅਤਰ ਸਿੰਘ ਸ਼ਕਤੀਸ਼ਾਲੀ ਦੁਸ਼ਮਣ ਸੀ। ਉਹ ਰਣਜੀਤ ਸਿੰਘ ਦੀ ਵੰਸ਼ ਤੋਂ ਨਿਕਟ ਸੰਬੰਧੀ ਵੀ ਸੀ ਤੇ ਫੌਜ ਵਿੱਚ ਉਸਨੇ ਬੜੀ ਪ੍ਰਸਿੱਧੀ ਪ੍ਰਾਪਤ ਕਰਕੇ ਸੇਵਾ ਕੀਤੀ ਸੀ। ਉਸ ਨੂੰ ਰਣਜੀਤ ਸਿੰਘ ਦੇ ਬਹਾਦਰ ਜਰਨੈਲਾਂ ਵਿੱਚ ਗਿਣਿਆ ਜਾਂਦਾ ਸੀ ਤੇ ਰਣਜੀਤ ਸਿੰਘ ਦੇ ਜੀਵਨ ਦੇ ਆਖਰੀ ਸਾਲਾਂ ਵਿੱਚ ਉਹ ਸਭ ਸਿੱਖ ਸਰਦਾਰਾਂ ਵਿੱਚੋਂ ਸ਼ਕਤੀਸ਼ਾਲੀ ਸੀ। ਅੰਗਰੇਜ਼ ਉਸ ਦੇ ਸਮਰਥਕ ਸਨ ਤੇ ਸਵਰਗੀ ਮਹਾਰਾਜੇ ਦੇ ਪੁੱਤਰ ਵੀ ਉਸ ਦੇ ਦਾਅਵੇ ਨੂੰ ਪ੍ਰਵਾਨ ਕਰਨ ਲਈ ਤਿਆਰ ਸਨ। ਹੀਰਾ ਸਿੰਘ ਡੋਗਰੇ ਨੇ ਫੌਜੀਆਂ ਨੂੰ ਲੰਮਾ ਚੌੜਾ ਭਾਸ਼ਣ ਦਿੱਤਾ ਤੇ ਕਿਹਾ ਕਿ ਸੰਧਾਵਾਲੀਏ ਹੀ ਮਹਾਰਾਜਾ ਸ਼ੇਰ ਸਿੰਘ, ਰਾਜਕੁਮਾਰ ਪ੍ਰਤਾਪ ਸਿੰਘ ਦੇ ਉਸਦੇ ਪਿਤਾ ਧਿਆਨ ਸਿੰਘ ਡੋਗਰਾ ਦੇ ਕਤਲਾਂ ਲਈ ਜ਼ਿੰਮੇਵਾਰ ਸਨ ਤੇ ਉਹ ਪਿਛਲੇ 6 ਮਹੀਨਿਆਂ ਤੋਂ ਅੰਗਰੇਜ਼ਾਂ ਕੋਲ ਰਿਹਾ ਹੈ ਤੇ ਉਸਨੇ ਉਹਨਾਂ ਨੂੰ ਮਾਮਲੇ ਵਿੱਚ ਛਿਆਨੀ 1 ਰੁਪਏ ਭਾਵ 16 ਆਨਿਆਂ ਵਿੱਚ 6 ਆਨੇ ਦੇਣ ਦਾ ਵਚਨ ਦਿੱਤਾ ਹੈ ਜੇਕਰ ਉਸਦਾ ਪੰਜਾਬ ਉੱਪਰ ਹਮਲਾ ਸਫਲ ਹੋ ਗਿਆ। ਉਸਨੇ ਇਹ ਵੀ ਕਿਹਾ ਕਿ ਸੁਚੇਤ ਸਿੰਘ ਡੋਗਰੇ ਦੀ ਵਿਧਵਾ ਨੇ ਇਸ ਵਿਦਰੋਹ ਲਈ ਧਨ ਦੀ ਸਹਾਇਤਾ ਕੀਤੀ ਹੈ ਜੋ ਉਸਦੇ ਪਤੀ ਨੇ ਬਰਤਾਨਵੀ ਹਿੰਦੁਸਤਾਨ ਵਿੱਚ ਲਾ ਰੱਖਿਆ ਸੀ। ਉਸਨੇ ਇਹ ਵੀ ਕਿਹਾ ਕਿ ਰਾਜਕੁਮਾਰ ਤੇ ਭਾਈ ਵੀਰ ਸਿੰਘ ਅਣਜਾਣੇ ਵਿੱਚ ਹੀ
ਗਦਾਰਾਂ ਦਾ ਹੱਥ ਟੋਕਾ ਬਣ ਗਏ ਸਨ। ਫੌਜ ਦੇ ਪੰਚਾਂ ਨੇ ਹੀਰਾ ਸਿੰਘ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ ਤੇ ਦਰਬਾਰ ਦੀ ਫੌਜ ਨੇ ਨਰੰਗਾਬਾਦ ਤੇ ਚੜ੍ਹਾਈ ਕਰ ਦਿੱਤੀ। ਭਾਈ ਵੀਰ ਸਿੰਘ ਨੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਸਮਝੌਤੇ ਦੀ ਗੱਲਬਾਤ ਚੱਲ ਰਹੀ ਸੀ ਤਾਂ ਜੋਸ਼ੀਲਾ ਸੰਧਾਵਾਲੀਆ ਬੇਕਾਬੂ ਤੇ ਬਹਿਬਲ ਹੋ ਉੱਠਿਆ ਤੇ ਉਸਨੇ ਦਰਬਾਰ ਦਾ ਇੱਕ ਦੂਤ ਮਾਰ ਦਿੱਤਾ। ਦਰਬਾਰ ਦੇ ਤੋਪਖਾਨੇ ਨੇ ਭਾਈ ਦੇ ਡੇਰੇ ਤੇ ਗੋਲਾਬਾਰੀ ਕਰਕੇ ਅਤਰ ਸਿੰਘ, ਰਾਜਕੁਮਾਰ, ਕਸ਼ਮੀਰਾ ਸਿੰਘ ਤੇ ਭਾਈ ਵੀਰ ਸਿੰਘ ਸਮੇਤ ਕਈ ਸੌ ਆਦਮੀ ਮਾਰ ਦਿੱਤੇ। ਫੌਜਾਂ ਜੇਤੂ ਹੋਣ ਦੇ ਬਾਵਜੂਦ ਪਸ਼ੇਮਾਨ ਸਨ। ਉਹਨਾਂ ਦੇ ਹੱਥ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਤੇ ਗੁਰੂ ਵਜੋਂ ਸਤਿਕਾਰੇ ਜਾਂਦੇ ਆਦਮੀ ਦੇ ਖੂਨ ਨਾਲ ਰੰਗੇ ਹੋਏ ਸਨ। ਉਹਨਾਂ ਨੇ ਆਪਣਾ ਗੁੱਸਾ ਡੋਗਰਿਆਂ ਵਿਰੁੱਧ ਕੱਢਿਆ। ਹੀਰਾ ਸਿੰਘ ਡੋਗਰੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਭਾਈ ਵੀਰ ਸਿੰਘ ਦੀ ਯਾਦ ਵਿੱਚ ਚੜਾਵਾ ਚੜਾ ਕੇ ਸ਼ਾਂਤ ਕੀਤਾ ਤੇ ਇਹ ਐਲਾਨ ਵੀ ਕੀਤਾ ਕਿ ਉਹ ਸਿੱਖ ਧਰਮ ਅਪਣਾ ਲਵੇਗਾ। ਹੀਰਾ ਸਿੰਘ ਦਾ ਬਚਾਅ ਜਿਸ ਗੱਲ ਨੇ ਕੀਤਾ ਉਹ ਪੰਜਾਬ ਉੱਪਰ ਅੰਗਰੇਜ਼ਾਂ ਵੱਲੋਂ ਤਾਜ਼ਾ ਹਮਲੇ ਦੀ ਅਫਵਾਹ ਸੀ ਤੇ ਰਾਜ ਵਿੱਚ ਇੱਕ ਛੋਟਾ ਜਿਹਾ ਵਿਦਰੋਹ ਵੀ ਸੀ। ਜੁਲਾਈ 1844 ਇੱਕ ਉੱਘਾ ਸੈਨਿਕ ਲਾਰਡ ਹਾਰਡਿੰਗ ਲਾਰਡ ਐਲਨਬਰੋ ਦੀ ਥਾਂ ਤੇ ਗਵਰਨਰ ਜਨਰਲ ਬਣ ਕੇ ਆਇਆ। ਇਸ ਨਿਯੁਕਤੀ ਨੇ ਦਰਬਾਰ ਵਿੱਚ ਹਲਚਲ ਪੈਦਾ ਕਰ ਦਿੱਤੀ। ਸਿੱਟੇ ਵਜੋਂ ਜਦੋਂ ਅਕਤੂਬਰ ਵਿੱਚ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਦਾ ਸੈਨਾਪਤੀ ਲੁਧਿਆਣਾ ਅਤੇ ਫਿਰੋਜ਼ਪੁਰ ਵਿੱਚ ਫੌਜਾਂ ਦਾ ਨਿਰੀਖਣ ਕਰਨ ਆਇਆ ਤਾਂ ਪੰਜਾਬੀ ਫੌਜ ਨੂੰ ਸੰਭਾਵੀ ਹਮਲੇ ਵਿਰੁੱਧ ਸੁਚੇਤ ਕਰ ਦਿੱਤਾ ਗਿਆ। ਦਰਿਆ ਉੱਪਰ ਸੀਮਾ ਚੌਕੀਆਂ ਦੀ ਕਿਲਾਬੰਦੀ ਕਰ ਲਈ ਗਈ ਤੇ ਪੱਤਨ ਤੇ ਬੇੜੀਆਂ ਦੀ 24 ਘੰਟੇ ਨਿਗਰਾਨੀ ਕੀਤੀ ਜਾਣ ਲੱਗੀ। ਇਹ ਤਣਾਅ ਤੇ ਖਿੱਚੋਤਾਣ ਕਈ ਹਫ਼ਤੇ ਰਹੀ। ਹੀਰਾ ਸਿੰਘ ਡੋਗਰੇ ਦੇ ਛੋਟੇ ਜਿਹੇ ਜੀਵਨ ਕਾਲ ਵਿੱਚ ਆਖਰੀ ਸੰਕਟ ਜੱਲੇ ਕਾਰਨ ਅਚਾਨਕ ਆਇਆ। ਬ੍ਰਾਹਮਣ ਪੁਜਾਰੀ ਆਪ ਭਾਵੇਂ ਪਾਕ ਪਵਿੱਤਰ ਨਹੀਂ ਸੀ, ਉਸਨੇ ਰਾਣੀ ਜਿੰਦਾ ਦੇ ਚਰਿੱਤਰ ਤੇ ਤੋਹਮਤਾਂ ਲਾ ਕੇ ਭੰਡੀ ਕਰਨੀ ਸ਼ੁਰੂ ਕਰ ਦਿੱਤੀ। ਰਾਣੀ ਤੇ ਉਹਦੇ ਭਰਾ ਜਵਾਰ ਸਿੰਘ ਨੇ ਫੌਜ ਦੇ ਪੰਚਾਂ ਕੋਲ ਬੇਨਤੀ ਕੀਤੀ, ਜਿਨ੍ਹਾਂ ਨੇ ਰਾਣੀ ਤੇ ਉਹਦੇ ਪੁੱਤਰ ਦੀ ਉਸਤਤ ਕੀਤੀ ਅਤੇ ਹੀਰਾ ਸਿੰਘ ਡੋਗਰਾ ਤੇ ਜੱਲਾ ਨੂੰ ਪੰਜਾਬ ਵਿੱਚੋਂ ਕੱਢ ਦੇਣ ਦੀ ਸਹੁੰ ਚੁੱਕ ਲਈ। ਹੀਰਾ ਸਿੰਘ ਡੋਗਰੇ ਨੇ ਸਹਾਇਤਾ ਲਈ ਆਪਣੇ ਚਾਚਾ ਗੁਲਾਬ ਸਿੰਘ ਵੱਲ ਮੂੰਹ ਕੀਤਾ। ਗੁਲਾਬ ਸਿੰਘ 7000 ਸੈਨਿਕ ਲੈ ਕੇ ਕਾਹਲੀ ਜੰਮੂ ਤੋਂ ਆ ਪਹੁੰਚਿਆ। ਪਹਾੜੀਆਂ ਦੇ ਆਉਣ ਦੀ ਖਬਰ ਨੇ ਖਾਲਸਾ ਫੌਜ ਨੂੰ ਭੜਕਾ ਦਿੱਤਾ। ਉਹਨਾਂ ਨੇ ਪ੍ਰਧਾਨ ਮੰਤਰੀ ਤੇ ਉਹਦੇ ਬ੍ਰਾਹਮਣ ਪੁਜਾਰੀ ਨੂੰ ਗ੍ਰਿਫਤਾਰ ਕਰਨ ਦਾ ਮਨ ਬਣਾ ਲਿਆ। ਹੀਰਾ ਸਿੰਘ ਤੇ ਪੰਡਿਤ ਜਲਾ ਡੋਗਰਾ ਅੰਗ ਰੱਖਕਾਂ ਨੂੰ ਨਾਲ ਲੈ ਕੇ ਰਾਜਧਾਨੀ ਤੋਂ ਭੱਜ ਤੁਰੇ। ਖਾਲਸਾ ਫੌਜ ਨੇ ਭੱਜਰੇ ਡੋਗਰੇ ਤੇ ਉਹਦੇ ਸਰਪ੍ਰਸਤ ਪੰਡਿਤ ਨੂੰ ਪਕੜ ਲਿਆ। ਭੱਜੇ ਜਾਂਦਿਆਂ ਲੜਾਈ ਹੋਈ ਜਿਸ ਵਿੱਚ 1000 ਡੋਗਰੇ ਮਾਰੇ ਗਏ। ਹੀਰਾ ਸਿੰਘ ਤੇ ਜਲਾ ਮਾਰੇ ਗਏ ਤੇ ਉਹਨਾਂ ਦੇ ਸਿਰ ਨੇਜ਼ਿਆਂ ਤੇ ਟੰਗ ਕੇ ਲਾਹੌਰ ਦੇ ਬਾਜ਼ਾਰਾਂ ਵਿੱਚ ਘੁਮਾਏ ਗਏ। ਹੀਰਾ ਸਿੰਘ ਡੋਗਰਾ ਅਸਾਧਾਰਨ ਯੋਗਤਾ, ਬੁੱਧੀ ਤੇ ਹੌਸਲੇ ਦਾ ਮਾਲਕ ਸੀ। ਜੇ ਹਾਲਾਤ ਕੁਝ ਵੱਖਰੇ ਹੁੰਦੇ ਤਾਂ ਸ਼ਾਇਦ ਉਹ ਪੰਜਾਬ ਦਾ ਪਹਿਲਾ ਡੋਗਰਾ ਸਿੱਖ ਮਹਾਰਾਜਾ ਹੁੰਦਾ, ਪਰੰਤੂ ਅਭਿਮਾਨੀ ਤੇ ਨਵਾਂ ਬਣਿਆ ਅਮੀਰ ਜਲਾ ਉਹਦੇ ਪਤਨ ਦਾ ਕਾਰਨ ਬਣਿਆ। ਜੱਲੇ ਨੂੰ ਇਸ ਦੋਹੇ ਰਾਹੀਂ ਯਾਦ ਕੀਤਾ ਜਾਂਦਾ ਹੈ, ਉੱਪਰ ਅੱਲਾ ਥੱਲੇ ਜੱਲਾ, ਜੱਲੇ ਦੇ ਸਿਰ ਤੇ ਖੱਲਾ ਭਾਵ ਛਿੱਤਰ। ਮਹਾਰਾਣੀ ਜਿੰਦਾਂ ਤੇ ਦਲੀਪ ਸਿੰਘ। ਹੀਰਾ ਸਿੰਘ ਤੇ ਜੱਲੇ ਦੀ ਮੌਤ ਤੋਂ ਕੁਝ ਸਮਾਂ ਮਗਰੋਂ ਤੱਕ ਦਰਬਾਰ ਦਾ ਕੰਮਕਾਜ ਸੰਭਾਲਣ ਵਾਲਾ ਕੋਈ ਨਹੀਂ ਸੀ। ਹੌਲੀ ਮਹਾਰਾਣੀ ਜਿੰਦਾਂ ਨੇ ਰਾਜਕਾਜ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ। ਉਸ ਦੀ ਸਹਾਇਤਾ ਉਸਦੇ ਭਰਾ ਜਵਾਰ ਸਿੰਘ, ਜਿਸ ਨੇ ਵਜ਼ੀਰ ਦੀ ਪਦਵੀ ਧਾਰਨ ਕਰ ਲਈ ਸੀ, ਤੇ ਲਾਲ ਸਿੰਘ ਨੇ ਕੀਤੀ। ਉਹਦੀ ਨੌਕਰਾਨੀ ਮੰਗਲਾ ਆਪਣੀ ਮਾਲਕਨ ਦੀ ਵਿਜੋਲਗੀ ਕਰਦੀ ਸੀ ਕਿਉਂਕਿ ਮਹਾਰਾਣੀ ਪਰਦਾ ਨਸ਼ੀਨ ਸੀ। ਜਿੰਦਾ ਦਾ ਪਹਿਲਾ ਕੰਮ ਫੌਜ ਨੂੰ ਆਪਣੇ ਵੱਸ ਵਿੱਚ ਕਰਨਾ ਸੀ। ਇੰਜ ਕਰਨ ਲਈ ਪਹਿਲਾਂ ਉਸ ਨੂੰ ਰਾਜਕੁਮਾਰ ਪੇਸ਼ੌਰਾ ਸਿੰਘ ਨਾਲ ਟੱਕਰ ਲੈਣੀ ਪਈ। ਜਿੰਦਾ ਪੇਸ਼ੌਰਾ ਸਿੰਘ ਦੇ ਕੰਨ ਕੁਤਰਨ ਤੇ ਬੁੱਧੂ ਬਣਾਉਣ ਵਿੱਚ ਪੂਰੀ ਤਰ੍ਹਾਂ ਸਫਲ ਹੋਈ ਤੇ ਉਸ ਨੂੰ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਲਈ ਫੌਜੀ ਸਮਰਥਨ ਦਾ ਭਰੋਸਾ ਵੀ ਪ੍ਰਾਪਤ ਹੋ ਗਿਆ। ਗੁਲਾਬ ਸਿੰਘ ਨੂੰ ਲਾਹੌਰ ਦੇ ਝਗੜਿਆਂ ਕਾਰਨ ਜੰਮੂ ਵਿੱਚ ਇੱਕ ਸੁਤੰਤਰ ਹਾਕਮ ਵਜੋਂ ਸਥਾਪਿਤ ਹੋਣ ਦਾ ਮੌਕਾ ਮਿਲ ਗਿਆ ਤੇ ਉਸਨੇ ਇਸ ਦਾ ਪੂਰਾ ਫਾਇਦਾ ਉਠਾਇਆ। ਉਸਨੇ ਬਾਰਕਜ਼ਈ ਅਫਗਾਨਾਂ ਤੇ ਅੰਗਰੇਜ਼ਾਂ ਨਾਲ ਗੱਲਬਾਤ ਸ਼ੁਰੂ ਕੀਤੀ, ਆਪਣੇ ਕਿਲਿਆਂ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ ਸ਼ੁਰੂ ਕੀਤਾ ਤੇ ਪਹਾੜੀ ਲੋਕਾਂ ਨੂੰ ਸਿੱਖਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਕਿਹਾ ਜਾਂਦਾ ਕਿ ਉਸਨੇ ਇਹ ਇਤਲਾਹ ਭੇਜੀ, ਪਹਾੜੀ ਲੋਕ ਸਿੱਖਾਂ ਵਿਰੁੱਧ ਇਕਮੁੱਠ ਹਨ ਤੇ ਉਹ ਉਹਨਾਂ ਵਿਰੁੱਧ ਲੜਨਾ ਧਰਮਯੁੱਧ ਸਮਝਦੇ ਹਨ। ਫਰਵਰੀ 1845 ਵਿੱਚ ਦਰਬਾਰ ਦੀਆਂ ਫੌਜਾਂ ਨੂੰ, ਜਿਨ੍ਹਾਂ ਨੂੰ ਸੰਭਾਵੀ ਅੰਗਰੇਜ਼ੀ ਹਮਲੇ ਵਿਰੁੱਧ ਸਤਲੁਜ ਦੇ ਨਾਲ ਨਿਯੁਕਤ ਕੀਤਾ ਗਿਆ ਸੀ, ਜੰਮੂ ਵੱਲ ਜਾਣ ਦਾ ਹੁਕਮ ਦਿੱਤਾ ਗਿਆ। ਗੁਲਾਬ ਸਿੰਘ ਨੇ ਅਧੀਨਗੀ ਪ੍ਰਵਾਨ ਕਰ ਲਈ। ਉਸਨੇ 4 ਲੱਖ ਰੁਪਏ ਖਰਾਜ ਅਦਾ ਕਰ ਦਿੱਤਾ। ਖਾਲਸਾ ਫੌਜ ਲਈ ਉਤਸਵ ਵਰਗਾ ਮਾਹੌਲ ਪੈਦਾ ਕਰ ਦਿੱਤਾ ਤੇ ਤੋਹਫਿਆਂ ਨਾਲ ਲੱਦ ਕੇ ਲਾਹੌਰ ਦੇ ਰਸਤੇ ਤੋਰ ਦਿੱਤਾ। ਖਾਲਸਾ ਫੌਜ ਅਜੇ ਬਹੁਤੀ ਦੂਰ ਨਹੀਂ ਗਈ ਸੀ ਜਦੋਂ ਡੋਗਰਿਆਂ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ ਤੇ ਸਾਰਾ ਦਿੱਤਾ ਹੋਇਆ ਖਰਾਜ ਲੁੱਟ ਲਿਆ। ਉਹ ਫਿਰ ਜੰਮੂ ਮੁੜੇ ਤੇ ਵਾਰ-ਵਾਰ ਹਮਲਾ ਕਰਕੇ ਹਾਰ ਦਿੱਤੀ। ਗੁਲਾਬ ਸਿੰਘ ਨੇ ਫਿਰ ਅਧੀਨਗੀ ਪ੍ਰਵਾਨ ਕਰ ਲਈ। ਉਹ ਸਿੱਖ ਡੇਰੇ ਵਿੱਚ ਆਇਆ, ਢਾਲ ਤਲਵਾਰ ਪੁੰਜੇ ਰੱਖੀ ਤੇ ਦੋਵੇਂ ਹੱਥ ਜੋੜ ਕੇ ਪ੍ਰਾਰਥਕ ਬਣ ਕੇ ਖੜਾ ਹੋ ਗਿਆ। ਉਸਨੇ ਵਫਾਦਾਰ ਰਹਿਣ ਦਾ ਭਰੋਸਾ ਦਿੱਤਾ। ਲਾਈ ਲਗ ਪੰਚ ਇੱਕ ਵਾਰ ਫਿਰ ਸੋਨੇ ਤੇ ਖੁਸ਼ਾਮਦ ਕਾਰਨ ਉਹਦੇ ਕਪਟ ਵਿੱਚ ਆ ਗਏ। ਇੱਕ ਸ਼ਾਂਤੀ ਸਮਝੌਤਾ ਕੀਤਾ ਗਿਆ ਜਿਸ ਅਨੁਸਾਰ ਗੁਲਾਬ ਸਿੰਘ ਨੇ 35 ਲੱਖ ਰੁਪਇਆ ਖਰਾਜ ਦੇਣ ਦਾ ਵਚਨ ਦਿੱਤਾ, ਜਿਸ ਵਿੱਚ 5 ਲੱਖ ਤੁਰਤ ਅਦਾ ਕਰ ਦਿੱਤਾ ਗਿਆ ਤੇ ਆਪ ਫੌਜ ਨਾਲ ਲਾਹੌਰ ਚਲਾ ਗਿਆ। ਡੋਗਰੇ ਨੇ ਕਮਾਲ ਦੀ ਹੁਸ਼ਿਆਰੀ ਤੇ
ਮੈਕਿਆਵਲੀ ਵਰਗੀ ਚਾਲਾਕੀ ਨਾਲ ਆਪਣੇ ਆਪ ਨੂੰ ਭੈੜੀ ਸਥਿਤੀ ਵਿੱਚੋਂ ਮੁਕਤ ਕਰਵਾਇਆ। ਉਸਨੇ ਜਾਣਬੁੱਝ ਕੇ ਦਰਬਾਰ ਦੇ ਸਾਹਮਣੇ ਹੋਣ ਤੋਂ ਲਾਪਰਵਾਹੀ ਵਰਤੀ ਤੇ ਕਿਹਾ ਕਿ ਉਹ ਖਾਲਸਾ ਫੌਜ ਦਾ ਸੇਵਕ ਹੈ ਤੇ ਦਰਬਾਰ ਦਾ ਨਹੀਂ ਹੈ ਤੇ ਕੇਵਲ ਪੰਚਾਂ ਪ੍ਰਤੀ ਹੀ ਜਵਾਬਦੇਹ ਸੀ। ਪਹਿਲਾਂ ਉਸਨੇ ਐਲਾਨ ਕੀਤਾ ਸੀ ਕਿ ਪਿਆਦਾ ਫੌਜ ਦੀ ਤਨਖਾਹ 12 ਤੋਂ 15 ਰੁਪਏ ਕਰ ਦਿੱਤੀ ਜਾਵੇ। ਉਹ ਲਾਲ ਸਿੰਘ ਦੇ ਧੜੇ ਵਿੱਚ ਰਲ ਗਿਆ ਤੇ ਉਸ ਨਾਲ ਤਲਵਾਰ ਦਾ ਵਟਾਂਦਰਾ ਕਰਕੇ ਸੈਨਿਕ ਭਾਈਬੰਦੀ ਕਰ ਲਈ। ਕੁਝ ਹਫ਼ਤੇ ਮਗਰੋਂ ਉਸਨੇ ਲਾਲ ਸਿੰਘ ਉੱਪਰ ਉਸ ਨੂੰ ਕਤਲ ਕਰਨ ਦਾ ਦੋਸ਼ ਲਾਇਆ। ਉਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ, ਪਰ ਉਸਨੇ ਕੁਝ ਦਿਨਾਂ ਮਗਰੋਂ ਹੀ ਰਿਹਾਈ ਪ੍ਰਾਪਤ ਕਰ ਲਈ। ਉਸ ਨੂੰ 68 ਲੱਖ ਜੁਰਮਾਨਾ ਕੀਤਾ ਗਿਆ, ਪਰ ਉਹ 27 ਲੱਖ ਅਦਾ ਕਰਕੇ ਛੁਟਕਾਰਾ ਪਾ ਗਿਆ। ਉਸਨੇ ਇਹ ਮਸ਼ਹੂਰ ਕਰ ਦਿੱਤਾ ਕਿ ਚੀਨੀਆਂ ਨੇ ਉਹਦੇ ਉੱਤਰੀ ਪ੍ਰਾਂਤਾਂ 'ਤੇ ਹਮਲਾ ਕਰ ਦਿੱਤਾ ਸੀ ਤੇ ਫਿਰ ਉਸ ਨੂੰ ਜੰਮੂ ਜਾਣ ਦੀ ਆਗਿਆ ਪ੍ਰਾਪਤ ਹੋ ਗਈ ਤੇ ਜਿਉਂ ਹੀ ਉਹ ਆਪਣੇ ਪਹਾੜੀ ਕਿਲਿਆਂ ਵਿੱਚ ਪਹੁੰਚਿਆ, ਉਸ ਨੇ ਅੰਗਰੇਜ਼ਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਤੇ ਸਿੱਖਾਂ ਨਾਲ ਲੜਾਈ ਹੋਣ ਦੀ ਸੂਰਤ ਵਿੱਚ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਜਦੋਂ ਦਰਬਾਰ ਦੀ ਸੈਨਾ ਜੰਮੂ ਵਿੱਚ ਰੁੱਝੀ ਹੋਈ ਸੀ, ਉਸ ਸਮੇਂ ਰਾਜਕੁਮਾਰ ਪੇਸ਼ੌਰਾ ਸਿੰਘ ਪੰਜਾਬ ਵਾਪਸ ਆ ਗਿਆ ਤੇ ਸਿਆਲਕੋਟ ਵਿੱਚ ਆ ਕੇ ਮੁਕਾਬਲੇ ਤੇ ਦਰਬਾਰ ਕਾਇਮ ਕਰ ਲਿਆ। ਇਹ ਗੈਰ ਕਾਨੂੰਨੀ ਤੱਤਾਂ ਲਈ ਬਗਾਵਤ ਦਾ ਸੰਕੇਤ ਸੀ। ਮਾਝੇ ਵਿੱਚ ਨਿਹੰਗਾਂ ਦੇ ਦਲ ਘੁੰਮਣ ਲੱਗੇ ਤੇ ਅੰਮ੍ਰਿਤਸਰ ਤੇ ਲਾਹੌਰ ਨੂੰ ਲੁੱਟਣ ਦੀਆਂ ਧਮਕੀਆਂ ਦੇਣ ਲੱਗੇ। ਰਾਣੀ ਜਿੰਦਾਂ ਸ਼ਕਤੀਸ਼ਾਲੀ ਸਰਦਾਰਾਂ ਦੀ ਆਪਣੇ ਪੁੱਤਰ ਦੇ ਪੱਖ ਵਿੱਚ ਪੇਸ਼ੌਰਾ ਸਿੰਘ ਦੇ ਦਾਅਵੇ ਵਿਰੁੱਧ ਹਮਾਇਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲੱਗੀ ਤੇ ਉਹਨਾਂ ਨੂੰ ਕਾਨੂੰਨ ਤੇ ਅਮਨ ਦੀ ਸਥਿਤੀ ਕਾਇਮ ਰੱਖਣ ਵਿੱਚ ਸਹਾਇਤਾ ਕਰਨ ਲਈ ਕਿਹਾ। ਉਸਨੇ ਮੁਕਾਬਲਤਨ ਗਰੀਬ ਨਕਈਆਂ ਨਾਲੋਂ ਦਲੀਪ ਸਿੰਘ ਦੀ ਮੰਗਣੀ ਤੋੜ ਕੇ ਚਤਰ ਸਿੰਘ ਅਟਾਰੀ ਵਾਲੇ ਦੀ ਲੜਕੀ ਨਾਲ ਰਿਸ਼ਤਾ ਤੈਅ ਕਰ ਦਿੱਤਾ। ਇਸ ਨਾਲ ਵੀ ਪੇਸ਼ੌਰਾ ਸਿੰਘ ਬਾਜ਼ ਨਾ ਆਇਆ। ਉਸਨੇ ਅਟਕ ਦੇ ਕਿਲੇ ਤੇ ਅਧਿਕਾਰ ਕਰ ਲਿਆ ਤੇ ਆਪਣੇ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਉਸਨੇ ਅਫਗਾਨਾਂ ਤੋਂ ਸਹਾਇਤਾ ਮੰਗੀ। ਚਤਰ ਸਿੰਘ ਅਟਾਰੀ ਵਾਲਾ ਅਟਕ ਵਿਰੁੱਧ ਕਾਰਵਾਈ ਕਰਨ ਚਲਾ ਗਿਆ। ਪੇਸ਼ੌਰਾ ਸਿੰਘ ਅਫਗਾਨਾਂ ਤੋਂ ਸਹਾਇਤਾ ਲੈਣ ਤੇ ਜਨਤਾ ਵਿੱਚ ਬਗਾਵਤ ਭੜਕਾਉਣ ਵਿੱਚ ਅਸਫਲ ਰਿਹਾ। ਉਸਨੇ ਚਤਰ ਸਿੰਘ ਅਟਾਰੀ ਵਾਲਾ ਤੋਂ ਨਿੱਜੀ ਸੁਰੱਖਿਆ ਦਾ ਭਰੋਸਾ ਲੈ ਲਿਆ ਤੇ ਉਸ ਨਾਲ ਰਾਜਧਾਨੀ ਨੂੰ ਜਾਣ ਲਈ ਸਹਿਮਤ ਹੋ ਗਿਆ। ਅਟਕ ਤੋਂ 20 ਮੀਲ ਦੂਰ ਜਾ ਕੇ ਰਾਜਕੁਮਾਰ ਨੂੰ ਗ੍ਰਿਫਤਾਰ ਕਰਕੇ ਕਤਲ ਕਰ ਦਿੱਤਾ ਗਿਆ। ਪੰਚਾਂ ਨੂੰ ਪਤਾ ਲੱਗ ਗਿਆ ਕਿ ਦਰਬਾਰ ਦੇ ਇੱਕ ਧੜੇ ਨੇ ਉਸ ਦੀ ਫਿਰ ਇੱਕ ਵਾਰ ਦੂਜੇ ਧੜੇ ਵਿਰੁੱਧ ਵਰਤੋਂ ਕੀਤੀ ਹੈ। ਉਹਨਾਂ ਨੇ ਮਹਿਸੂਸ ਕੀਤਾ ਕਿ ਪੇਸ਼ੌਰਾ ਸਿੰਘ ਦਾ ਕਤਲ ਰਾਣੀ ਜਿੰਦਾਂ ਦੇ ਭਰਾ ਜਵਾਰ ਸਿੰਘ ਦੀ ਸਾਜ਼ਿਸ਼ ਸੀ ਤੇ ਉਸ ਨੂੰ ਫੌਜੀ ਪੰਚਾਇਤ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ। 21 ਸਤੰਬਰ 1845 ਨੂੰ ਭੈਭੀਤ ਜਵਾਰ ਸਿੰਘ ਬਾਲਕ ਦਲੀਪ ਸਿੰਘ ਨੂੰ ਆਪਣੀ ਛਾਤੀ ਨਾਲ ਲਗਾ ਕੇ ਹਾਥੀ ਤੇ ਚੜ੍ਹ ਕੇ ਪੰਚਾਇਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਗਿਆ। ਰਾਣੀ ਜਿੰਦਾਂ ਤੇ ਉਹਦੀ ਨੌਕਰਾਣੀ ਮੰਗਲਾ ਆਪਣੇ ਅੰਗ ਰੱਖਿਅਕਾਂ ਸਮੇਤ ਉਹਦੇ ਮਗਰ ਗਈਆਂ। ਛਾਉਣੀ ਵਿੱਚ ਪਹੁੰਚ ਕੇ ਜਵਾਰ ਸਿੰਘ ਨੇ ਹਾਥੀ ਤੋਂ ਉਤਰਨ ਤੋਂ ਇਨਕਾਰ ਕਰ ਦਿੱਤਾ। ਸੰਤਰੀਆਂ ਨੇ ਮਹਾਰਾਜੇ ਨੂੰ ਉਹਦੀ ਗੋਦੀ ਵਿੱਚੋਂ ਝਪਟਾ ਮਾਰ ਕੇ ਖੋਲਿਆ ਤੇ ਜਵਾਰ ਸਿੰਘ ਦੇ ਹੌਂਦੇ ਵਿੱਚ ਬੈਠੇ ਤੇ ਹੀ ਨੇਜ਼ਾ ਮਾਰ ਦਿੱਤਾ। ਅਗਲੀ ਸਵੇਰ ਵਜ਼ੀਰ ਦੀ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ। ਉਸ ਦੀਆਂ 4 ਰਾਣੀਆਂ ਵੀ ਸਤੀ ਹੋ ਕੇ ਮਰ ਗਈਆਂ ਤੇ ਖਾਲਸੇ ਨੂੰ ਬਦਦੁਆ ਦੇ ਗਈਆਂ ਕਿ ਉਹ ਭਵਿੱਖਵਾਕ ਕਹਿ ਗਈਆਂ ਕਿ ਸੈਨਿਕਾਂ ਦੀਆਂ ਪਤਨੀਆਂ ਵੀ ਛੇਤੀ ਹੀ ਰੰਡੀਆਂ ਹੋ ਜਾਣਗੀਆਂ ਤੇ ਪੰਜਾਬ ਤਬਾਹ ਹੋ ਜਾਏਗਾ। ਜਿੰਦਾਂ ਫੌਜ ਤੋਂ ਬਦਲੇ ਦੀ ਭਾਵਨਾ ਨਾਲ ਭਰੀ ਕੂਕਾਂ ਚੀਕਾਂ ਮਾਰਦੀ ਮਹਿਲ ਵਿੱਚ ਆ ਗਈ ਤੇ ਇਹ ਧਮਕੀ ਵੀ ਦੇਣ ਲੱਗੀ ਕਿ ਉਹ ਵੀ ਆਪਣੇ ਪੁੱਤਰ ਨਾਲ ਅਗਨ ਭੇਟ ਹੋ ਜਾਏਗੀ। ਫੌਜੀ ਪੰਚਾਇਤ ਨੇ ਰਾਜ ਭਾਗ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਪੰਜਾਬ ਦੀ ਪ੍ਰਭੂਤਾ ਦੀ ਸਵਾਮੀ ਬਣ ਗਈ। ਉਸਨੇ ਦੀਵਾਨ ਦੀਨਾਨਾਥ ਨੂੰ ਆਪਣਾ ਪ੍ਰਮੁੱਖ ਵਕਤਾ ਨਿਯੁਕਤ ਕਰ ਦਿੱਤਾ ਤੇ ਹਦਾਇਤ ਜਾਰੀ ਕਰ ਦਿੱਤੀ ਕਿ ਅੰਗਰੇਜ਼ਾਂ ਨੂੰ ਉਸ ਸਮੇਂ ਤੱਕ ਕੋਈ ਖਤ ਨਾ ਭੇਜਿਆ ਜਾਵੇ ਜਿਸ ਦੇ ਵਿਸ਼ੇ ਵਸਤੂ ਤੇ ਪੰਚਾਂ ਨੇ ਪਹਿਲਾਂ ਵਿਚਾਰਨਾ ਕੀਤੀ ਹੋਵੇ। ਪੰਚਾਇਤ ਖਾਲਸੇ ਦੇ ਨਾਮ ਤੇ ਵਿਹਾਰ ਕਰਨ ਲੱਗੀ ਤੇ ਇਹਦੇ ਹੁਕਮ ਅਕਾਲ ਸਹਾਇ ਦੀ ਮੋਹਰ ਹੇਠ ਜਾਰੀ ਹੋਣ ਲੱਗੇ। ਬਾਕੀ ਅਗਲੇ ਹਿੱਸੇ ਵਿੱਚ।